ਹਾਜ਼ਰ ਜੀ ਅਸੀਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਜੋ ਕੁਝ ਵੀ ਘਟਦਾ ਵਾਪਰਦਾ ਉਹ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਵਾਹਵਾ 1.5-2 ਮਹੀਨੇ ਇਲੈਕਸ਼ਨ ਵਾਲਾ ਕੰਮ ਚੱਲਦਾ ਰਿਹਾ ਤੇ ਹੁਣ ਆ ਜਿਹੜਾ ਇਸ ਵਕਤ ਟੈਨਸ਼ਨ ਵਾਲਾ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ ਹੀ, ਖਾਸ ਕਰਕੇ ਯੂਕਰੇਨ ਰਸ਼ੀਆ ਨੂੰ ਲੈ ਕੇ, ਉਹਦਾ ਕਿਉਂਕਿ ਸਿੱਧਾ ਅਸਰ ਭਾਰਤ ਦੇ ਉੱਪਰ ਪੈਂਦਾ ਕਿਉਂਕਿ ਜਵਾਕ ਉੱਥੇ ਫਸੇ ਨੇ, ਹੋਰ ਬਹੁਤ ਸਾਰੇ ਲੋਕ ਉੱਥੇ ਫਸੇ ਨੇ, ਉਹਨਾਂ ਦਾ ਕਰਕੇ ਉਹਦੀ ਗੱਲ ਵੀ ਕਰਾਂਗੇ। ਦੂਸਰੇ ਪਾਸੇ ਇਹ ਵੀ ਗੱਲ ਆ ਕਿ ਵੀ ਪਤਾ ਨਹੀਂ ਕੀ ਚੱਕਰ ਹੈ ਵੀ ਇਲੈਕਸ਼ਨਾਂ ਤੋਂ ਪਹਿਲਾਂ ਵੀ, ਇਲੈਕਸ਼ਨਾਂ ਦੇ ਦੌਰਾਨ ਵੀ ਅਤੇ ਹੁਣ ਤਾਂ ਇਲੈਕਸ਼ਨਾਂ ਤੋਂ ਬਾਅਦ ਵੀ ਬਹੁਤ ਸਾਰੇ ਲੀਡਰਾਂ ਨੂੰ ਜਾਂ ਤਾਂ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਜਾਂ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਉਹਨਾਂ ਦੀ ਵਾਰੀ ਵੀ ਆ ਜਾਵੇ। ਉਹ ਕੀ ਕਹਾਣੀ ਆ ਆਪਾਂ ਉਹਦਾ ਜ਼ਿਕਰ ਵੀ ਕਰ ਲਵਾਂਗੇ। ਹੋਰ ਵੀ ਚੰਦ ਖਬਰਾਂ ਨੇ ਪਰ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਤੋਂ ਪਹਿਲਾਂ ਬੰਦੇ ਦਾ ਪਤਾ ਕਰ ਲਈਏ। ਹੋਰ ਬਟ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਠੀਕ ਨੇ? ਬਲ ਨੇ ਜੀ? ਇਹ ਬਹੁਤ ਵਧੀਆ। ਦੇਖੋ ਬਲ ਜਿਹੜਾ ਨਾ ਉਹ ਉਹੀ ਸ਼ਕਤੀ ਹੈ ਜੀ, ਤੇ ਬਲ ਦੇ ਨਾਲ ਹੀ ਸਾਰਾ ਕੁਝ ਚੱਲਦਾ। ਹਾਂ, ਕਿਉਂਕਿ ਜੇ ਵਲ ਆਉਂਦਾ ਹੋਵੇ ਨਾ ਕਿਸੇ ਨਾ ਕਿਸੇ ਚੀਜ਼ ਨੂੰ ਨੇਪਰੇ ਚੜ੍ਹਨ ਦਾ, ਫਿਰ ਠੀਕ ਰਹਿੰਦਾ ਕੰਮ। ਮੈਂ ਬਲ ਦੀ ਗੱਲ ਕਰਦਾ, ਤੁਸੀਂ ਵਲ ਕੱਢੀਆਂ ਨੇ। ਨਹੀਂ ਮੈਨੂੰ ਇਹ ਸੀਗਾ ਵੀ ਛੇਤੀ ਟਾਈਮ ਨਾਲ ਤੁਹਾਡੇ ਕੱਢ ਦਈਏ ਤਾਂ ਚੰਗੇ ਰਹੀਦਾ ਨੇ, ਤੁਸੀਂ ਤੰਗ ਬਹੁਤ ਕਰਦੇ ਹੋ। ਵੈਸੇ ਇਹ ਵੀ ਫਰਕ ਹੈ ਨਾ, ਦੇਖੋ ਹੈ ਤਾਂ ਵਲ ਤੇ ਵੱਲ, ਪਰ ਉਹ ਜਿੱਦਾਂ ਬੋਲੀ ਦਾ ਫਰਕ ਪੈ ਜਾਂਦਾ। ਆਪਾਂ ਬੱਬੇ ਨੂੰ ਵਾਹਵਾ ਦੁਆਬੇ ਦੇ ਵਿੱਚ ਬੋਲਿਆ ਜਾਂਦਾ ਹੈ ਨਾ, ਉਹਦਾ ਕਰਕੇ ਫਰਕ ਪੈ ਜਾਂਦਾ। ਇੰਨਾ ਕੁ ਵੀ ਫਰਕ ਪੈ ਜਾਂਦਾ ਵੀ ਮੈਂ ਇੱਥੇ ਗਿਆ, ਜਾਣਾ ਪੰਨੂ ਸਾਹਿਬ ਵੱਲ ਸੀ। ਹਾਂ, ਹੈ ਨਾ। ਅੱਛਾ, ਗੱਲ ਇਹ ਆ, ਚਲੋ WhatsApp ਇੱਦਾਂ ਕਰੀਏ ਕਿ ਵੀ ਜੇ ਰਸ਼ੀਆ ਯੂਕਰੇਨ ਤੋਂ ਸ਼ੁਰੂ ਕਰ ਲਈਏ ਪਲੀਜ਼ ਜੀ। ਜੋ ਇਸ ਵਕਤ ਮਾਹੌਲ ਚਾਲ ਬਣਿਆ ਪਿਆ ਨਾ, ਹੋ ਸਕਦਾ ਕਿ ਜਿਸ ਬੰਦੇ ਨੂੰ ਸਮਝ ਹੈਗੀ ਆ, ਜਿਸ ਬੰਦੇ ਨੂੰ ਥੋੜ੍ਹੀ ਸਮਝ ਆ, ਹੈ ਨਾ, ਬਹੁਤੀ ਸਮਝ ਆ, ਉਹਨੂੰ ਇੰਨੀ ਕੁ ਗੱਲ ਦਾ ਤਾਂ ਪਤਾ ਲੱਗਦਾ ਨੇ ਵੀ ਜੇ ਇਸ ਲੈਵਲ ਦੀਆਂ ਸ਼ਕਤੀਆਂ ਦਾ ਟਕਰਾਅ ਹੋਊਗਾ ਅਤੇ ਜਿੱਥੇ ਕਿਤੇ ਵੀ ਹੋਵੇ ਧਰਤੀ ਪੂਰੀ ਹਿੱਲਣੀ ਹੈ। ਉਹਦਾ ਕਰਕੇ ਮੇਰੇ ਖਿਆਲ ਨਾਲ ਹਰੇਕ ਬੰਦਾ ਚਿੰਤਾ ਤੁਰ ਤਾਂ ਹੈਗਾ ਹੀ। ਸੰਧਾਲੀਆ ਸਾਹਿਬ, ਜਿਹੜੇ ਆਮ ਲੋਕ ਨੇ ਨਾ, ਕਿਉਂਕਿ ਦੁਨੀਆ ਦੇ 95, 96, 97, 98% ਆਮ ਲੋਕ ਹੀ ਨੇ ਜਿਹੜੇ ਕਮਾਈ ਕਰਦੇ ਆ, ਰੋਟੀ ਖਾਂਦੇ ਆ, ਜਿਨ੍ਹਾਂ ਦਾ ਕੰਮ ਆ ਕਿ ਨਿਆਣੇ ਪਾਲਣੇ, ਨਿਆਣਿਆਂ ਨੂੰ ਐਡਜਸਟ ਕਰਨਾ ਕਿ ਚੰਗੀ ਥਾਂ ਇਹਨਾਂ ਨੂੰ ਮਾੜਾ ਮੋਟਾ ਕੰਮ ਕਰ ਮਿਲ ਜਾਏ। ਇਹਦੇ ਤੋਂ ਵੱਧ ਆਮ ਬੰਦੇ ਦੀ ਖਾਹਿਸ਼ ਨਹੀਂ ਹੁੰਦੀ। ਨਾ ਉਹਨਾਂ ਨੇ ਦੁਨੀਆ ਜਿੱਤਣੀ ਆ, ਨਾ ਸਾਮਰਾਜ ਕਾਇਮ ਕਰਨਾ, ਨਾ ਉਹ ਹਥਿਆਰ ਵੇਚਦੇ ਆ, ਨਾ ਉਹਨਾਂ ਨੇ ਹਥਿਆਰ ਬਣਾਉਣੇ ਆ, ਨਾ ਉਹਨਾਂ ਨੂੰ ਹਥਿਆਰ ਚਲਾਉਣ ਦਾ ਸ਼ੌਕ ਹੈ। ਉਹ ਸਾਰੇ ਲੋਕ ਭਾਵੇਂ ਕਿਸੇ ਧਰਮ ਦੇ ਨੇ, ਕਿਸੇ ਦੇਸ਼ ਦੇ ਨੇ, ਕਿਸੇ ਜਾਤੀ ਦੇ ਨੇ, ਕਿਸੇ ਭਾਸ਼ਾ ਨੂੰ ਬੋਲਣ ਵਾਲੇ ਆ, ਉਹ ਸਾਰੇ ਲੋਕ ਦੁਖੀ ਨੇ ਕਿ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਲੱਗੀ ਹੈ, ਜਾਂ ਦੂਸਰੇ ਸ਼ਬਦਾਂ 'ਚ ਕਿ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ। ਹੋਣਾ ਨਹੀਂ ਸੀ ਚਾਹੀਦਾ। ਦੂਸਰੀ ਗੱਲ, ਉਹਦੇ ਤੋਂ ਬਾਅਦ ਅਸੀਂ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਆ ਜਾਂਦੇ, ਕਿਉਂਕਿ ਇਸ ਲਈ ਜਿਹੜੇ ਹਾਲਾਤ ਨੇ, ਹਰ ਇੱਕ ਬੰਦੇ ਦੀ ਨਾ ਆਪਣੀ ਤਰਜੀਹ ਹੁੰਦੀ ਹੈ। ਸਾਡੀ ਤਰਜੀਹ ਇਹ ਆ ਕਿ ਸਾਡੇ ਭਾਰਤੀ ਲੋਕ ਵਾਪਸ ਆ ਜਾਣ ਉੱਥੋਂ, ਜਾਂ ਜੇ ਕੈਨੇਡਾ ਦੇ ਲੋਕ ਨੇ ਤਾਂ ਉਹ ਆਪਣੇ ਮੁਲਕ ਵਾਪਸ ਪਰਤ ਆਉਣ। ਪਰ ਦੂਸਰੇ ਪਾਸੇ ਇਸ ਗੱਲ ਦੇ ਵੱਲ ਵਿਚਾਰ ਬਹੁਤ ਘੱਟ ਹੁੰਦੀ ਹੈ ਕਿ ਜਿਹੜਾ ਗੋਲਾ ਉੱਥੇ ਡਿੱਗ ਰਿਹਾ, ਚਾਹੇ ਉਹ ਜਹਾਜ਼ 'ਚੋਂ ਡਿੱਗ ਰਿਹਾ, ਚਾਹੇ ਉਹ ਮਿਜ਼ਾਈਲ ਡਿੱਗ ਰਹੀ ਹੈ, ਚਾਹੇ ਉਹ ਤੋਪ ਦਾ ਗੋਲਾ ਹੈ, ਚਾਹੇ ਟੈਂਕ ਦਾ ਗੋਲਾ ਹੈ, ਉਹ ਜਦੋਂ ਧਰਤੀ ਦੇ ਨਾਲ ਟਕਰਾਉਂਦਾ, ਫਟਦਾ, ਉਹਦੇ ਵਿੱਚੋਂ ਕੋਈ ਨਾ ਕੋਈ ਗੈਸ ਤਾਂ ਨਿਕਲਦੀ ਹੈ ਨਾ, ਉਹ ਜਾਂਦੀ ਤਾਂ ਅਸਮਾਨ 'ਚ ਹੀ ਹੈ ਨਾ, ਉਹ ਸਾਰੀ ਦੁਨੀਆ ਦੀ ਜਿਹੜੀ ਸਾਂਝੀ ਹਵਾ ਆ ਉਹਦੇ ਵਿੱਚ ਹੀ ਮਿਕਸ ਹੁੰਦੀ ਹੈ ਨਾ, ਉਹ ਕਿਤੇ ਨਾ ਕਿਤੇ ਉਹਨੂੰ ਪ੍ਰਦੂਸ਼ਿਤ ਤਾਂ ਕਰਦੀ ਹੈ ਨਾ, ਉਹਦਾ ਕਿਤੇ ਨਾ ਕਿਤੇ ਅਸਰ ਤਾਂ ਸਾਡੇ ਤੁਹਾਡੇ 'ਤੇ ਕਿਸੇ ਨਾ ਕਿਸੇ 'ਤੇ ਪੈਣਾ ਹੀ ਆ ਨਾ। ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਭੁੱਖੇ ਸੌਂਦੇ ਆ। ਹੁਣ ਜਿਹੜੀ ਖੇਤੀਯੋਗ ਜ਼ਮੀਨ ਦੇ ਉੱਤੇ ਉੱਥੇ ਬੰਬ ਡਿੱਗੂਗਾ, 10-12 ਸਾਲ ਫਸਲ ਥੋੜ੍ਹੀ ਹੋਣੀ ਹੈ। ਉਹ ਕਿਤੇ ਨਾ ਕਿਤੇ ਦੁਨੀਆ ਭਰ ਦੇ ਵਿੱਚ ਜਿਹੜਾ ਫਸਲਾਂ ਦਾ ਉਤਪਾਦਨ ਹੈ ਉਹਦਾ ਨੁਕਸਾਨ ਹੋਣਾ ਹੀ ਹੈ। ਕਿਸੇ ਤੇਲ ਦੇ ਖੂਹ 'ਤੇ ਬੰਬ ਡਿੱਗ ਜਾਏ, ਕੋਈ ਪਾਈਪਲਾਈਨ ਕਿਤੇ ਬਣੀ ਹੈ ਉਹ ਫਟ ਜਾਏ, ਕਿਤੇ ਸੜਕ ਟੁੱਟ ਜਾਏ, ਜਿਹੜੇ ਦੁਨੀਆ ਦੇ ਪੈਸੇ ਅਸੀਂ ਦੁਨੀਆ ਦੇ ਭਲੇ ਲਈ, ਲੋਕਾਂ ਦੇ ਭਲੇ ਲਈ ਖਰਚਣੇ ਸੀ, ਉਹ ਮੁੱਢਲਾ ਢਾਂਚਾ ਬਣਾਉਣ ਦੇ ਉੱਤੇ ਖਰਚਦੇ ਰਹਾਂਗੇ। ਜਾਣੀ 1% ਵੀ ਇਸ ਲੜਾਈ ਦਾ ਫਾਇਦਾ ਨਹੀਂ, ਸਿੱਧਾ ਹੀ ਨੁਕਸਾਨ ਹੈ ਆਮ ਲੋਕਾਂ ਨੂੰ। ਤੇ ਹਰ ਆਮ ਬੰਦਾ ਚਾਹੁੰਦਾ ਹੈ ਕਿ ਜਿੱਥੇ ਤੱਕ ਹੁਣ ਕੰਮ ਪਹੁੰਚਿਆ, ਹੁਣੇ ਕੰਮ ਬੰਦ ਹੋ ਜਾਏ। ਧੌਣ ਦੇ ਵਿੱਚ ਜਿਹੜੇ ਸਰੀਏ ਅੜੇ ਹੋਏ ਨੇ, ਹੁਣ ਵੱਡੇ ਵੱਡੇ ਹੁਕਮਰਾਨਾਂ ਨੂੰ ਕੱਢ ਲੈਣੇ ਚਾਹੀਦੇ ਆ। ਉਹ ਸੁੱਖ ਤਾਂ ਇਹੀ ਮੰਗੀ ਜਾਂਦੀ ਆ। ਬਾਕੀ ਇਹ ਆ ਕਿ ਵੀ ਆਮ ਬੰਦਾ ਦੁਆ ਹੀ ਕਰ ਸਕਦਾ। ਆਮ ਬੰਦੇ ਦੇ ਵੱਸ 'ਚ ਹੈ ਕੁਛ ਨਹੀਂ। ਆਮ ਬੰਦੇ ਦੇ ਵੱਸ 'ਚ ਤਾਂ ਬਸ ਇਹੀ ਆ ਵੀ ਜੇ ਉੱਥੇ ਯੂਕਰੇਨ ਦੇ ਵਿੱਚ ਕੋਈ ਆਮ ਮਾਤੜ ਰਹਿੰਦਾ ਅਤੇ ਉਹਨੂੰ ਅਗਲੇ ਹੁਕਮ ਕਰ ਦਿੰਦੇ ਵੀ ਤੂੰ ਇੱਦਾਂ ਕਰ, ਚੂਹੇ ਵਾਂਗੂ ਰੁੱਟ ਪੁੱਟੀ ਦੇ ਇਹਦੇ 'ਚ ਵੜ ਜਾ, ਭਾਵੇਂ ਕੋਈ ਮੈਟਰੋ ਸਟੇਸ਼ਨ ਆ, ਭਾਵੇਂ ਕੋਈ ਹੋਸਟਲ ਆ, ਭਾਵੇਂ ਕੋਈ ਬਿਲਡਿੰਗ ਹੈ, ਜੋ ਵੀ ਉਹਦੀ ਬੇਸਮੈਂਟ, ਤੂੰ ਇਹਦੇ 'ਚ ਰਹਿਣਾ। ਹਾਂ, ਉੱਥੇ ਤੇਰੇ ਲਈ ਕੁਛ ਖਾਣ ਪੀਣ ਲਈ ਪਹੁੰਚਦਾ ਅਤੇ ਪਹੁੰਚਾ ਦਿਆਂਗੇ। ਜੇ ਤੂੰ ਆਪ ਪੋੜ ਕਰ ਸਕਦਾ ਤਾਂ ਵੀ ਠੀਕ ਆ, ਨਹੀਂ ਤੇ ਬਾਹਰ ਮੌਤ ਨੱਚਦੀ ਫਿਰਦੀ ਹੈ, ਜੇ ਤੂੰ ਬਾਹਰ ਨਿਕਲਿਆ ਤਾਂ ਕੁਛ ਵੀ ਹੋ ਸਕਦਾ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਦੋਂ ਬੰਬ ਡਿੱਗ ਰਿਹਾ, ਹੁਣ ਕੋਈ ਪਤਾ ਨਹੀਂ ਕਿ ਕਿੱਥੇ ਕਿਹੜੇ ਵੇਲੇ ਐਡੀ ਕੁ ਚੀਜ਼ ਨੇ ਆ ਕੇ ਡਿੱਗ ਕੇ ਤਬਾਹੀ ਕਰ ਦੇਣੀ ਹੈ। ਹੁਣ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਭਾਰਤ ਸਰਕਾਰ ਨੇ ਹੈਲਪਲਾਈਨ ਨੰਬਰ ਦਿੱਤੇ ਕਿ ਜੇ ਤੁਹਾਡਾ ਕੋਈ ਯੂਕਰੇਨ ਦੇ ਵਿੱਚ ਫਸਿਆ, ਹਾਲਾਂਕਿ ਦੇਰ ਹੋ ਚੁੱਕੀ ਹੈ,
ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ। ਘੱਟੋ ਘੱਟ ਸਰਕਾਰ ਦੇ ਕੋਲ ਲਿਸਟ ਬਣੇ ਕਿ ਕੌਣ ਕਿਹੜਾ ਬੰਦਾ ਕਿੱਥੇ ਕੁ ਫਸਿਆ ਬੈਠਾ। ਭਗਵੰਤ ਮਾਨ ਹੋਰਾਂ ਨੇ ਨੰਬਰ ਜਾਰੀ ਕੀਤਾ, ਉਹਦੇ ਤੋਂ ਬਾਅਦ ਔਜਲਾ ਸਾਹਿਬ ਨੇ ਨੰਬਰ ਜਾਰੀ ਕੀਤਾ, ਪੰਜਾਬ ਸਰਕਾਰ ਨੇ ਨੰਬਰ ਜਾਰੀ ਕੀਤੇ, ਬਹੁਤ ਸਾਰੇ ਜ਼ਿਲ੍ਹਾ ਅਧਿਕਾਰੀ ਜਿਹੜੇ ਨੇ ਪੰਜਾਬ ਦੇ, ਹਰਿਆਣੇ ਦੇ, ਉਹਨਾਂ ਨੇ ਨੰਬਰ ਜਾਰੀ ਕੀਤੇ ਕਿ ਭਾਈ ਸਾਡੇ ਇਲਾਕੇ ਦਾ ਜੇ ਤੁਹਾਡੇ ਪਰਿਵਾਰ ਦਾ ਕੋਈ ਸਾਡਾ ਸੱਜਣ ਮਿੱਤਰ ਕਿਤੇ ਯੂਕਰੇਨ 'ਚ ਫਸਿਆ, ਨਾਂ ਦੱਸੋ, ਬਾਪ ਦਾ ਨਾਮ ਦੱਸੋ, ਕਿਹੜੇ ਸ਼ਹਿਰ ਦੇ ਵਿੱਚ ਰਹਿੰਦਾ ਉਹ ਦੱਸੋ। ਅਜੇ ਇੰਨੀ ਚੰਗੀ ਗੱਲ ਹੈ ਕਿ ਉੱਥੇ ਇੰਟਰਨੈਟ ਚੱਲਦਾ ਹੈ, ਅਜੇ ਇੰਨੀ ਚੰਗੀ ਗੱਲ ਹੈ ਕਿ ਉੱਥੇ ਬਿਜਲੀ ਸਾਰੇ ਦੇਸ਼ ਦੇ ਵਿੱਚ ਅਜੇ ਗਈ ਨਹੀਂ, ਕੁਝ ਹਿੱਸਿਆਂ 'ਚ ਹੀ ਗਈ ਹੈ। ਉਹਦੇ ਕਰਕੇ ਬਹੁਤੇ ਬੰਦਿਆਂ ਦੀਆਂ ਲਿਸਟਾਂ ਬਣ ਗਈਆਂ। ਹੁਣ ਸੰਧਾਲੀਆ ਸਾਹਿਬ, ਜਦੋਂ ਤੱਕ ਤਾਂ ਉੱਥੋਂ ਦੇ ਏਅਰਪੋਰਟ ਚੱਲਦੇ ਸੀ, ਭਾਰਤ ਸਰਕਾਰ ਦੀ ਕੋਸ਼ਿਸ਼ ਸੀ ਜਹਾਜ਼ ਭੇਜੀਏ ਤੇ ਲੋਕਾਂ ਨੂੰ ਲੈ ਆਈਏ, ਦੇਰੀ ਹੋ ਗਈ। ਹੁਣ ਉਹ ਕਹਿੰਦੇ ਆ ਕਿ ਤੁਸੀਂ ਜਿੱਥੇ ਵੀ ਫਸੇ ਬੈਠੇ ਹੋ, ਤੁਸੀਂ ਗੁਆਂਢ ਦੇ ਵਿੱਚ ਪੋਲੈਂਡ ਹੈ, ਹੰਗਰੀ ਦੇਸ਼ ਹੈ, ਰੋਮਾਨੀਆ ਹੈ, ਉਹ ਸਾਰੇ ਦੇਸ਼ ਯੂਰਪ ਵਾਲੇ ਪਾਸੇ ਨੇ, ਜਾਣੀ ਇੱਕ ਪਾਸੇ ਰੂਸ ਹੈ, ਦੂਸਰੇ ਪਾਸੇ ਯੂਰਪ ਹੈ, ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇਸ਼ਾਂ ਦੇ ਬਾਰਡਰ ਤੱਕ ਪਹੁੰਚ ਜਾਓ ਤੇ ਜਿਹੜੀ ਗੱਡੀ ਤੁਸੀਂ ਆ ਰਹੇ ਹੋ ਉੱਤੇ ਭਾਰਤ ਦਾ ਝੰਡਾ ਪ੍ਰਿੰਟ ਕਰਕੇ ਲਾ ਲਓ। ਤੁਹਾਨੂੰ ਨਾ ਤਾਂ ਯੂਕਰੇਨ ਵਾਲੇ ਕੁਝ ਕਹਿਣਗੇ, ਨਾ ਰੂਸ ਵਾਲੇ ਕੁਝ ਕਹਿਣਗੇ, ਤੁਸੀਂ ਸੁਰੱਖਿਅਤ ਅੱਪੜ ਜਾਓਗੇ। ਹੁਣ ਇੱਕ ਯੂਨੀਵਰਸਿਟੀ ਦੇ ਹੋਸਟਲ ਦੇ ਥੱਲੇ ਸੁਰੰਗਾਂ ਨਿਕਲੀਆਂ, ਉਹਦੇ ਵਿੱਚ ਹਜ਼ਾਰ ਬੱਚਾ ਬੈਠਾ। ਸਭ ਤੋਂ ਬੁਰੀ ਹਾਲਤ ਉਹਨਾਂ ਬੱਚਿਆਂ ਦੀ ਹੈ ਜਿਹੜੇ ਅਜੇ ਹਫ਼ਤਾ 10 ਦਿਨ ਪਹਿਲਾਂ ਗਏ, ਜਿਨ੍ਹਾਂ ਨੇ ਅਜੇ ਪੜ੍ਹਾਈ ਉੱਥੇ ਸ਼ੁਰੂ ਕਰਨੀ ਸੀ। ਹੁਣ ਮੰਨ ਲਓ ਪੰਜਾਬ ਦਾ ਇੱਕ ਪਿੰਡ ਹੈ, ਉੱਥੋਂ ਇੱਕ ਬੱਚੀ ਮਾਂ-ਬਾਪ ਨੇ ਭੇਜੀ ਆ ਕਿ ਪੁੱਤ ਤੂੰ ਯੂਕਰੇਨ ਪੜ੍ਹਨ ਜਾਣਾ, ਮੈਡੀਕਲ ਦੀ ਪੜ੍ਹਾਈ ਕਰਨੀ ਹੈ। ਉਹਨੂੰ ਅਜੇ ਹਫ਼ਤਾ ਹੋਇਆ, ਉਸ ਦੇਸ਼ ਦੀ ਭਾਸ਼ਾ ਆਉਂਦੀ ਨਹੀਂ, ਇਹ ਪਤਾ ਨਹੀਂ ਬਾਜ਼ਾਰ ਕਿੱਧਰਲੇ ਪਾਸੇ ਹੈ, ਇਹ ਪਤਾ ਨਹੀਂ ਕਿ ਉਸ ਦੇਸ਼ ਦੇ ਵਿੱਚ ਕੰਮ ਕਿੱਦਾਂ ਚੱਲਦਾ, ਇਹ ਪਤਾ ਨਹੀਂ ਕਿ ਸੜਕ ਕਿੱਧਰਲੇ ਪਾਸੇ ਹੈ। ਹਫ਼ਤੇ ਬਾਅਦ ਹੀ ਬੰਬ ਡਿੱਗਣ ਲੱਗ ਪਿਆ, ਉਹ ਬੱਚੀ ਤਾਂ ਰਹੂਗੀ ਨਾ। ਸੁਰੰਗਾਂ ਕੱਚੀਆਂ ਨੇ, ਥੱਲੇ ਬੜੇ ਆ, 2-2 ਬੰਦਿਆਂ ਦੇ ਵੜਨ ਦੀ ਮਸੀਂ ਥਾਂ ਆ, ਹਜ਼ਾਰ ਬੱਚਾ ਉੱਥੇ ਬੈਠਾ ਹੈ। ਵਾਸ਼ਰੂਮ ਚਾਹੀਦਾ, ਨਹਾਉਣਾ ਧੋਣਾ ਹੈ, ਖਾਣ ਪੀਣ ਦੀਆਂ ਵਸਤਾਂ ਮਿਲਣ ਦੇ ਵਿੱਚ ਕੁਝ ਹੱਦ ਤੱਕ ਤੰਗੀ ਆ ਰਹੀ ਹੈ। ਹੁਣ ਉਹ ਕਹਿੰਦੇ ਜੀ 500 ਕਿਲੋਮੀਟਰ ਦੂਰ ਬਾਰਡਰ ਹੈ ਪੋਲੈਂਡ ਦਾ, ਹੰਗਰੀ ਦਾ, ਰੋਮਾਨੀਆ ਦਾ। ਬਹੁਤ ਚੰਗਾ ਕੀਤਾ ਭਾਰਤ ਸਰਕਾਰ ਨੇ ਕਿ ਉਹ ਕਹਿੰਦੇ ਜੀ ਆਹ ਥਾਂ ਹੈਗੀ, ਇੱਥੇ ਅੱਪੜ ਜਾਓ। ਪਰ ਉਹ ਕਹਿੰਦੇ ਅੱਪੜੀਏ ਕਿੱਦਾਂ? ਨਾ ਬੱਸ ਮਿਲਦੀ ਹੈ, ਨਾ ਰੇਲ ਗੱਡੀ ਚੱਲਦੀ ਹੈ। ਜੇ ਟੈਕਸੀ ਵਾਲੇ ਨੂੰ ਕਿਸੇ ਨੂੰ $200 ਵੀ ਆਫਰ ਕਰਦੇ ਆ ਕਿ ਭਾਈ ਸਾਨੂੰ ਉੱਥੇ ਤੱਕ ਪਹੁੰਚਾ ਦੇ, ਉਹ ਕਹਿੰਦੇ ਜੀ ਔਖਾ। ਸੜਕਾਂ ਦੇ ਉੱਤੇ ਬੰਬ ਡਿੱਗਣ ਕਰਕੇ ਟੋਏ ਪੈ ਗਏ ਆ। ਸੋ ਜਿਹੜੇ ਬੱਚੇ ਤਾਂ ਉਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਪੜ੍ਹਦੇ ਆ ਜਿਹੜੇ ਰੂਸ ਦੇ ਪਾਸੇ ਨਹੀਂ, ਦੂਸਰੇ ਪਾਸੇ ਪੋਲੈਂਡ, ਹੰਗਰੀ ਤੇ ਰੋਮਾਨੀਆ ਦੇ ਬਾਰਡਰ ਦੇ ਕੋਲ ਹੈ, ਉਹਨਾਂ ਨੇ ਤਾਂ ਟੈਕਸੀ ਫੜੀ, ਬੱਸ ਫੜੀ ਤੇ ਚਲੇ ਗਏ। ਉਹ ਭਾਰਤੀ ਅੰਬੈਸੀ ਵਾਲਿਆਂ ਦੇ ਸੰਪਰਕ 'ਚ ਆ ਗਏ, ਉਹਨਾਂ ਨੂੰ ਹੁਣ ਹਵਾਈ ਜਹਾਜ਼ ਵੀ ਮਿਲ ਜਾਊਗਾ। ਪਰ ਦੂਸਰੇ ਪਾਸੇ ਜਿਹੜੇ ਬੱਚੇ ਰੂਸ ਵਾਲੇ ਬਾਰਡਰ ਦੇ ਨੇੜੇ ਪੜ੍ਹਦੇ ਸੀ, ਜਾਂ ਕੀਵ ਜਿਹੜੀ ਕਿ ਰਾਜਧਾਨੀ ਹੈ, ਉਹਨਾਂ ਇਲਾਕਿਆਂ ਦੇ ਵਿੱਚ ਪੜ੍ਹਦੇ ਆ, ਉਹਨਾਂ ਦੇ ਲਈ 500-600-700 ਕਿਲੋਮੀਟਰ ਸਫ਼ਰ ਕਰਕੇ ਬਾਰਡਰ ਤੱਕ ਅੱਪੜਨਾ ਵੀ ਔਖਾ ਹੋਇਆ ਪਿਆ। ਸੋ ਉਹ ਹੁਣ ਬੇਨਤੀ ਕਰ ਰਹੇ ਆ ਕਿ ਭਾਈ ਇਹ ਨਾ ਦੇਖੋ ਕਿ ਅਸੀਂ ਬਾਰਡਰ ਦੇ ਕੋਲੇ ਪਹੁੰਚ ਜਾਈਏ ਤਾਂ ਸਾਨੂੰ ਉੱਥੋਂ ਲੈ ਜਾਣਾ ਹੈ, ਇੱਥੋਂ ਬਾਰਡਰ ਤੱਕ ਅੱਪੜਨਾ ਕਿੱਦਾਂ, ਸਾਡਾ ਉਹ ਵੀ ਮਾੜਾ ਮੋਟਾ ਪ੍ਰਬੰਧ ਕਰੋ। ਜੀ ਮਾੜਾ ਮੋਟਾ ਨਹੀਂ, ਇਹ ਤਕੜਾ ਪ੍ਰਬੰਧ ਕਰਨਾ ਪੈਣਾ ਨਾ। ਤੁਸੀਂ ਦੇਖੋ, ਆਪਾਂ ਇਸ ਤੋਂ ਪਹਿਲੇ ਆ, ਅੱਜ ਦੀ ਗੱਲ ਤਾਂ ਆਪਾਂ ਹੁਣ ਕਰ ਰਹੇ, ਇਸ ਤੋਂ 3-4 ਦਿਨ ਪਹਿਲਾਂ ਤੋਂ ਜੋ ਰਿਪੋਰਟਾਂ ਆਉਂਦੀਆਂ ਸੀ, ਉਦੋਂ ਹੀ ਕਹਿਣ ਲੱਗ ਪਏ ਸੀ ਵੀ ਮਹਾਰਾਜ ਉੱਥੇ ਨਾ ਤਾਂ ਕੋਈ ਕੈਸ਼ ਵਾਲਾ ਲੱਭਦਾ, ਨਾ ਕਿਸੇ ATM 'ਚ ਕੈਸ਼ ਆ, ਨਾ ਕਿਸੇ ਦੁਕਾਨ ਤੇ ਕੋਈ ਖਾਣ ਪੀਣ ਵਾਲਾ ਕੁਝ ਲੱਭਦਾ। ਜੇ ਕਿਤੇ ਕੁਛ ਹੈਗਾ ਤੇ ਉਹਨੇ ਰੇਟ ਉਹ ਰੱਖਿਆ ਜਿਹੜਾ ਤੁਸੀਂ ਅਫੋਰਡ ਨਹੀਂ ਕਰ ਸਕਦੇ। ਹੁਣ ਜੇ ਆਪਾਂ ਸਟੂਡੈਂਟਸ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤੇ ਉਹਨਾਂ ਕੋਲੇ ਕਿੰਨਾ ਕੁ ਖਰਚ ਹੋਊਗਾ, ਆਪਾਂ ਆਪ ਅੰਦਾਜ਼ਾ ਲਾ ਸਕਦੇ ਹਾਂ। ਹੁਣ ਉਹ ਜਿਹੜੇ ਪੈਸੇ ਨੇ ਮਾੜੇ ਮੋਟ, ਉਹਨਾਂ ਨੂੰ ਪਤਾ ਸੀ ਵੀ ਯਾਰ ਇੰਨੇ ਕੁ ਖਾ ਲਓ, ਇੰਨੇ ਕੁ ਜੋੜ ਲਓ, ਇੱਥੇ ਰਹਿ ਲਓ। ਹੁਣ ਉਹਨਾਂ ਦੇ ਰਹਿਣ ਸਹਿਣ ਵਾਲਾ ਜਿਹੜਾ ਥਾਂ ਟਿਕਾਣਾ ਹੋਊਗਾ, ਹੋ ਸਕਦਾ ਕਿਸੇ ਦਾ ਕੋਈ ਕਾਗਜ਼ ਪੱਤਰ ਕਿਤੇ ਪਿਆ, ਪਰ ਉਹਨਾਂ ਨੂੰ ਹੁਕਮ ਇਹ ਹੋਗਾ ਵੀ ਹੋਸਟਲ ਹੈ, ਹੋਸਟਲ ਦੇ ਥੱਲੇ ਬੈਂਕਰ ਹੈ, ਬੈਂਕਰ 'ਚ ਸੁਰੰਗ ਹੈ, ਜਾਂ ਇੱਕ ਮੈਟਰੋ ਸਟੇਸ਼ਨ ਹੈ, ਮੈਟਰੋ ਸਟੇਸ਼ਨ ਥੱਲੇ ਪੁੱਟਿਆ, ਤੁਸੀਂ ਇੱਥੇ ਟਿਕ ਜਾਓ। ਹੁਣ ਨਾ ਕੋਈ ਕਾਗਜ਼, ਨਾ ਪੱਤਰ, ਨਾ ਕੋਈ ਦੂਜਾ, ਨਾ ਤੀਜਾ, ਨਾ ਕੋਈ ਕਾਰਡ। ਤੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਜੇਬ 'ਚ ਪੈਸਾ ਕੋਈ ਨਹੀਂ, ਤੇ ਮੰਨ ਲਓ ਹੋ ਸਕਦਾ ਕੋਈ ਕਿਸੇ ਵੇਲੇ ਕੋਈ ਬੰਦਾ ਆਖੇ ਜੀ ਹਾਂ ਯਾਰ ਇਹੋ 4 ਦਿਨ ਪੈਸੇ ਕਮਾਉਣ ਦੇ ਮੈਂ ਲਾਲਚ ਬਸ ਕਰ ਲੈਂਦਾ, ਜਾਂ ਲਓ ਬੱਸ 'ਤੇ ਲੈ ਚੱਲਦੇ। ਜਿਹੜਾ ਰੇਟ ਉਹਨੇ ਕਹਿਣਾ ਉਹ ਤਾਂ ਥੋੜ੍ਹਾ ਕਿਸੇ ਕੋਲੋਂ ਅਫੋਰਡ ਕੀਤਾ ਜਾਣਾ। ਨਾਲੇ ਦੂਜੀ ਗੱਲ ਇਹ ਆ ਵੀ ਸੀਟਾਂ ਉਹ 'ਚ 5 ਨੇ, 7 ਨੇ, 10 ਨੇ, 15 ਨੇ, 20 ਨੇ, ਤੇ ਚੜ੍ਹਨ ਵਾਲੇ 1000 ਹੋ ਸਕਦੇ ਆ। ਹੁਣ ਇਹੋ ਜਿਹੇ ਹਾਲਾਤਾਂ 'ਚ ਠੀਕ ਆ ਸਰਕਾਰ ਆਪਣੇ ਤੌਰ 'ਤੇ ਕਰ ਰਹੀ, ਪਰ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਇਹ ਜ਼ਿਆਦਾ ਜ਼ਰੂਰੀ ਆ। ਹੁਣ ਰਸ਼ੀਆ ਕਿਹੜਾ ਜਾਣਦਾ ਨਹੀਂ ਭਾਰਤ ਨੂੰ, ਜਾਂ ਯੂਕਰੇਨ ਵਾਲੇ ਕਿਹੜਾ ਜਾਣਦੇ ਨਹੀਂ। ਜਦੋਂ ਵੀ ਜਵਾਕ ਉੱਥੇ ਜਾਂਦੇ ਆ, ਸਰਕਾਰਾਂ ਨੂੰ ਵੀ ਪਤਾ, ਪਲੱਸ ਉੱਥੇ ਘੱਟ ਵਾਪਰ ਕੀ ਰਿਹਾ ਇਹ ਵੀ ਪਤਾ। ਮੇਰੇ ਖਿਆਲ ਨਾਲ ਉੱਥੇ ਨਿਆਣਿਆਂ ਨੂੰ ਇਹ ਅਪੀਲ ਕਰਨ ਨਾਲੋਂ ਜ਼ਿਆਦਾ ਵਧੀਆ ਹੋਵੇ ਵੀ ਉਹਨਾਂ ਨੂੰ ਕਿਹਾ ਜਾਵੇ ਕਿ ਵੀ ਆਹ ਥਾਵਾਂ ਨੇ, ਇੱਥੇ ਸਾਡੇ ਨਾਗਰਿਕ ਆ ਭਾਈ, ਇਹਨਾਂ ਦੀ ਜਿਹੜਾ ਖਿਆਲ ਰੱਖਣਾ ਉਹ ਤੁਹਾਡਾ ਕੰਮ ਆ। ਜੇ ਤੁਸੀਂ ਇਹਨਾਂ ਨੂੰ ਕਿਤੇ ਨਾ ਕਿਤੇ ਕੁਛ ਕਰ ਸਕਦੇ ਹੋ, ਕੋਈ ਵੀ ਹੈਲਪ ਕਰ ਸਕਦੇ ਹੋ ਉੱਥੇ, ਤੇ ਉਹ ਜ਼ਿਆਦਾ ਵਧੀਆ, ਬਜਾਏ ਦੇ ਕਿ ਵੀ ਅਗਲੇ ਨੂੰ ਫੋਨ ਨੰਬਰ ਦੇਣਾ, ਤੂੰ ਫੋਨ ਕਰ ਲਈ, ਫੋਨ ਕਿੰਨੇ ਕੋਈ ਹੋਏ ਹੋਣਗੇ। ਸੰਧਾਲੀਆ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਆਈਡੀਅਲ ਸਥਿਤੀ ਤਾਂ ਇਹੀ, ਆਦਰਸ਼ ਸਥਿਤੀ ਤਾਂ ਇਹੀ ਹੈ ਕਿ ਇੱਦਾਂ ਹੋਣਾ ਚਾਹੀਦਾ। ਪਰ ਹੁਣ ਸਮੱਸਿਆ ਇਹ ਆ ਕਿ ਜਿਹੜੇ ਬੱਚੇ ਦੂਰ ਦਰਾਜੇ ਇਲਾਕਿਆਂ 'ਚ ਪੜ੍ਹਦੇ ਸੀ, ਉਹ ਆ ਰਹੇ ਆ, ਕੋਈ ਰਾਜ ਫਸਿਆ, ਕੋਈ ਕਿਤੇ ਫਸਿਆ। ਹੁਣ ਜੇ ਤਾਂ ਉਹ ਵਿਦਿਅਕ ਅਦਾਰੇ 'ਚ ਹੀ, ਹੁਣ ਤਾਂ ਗੱਲ ਵੱਖਰੀ ਹੈ। ਭਾਰਤ ਸਰਕਾਰ ਨੇ ਆਖਿਆ ਵੀ ਆ ਕਿ ਭਾਈ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਇਹ ਵੀ ਕਿਹਾ ਕਿ ਆਲੇ ਦੁਆਲੇ
ਤੁਹਾਡੀ ਸੁਰੱਖਿਆ ਥੋੜੀ ਹੋਏਗੀ। ਠੀਕ ਹੈ, ਸਰਕਾਰਾਂ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੀਆਂ, ਪਰ ਹੁਣ ਤੋਂ ਜਦੋਂ ਆਪਣਾ ਪ੍ਰਾਈਮ ਫੋਕਸ ਮੁੱਕ ਜਾਣਾ ਉਹਦੇ ਤੋਂ 2-4 ਮਿੰਟ ਬਾਅਦ ਹੀ ਆਪਾਂ ਪ੍ਰਾਈਮ ਏਸ਼ੀਆ ਟੀਵੀ ਦੇ ਫੇਸਬੁੱਕ ਤੇ YouTube ਦੇ ਉੱਤੇ ਜਿਹੜਾ ਇੱਕ ਆਪਣਾ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਫਸਿਆ ਉਹਦੇ ਨਾਲ ਪ੍ਰੋਗਰਾਮ ਆਪਾਂ ਕੀਤਾ, ਵੀਡੀਓ ਗੱਲਬਾਤ ਕੀਤੀ, ਤਾਂ ਜੋ ਉਹ ਕੱਲੀ ਗੱਲ ਦੱਸ ਸਕੇ ਕਿ ਉੱਥੇ ਹਾਲਾਤ ਕੀ ਨੇ, ਕਿਹੜੀ ਚੀਜ਼ ਮਿਲਦੀ ਹੈ, ਕਿਹੜੀ ਨਹੀਂ ਮਿਲਦੀ, ਭਾਰਤ ਸਰਕਾਰ ਨੂੰ ਡਿਮਾਂਡ ਕੀ ਹੈ। ਅਸਲ ਸਥਿਤੀ ਪ੍ਰਾਈਮ ਫੋਕਸ ਮੁੱਕਣ ਤੋਂ ਬਾਅਦ ਉਸ ਪ੍ਰੋਗਰਾਮ ਦੇ ਵਿੱਚੋਂ ਪਤਾ ਲੱਗ ਜੂ। ਹੁਣ ਇੱਕ ਚੀਜ਼ ਜਿਹੜੀ ਉੱਥੇ ਬੜੀ ਇੰਪੋਰਟੈਂਟ ਹੈ, ਉਹ ਮਹੱਤਵਪੂਰਨ ਚੀਜ਼ ਇਹ ਹੈ ਕਿ ਸੁਰੱਖਿਆ ਦੇ ਨਾਲ ਹੁਣ ਜਿਹੜੇ ਬੱਚੇ ਉਧਰਲੇ ਪਾਸੇ ਜਾਣਗੇ, ਮੰਨ ਲਓ ਕਿ ਉਹਨਾਂ ਨੇ ਬਾਰਡਰ ਵਾਲੇ ਪਾਸੇ ਜਾਣਾ ਹੈ, ਹੁਣ ਸੰਧਾਲੀਆ ਸਾਹਿਬ ਜਦੋਂ ਬਾਹਰ ਨਿਕਲਣਾ, ਮੰਨ ਲਓ ਗੱਡੀਆਂ ਦਾ ਕਾਫਲਾ ਚੱਲਦਾ, ਮੰਨ ਲਓ ਤੁਰ ਵੀ ਪਿਆ ਹੈ, ਹੁਣ ਰਾਹ ਦੇ ਵਿੱਚ ਜੇ ਬੰਬ ਡਿੱਗਣ ਦੇ ਨਾਲ ਸੜਕ ਪੁੱਟੀ ਗਈ ਹੈ ਫਿਰ ਕਿੱਦਾਂ ਪਹੁੰਚਣਾ ਹੈ। ਦੂਸਰੀ ਗੱਲ ਇਹ ਹੈ ਕਿ ਕੋਈ ਕਿਸੇ ਦਾ ਵਸਾ ਨਹੀਂ ਖਾ ਰਿਹਾ ਕਿ ਭਾਈ ਇੱਥੋਂ ਨਿਕਲ ਜਾਈਏ, ਹੁਣ ਇੱਥੇ ਹੀ ਸੁਰੱਖਿਅਤ ਆ ਜਾਂ ਦੂਸਰੇ ਪਾਸੇ ਸੁਰੱਖਿਅਤ ਆ, ਇਹ ਨਹੀਂ ਪਤਾ ਲੱਗਦਾ। ਫਿਰ ਇਹ ਨਹੀਂ ਪਤਾ ਲੱਗਦਾ ਉੱਥੇ ਕੈਂਪਾਂ ਦੇ ਵਿੱਚ ਕਿੰਨੀ ਦੇਰ ਰਹਿਣਾ ਪਊਗਾ। ਸੋ ਸੁਰੱਖਿਆ ਦਾ ਵਾਤਾਵਰਣ ਹੈ, ਪਰ ਦੂਸਰੇ ਪਾਸੇ ਸਵਾਲ ਇਹ ਹੈ ਕਿ ਲੜਾਈ ਕਿੰਨੀ ਦੇਰ ਚੱਲੂ। ਹੁਣ ਰੂਸ ਦੇ ਰਾਸ਼ਟਰਪਤੀ ਨੂੰ ਕਈ ਦੇਸ਼ਾਂ ਨੇ ਕਿਹਾ ਜੀ ਬੰਦ ਕਰ ਦਿਓ, ਉਹ ਕਹਿੰਦੇ ਹਟ ਜਾਂਦੇ ਆ, ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਯੂਕਰੇਨ ਦੇ ਨਾਲ, ਪਰ ਉਹਦੇ ਲਈ 1-2 ਸ਼ਰਤਾਂ ਨੇ। ਇੱਕ ਤਾਂ ਯੂਕਰੇਨ ਦੀ ਫੌਜ ਹਥਿਆਰ ਸਿੱਟ ਦੇਵੇ, ਦੂਸਰਾ ਯੂਕਰੇਨ ਦੀ ਫੌਜ ਉਹ ਆਪਣੇ ਰਾਸ਼ਟਰਪਤੀ ਦਾ ਤਖਤਾ ਹੀ ਪਲਟ ਦੇਵੇ, ਸੱਤਾ ਹੀ ਆਪਣੇ ਹੱਥ ਦੇ ਵਿੱਚ ਲੈ ਲਵੇ। ਤੇ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਭਾਈ ਦੇਖੋ ਗੱਲ ਇਹ ਆ ਕਿ ਅਸੀਂ ਤੁਹਾਡੇ ਦੇਸ਼ ਤੇ ਕਬਜ਼ਾ ਨਹੀਂ ਜੇ ਕਰਨਾ, ਅਸੀਂ ਤਾਂ ਸਹੀ ਲੋਕਾਂ ਦੇ ਹੱਥ ਦੇ ਵਿੱਚ ਤੁਹਾਡੀ ਸਰਕਾਰ ਫੜਾਉਣੀ ਹੈ। ਹੁਣ ਜੇ ਇੰਨਾ ਨੁਕਸਾਨ ਕਰਾ ਕੇ ਇੰਨੇ ਬੰਦੇ ਮਾਰ ਕੇ, ਹਾਲਾਂਕਿ ਉਹ ਜਿਹੜੇ ਵਿਦਿਆਰਥੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਸਿਵਲੀਅਨ ਦਾ ਬਹੁਤਾ ਨੁਕਸਾਨ ਨਹੀਂ ਕੀਤਾ ਜਾ ਰਿਹਾ, ਨਹੀਂ ਤਾਂ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਰਹਿਸ਼ੀ ਇਲਾਕੇ ਹੁੰਦੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿ ਭਾਈ ਇੱਕ ਵਾਰੀ ਤਬਾਹ ਕਰ ਦੇਣਾ। ਉਹ ਕਹਿੰਦੇ ਤਬਾਹੀ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੜਾਈ ਕਿਸੇ ਹੋਰ ਤਰੀਕੇ ਦੀ ਹੈ। ਤੇ ਬਹੁਤਾ ਕਰਕੇ ਹੁਣ ਜਦੋਂ ਰਾਜਧਾਨੀ ਕੀਵ ਤੋਂ ਤੁਰਦੇ ਆ ਬੱਚੇ, ਉਹ ਕਹਿੰਦੇ ਸਾਰੀ ਦੁਨੀਆ ਉਧਰਲੇ ਪਾਸੇ ਨੂੰ ਤੁਰ ਪਈ, ਯੂਰਪ ਦੇ ਬਾਰਡਰ ਵਾਲੇ ਪਾਸੇ ਨੂੰ ਸਾਰੇ, ਕਿਉਂਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਉਹਨਾਂ ਦੇ ਕਿਹੜਾ ਗੋਲਾ ਅਸਰ ਨਹੀਂ ਕਰਦਾ। ਬਿਲਕੁਲ ਸਹੀ। ਹੁਣ ਉਹ ਕਹਿੰਦੇ ਜੀ 1 ਘੰਟੇ 'ਚ ਮਸਾਂ 1 ਕਿਲੋਮੀਟਰ ਗੱਡੀ ਤੁਰਦੀ ਆ ਤੇ 500-600 ਕਿਲੋਮੀਟਰ ਦਾ ਸਫ਼ਰ ਆ, ਤੇ ਰਾਹ 'ਚ ਤੇਲ ਮਿਲਦਾ ਕਿ ਨਹੀਂ ਮਿਲਦਾ ਪਤਾ ਨਹੀਂ। ਇਹ ਹਾਲਾਤ ਵਾਕਈ ਬੜੇ ਅਜੀਬੋ-ਗਰੀਬ ਨੇ। ਤੇ ਜੇ ਆਪਾਂ ਇਹ ਆਸ ਕਰੀਏ ਵੀ ਸਾਰਿਆਂ ਨੇ ਉੱਥੇ ਬਾਰਡਰ ਤੇ ਪਹੁੰਚ ਜਾਣਾ ਤੇ ਉੱਥੋਂ ਹਵਾਈ ਜਹਾਜ਼ ਰਾਹੀਂ ਚੁੱਕਿਆ ਜਾਣਾ, ਇਹ ਫਿਲਹਾਲ ਗੱਲ ਔਖੀ ਲੱਗਦੀ। ਕੱਲ੍ਹ ਨੂੰ ਕੁਝ ਚੇਂਜ ਹੋ ਜਾਵੇ ਤੇ ਕੁਝ ਕਹਿ ਨਹੀਂ ਸਕਦੇ। ਦੂਜੀ ਗੱਲ, ਇੱਕ ਉਹ ਸ਼ਰਤ ਦੇ ਵਿੱਚ ਇੱਕ ਉਹਨੇ ਇਹ ਵੀ ਰੱਖਿਆ ਨੇ ਵੀ ਜਿਹੜਾ ਪਹਿਲਾਂ ਉਹ ਕ੍ਰੀਮੀਆ ਵਾਲਾ ਹਿੱਸਾ ਸੀਗਾ ਜਿਹਦਾ ਆਲਰੇਡੀ ਰੀੜਕਾ ਪਾ ਕੇ ਬੈਠਾ, ਉਹ ਵੀ ਉਹਨੇ ਸ਼ਰਤ ਹੁਣ ਫਿੱਟ ਕਰਤੀ ਵੀ ਇਹਨੂੰ ਤੇ ਤੁਸੀਂ ਮੰਨ ਹੀ ਲਓ ਵੀ ਇਹ ਰੂਸ ਦਾ ਹਿੱਸਾ। ਹੁਣ ਉਹਨਾਂ ਇਹ ਪਿਛਲੇ ਦਿਨਾਂ ਦੇ ਆਪਾਂ ਜੇ ਬਿਆਨਾਂ ਦੇ ਜਾਈਏ ਤਾਂ ਉਹਦੇ ਤੋਂ ਕਲੀਅਰ ਕੱਟ ਲੱਗਦਾ ਵੀ ਕਿਉਂਕਿ ਲੜਾਈ ਜਾਂ ਇਹ ਟਸਲ ਹੁਣ ਤੇ ਹੈ ਨਹੀਂ, ਕਈਆਂ ਸਾਲਾਂ ਤੋਂ ਹੌਲੀ ਹੌਲੀ ਧੁਖਦੀ ਇੱਥੇ ਅਪੜੀ। ਹੋ ਸਕਦਾ ਕਿ ਕਿਤੇ ਨਾ ਕਿਤੇ ਰੂਸ ਨੂੰ ਜਾਂ ਵਲਾਦੀਮੀਰ ਪੁਤਿਨ ਸਾਹਿਬ ਨੂੰ ਇਹ ਲੱਗਿਆ ਹੋਵੇ ਵੀ ਆਹ ਉਹ ਸਮਾਂ ਵੀ ਜੇ ਹੁਣ ਮੈਂ ਇਸ ਲੈਵਲ 'ਤੇ ਕਾਰਵਾਈ ਕਰ ਲਈ ਹੈ ਤੇ ਹੁਣ ਮੈਂ ਸ਼ਰਤਾਂ ਉਹ ਸਾਰੀਆਂ ਮਨਾ ਲੈਣੀਆਂ ਵੀ ਅੱਜ ਤੋਂ ਹੋ ਸਕਦਾ 10 ਸਾਲ ਬਾਅਦ ਵੀ ਕੋਈ ਆਸੇ ਪਾਸੇ ਵਾਲਾ ਵੀ ਸਿਰ ਨਾ ਚੁੱਕੇ। ਪਰ ਹੁਣ ਜੇ ਇਸ ਲੈਵਲ ਦੀ ਗੱਲਬਾਤ ਕਰਨੀ ਆ ਤੇ ਉਹਦੇ ਲਈ ਤਰੀਕਾ ਇਹੋ ਜਿਹਾ ਅਪਣਾ ਲਿਆ ਜਾਵੇ ਜਿਹਦੇ 'ਚ ਹੁਣ ਨੁਕਸਾਨ ਤਾਂ ਹੋਇਆ ਹੀ ਹੈ। ਜੇ ਆਪਾਂ ਉਸ ਮੁਲਕ ਦੀ ਗੱਲ ਕਰੀਏ ਵੀ ਉਹ ਸਵੇਰੇ ਬਣ ਜਾਣਾ ਸਾਰਾ ਕੁਛ ਐਜ਼ ਇਟ ਇਜ਼, ਉਹ ਤਾਂ ਪੋਸੀਬਲ ਨਹੀਂ ਹੈਗਾ। ਇਹ ਜਿਹੜਾ ਤਰੀਕਾ ਜਿੱਦਾਂ ਅਪਣਾਇਆ ਗਿਆ ਉਹ ਔਖਾ ਲੱਗਦਾ। ਹਾਂ, ਇਹਦੇ 'ਚ ਹੋ ਸਕਦਾ ਕੋਈ ਕਿਸੇ ਨੂੰ ਆਖੇ ਵੀ ਰੂਸ ਦੀ ਗਲਤੀ ਹੈ, ਯੂਕਰੇਨ ਦੀ ਗਲਤੀ ਹੈ, ਜਾਂ ਬਾਹਰੋਂ ਇੱਧਰੋਂ ਉੱਧਰੋਂ ਜਿਹੜੇ ਚੁੱਕਣਾ ਦੇ ਨਾਲ ਸੀ ਉਹਨਾਂ ਦੀ ਗਲਤੀ। ਇਹ ਗੱਲ ਤੁਹਾਡੀ ਸੰਧਾਲੀਆ ਸਭ ਠੀਕ ਹੈ। ਹੁਣ ਗਲਤੀ ਜੇ ਕੱਢਣ ਲੱਗੀ ਹੈ ਤਾਂ ਬਹੁਤ ਦੂਰ ਤੱਕ ਗੱਲ ਜਾਣੀ ਹੈ, ਪਰ ਅਜੇ ਵੀ ਮੈਂ ਕਹਿੰਦਾ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਜੀ ਸਾਡੀ ਸਿਹਤ 'ਤੇ ਕੀ ਅਸਰ ਹੈ। ਤੇਲ ਦੀਆਂ ਕੀਮਤਾਂ ਦੇਖ ਲਓ, ਤੁਹਾਨੂੰ ਸਿਹਤ ਪਤਾ ਲੱਗ ਜੂ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉੱਥੋਂ ਤੁਹਾਨੂੰ ਪਤਾ ਲੱਗ ਜੂ। ਹੋ ਸਕਦਾ ਤੁਹਾਡਾ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਯੂਰਪ ਦੇ ਕਿਸੇ ਦੇਸ਼ ਦੇ ਵਿੱਚ ਕੰਮ ਕਰਦਾ ਹੈ, ਉਹਨੂੰ ਪੁੱਛ ਕੇ ਦੇਖਿਓ ਕਿ ਭਾਈ ਅਸਲ ਦੇ ਵਿੱਚ ਸਥਿਤੀ ਕੀ ਹੈ। ਜੇ ਉੱਥੇ ਮਹਿੰਗਾਈ ਵੱਧ ਗਈ, ਉਹਦੇ ਯੂਰੋ ਉੱਥੇ ਵੱਧ ਖਰਚ ਹੋਣ ਲੱਗ ਪਏ, ਜਿਹੜੇ ਤੁਹਾਨੂੰ ਪਿੱਛੇ ਪੰਜਾਬ 'ਚ ਆਉਂਦੇ ਆ ਉਹ ਫਿਰ ਘਟ ਜਾਣੇ ਆ, ਅਸਰ ਤਾਂ ਪੈਂਦਾ। ਦੂਸਰਾ, ਪੰਜਾਬ ਦੇ ਵਪਾਰੀਆਂ ਦਾ 500 ਕਰੋੜ ਰੁਪਈਆ ਫਸ ਗਿਆ। ਯੂਕਰੇਨ ਨੂੰ ਵੀ ਵਪਾਰ ਹੁੰਦਾ ਤੇ ਇਧਰਲੇ ਪਾਸੇ ਰੂਸ ਨੂੰ ਵੀ ਵਪਾਰ ਹੁੰਦਾ। ਮੈਂ ਇਕੱਲੇ ਪੰਜਾਬ ਦੀ ਗੱਲ ਕਰਦਾ, ਤਕਰੀਬਨ 13-14 ਕਰੋੜ ਰੁਪਈਏ ਦਾ ਮਹੀਨੇ ਦਾ ਸਮਾਨ ਭੇਜਦੇ ਆ ਪੰਜਾਬ ਵਾਲੇ ਯੂਰਪ ਨੂੰ, ਯੂਕਰੇਨ ਨੂੰ। 25-26 ਕਰੋੜ ਦਾ ਸਮਾਨ ਜਿਹੜਾ ਹਰ ਮਹੀਨੇ ਜਾ ਰਿਹਾ, ਉਹ ਜਾ ਰਿਹਾ ਰੂਸ ਨੂੰ। ਹੁਣ ਜਿੰਨੇ ਕੁ ਮਹੀਨੇ ਜੰਗ ਦੇ ਵਿੱਚ ਰਹਿਣਗੇ, ਕੁਝ ਨਾ ਕੁਝ ਤਾਂ ਫਿਰ ਹੋਊਗਾ ਹੀ ਨਾ ਕੰਮ। ਤੇ ਦੂਸਰੇ ਪਾਸੇ ਜਿਹੜੇ ਪਹਿਲੇ ਪੇਮੈਂਟ, ਕਿਉਂਕਿ ਇਹ ਤਾਂ ਥੋੜ੍ਹੀ ਹੁੰਦਾ ਵੀ ਪੈਸੇ ਦਿਓ ਜੀ ਸਮਾਨ ਫੇਰ ਭੇਜਾਂਗੇ, ਬੰਦਾ ਸਮਾਨ ਸਪਲਾਈ ਕਰਦਾ ਰਹਿੰਦਾ, ਪੈਸੇ ਫਿਰ ਆਉਂਦੇ। 500 ਕਰੋੜ ਰੁਪਈਆ ਪੰਜਾਬ ਦੇ ਵਪਾਰੀਆਂ ਦਾ ਫਸ ਗਿਆ, ਤੇ ਜਿਹੜੇ ਆਉਣ ਵਾਲੇ ਸਮੇਂ ਦੇ ਆਰਡਰ ਮਿਲੇ ਆ ਉਹ ਸਪਲਾਈ ਨਹੀਂ ਹੋਣੇ। ਇਸ ਕਰਕੇ ਕਿਤੇ ਨਾ ਕਿਤੇ ਨੁਕਸਾਨ ਤਾਂ ਸਾਰੀ ਦੁਨੀਆ 'ਚ ਹੀ ਹੈ। ਇੱਕ ਆਪਾਂ ਹੋਰ ਕਰੀਏ WhatsApp, ਉਹ ਇਹ ਆ ਕਿ ਵੀ ਜਿਹੜੇ ਉਹ ਜਵਾਕ ਨੇ ਹੁਣ ਜਿਨ੍ਹਾਂ ਦੀ ਤੇ ਪੜ੍ਹਾਈ ਪੂਰੀ ਹੋ ਗਈ,
ਟਿਕਾਣੇ ਜੇ ਲੱਗ ਗਏ ਸੀ ਉਹਨਾਂ ਦਾ, ਤਾਂ ਚਲੋ ਕਿਸੇ ਨਾ ਕਿਸੇ ਪਾਸੇ ਲੱਗ ਜੂ ਗੱਲ ਜੀ। ਜਿਨ੍ਹਾਂ ਦੀ ਸ਼ੁਰੂਆਤ ਅਜੇ ਹੋਈ ਹੈ ਉਹਨਾਂ ਦਾ ਅੰਦਾਜ਼ਾ ਲਾਓ, ਜਿਹੜੇ ਅਜੇ ਵਿੱਚ ਵਿਚਾਲੇ ਨੇ ਤੁਸੀਂ ਉਹਨਾਂ ਦਾ ਅੰਦਾਜ਼ਾ ਲਾਓ। ਤੇ ਸਭ ਤੋਂ ਵੱਡੀ ਗੱਲ ਇਹ ਕਿ ਬਹੁਤਾ ਕਰਕੇ ਕਿਹਾ ਇਹ ਜਾ ਰਿਹਾ ਕਿ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ, ਚਾਹੇ ਉਹ ਪੰਜਾਬ ਨੇ ਚਾਹੇ ਪੰਜਾਬੋਂ ਬਾਹਰਲੇ ਸਟੇਟਾਂ ਦੇ ਗਏ ਆ, ਹੁਣ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਜਵਾਕ ਉੱਥੇ ਕਿਉਂ ਜਾਂਦੇ ਆ? ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ ਵੀ ਕੀ ਇਹ ਤਾਂ ਆਪਾਂ ਨੂੰ ਬੜੀ ਉਦੋਂ ਖੁਸ਼ੀ ਹੁੰਦੀ ਹੈ ਵੀ ਹਾਂਜੀ ਦੁਨੀਆ ਭਰ 'ਚ ਭਾਰਤੀ ਡਾਕਟਰਾਂ ਦੀ ਬੜੀ ਡਿਮਾਂਡ ਹੈ ਜੀ, ਅਸੀਂ ਬੜੇ ਸਿਆਣੇ ਸਿਰ ਹਾਂ ਸਾਡੇ ਕੋਲੇ ਹੈ, ਪਰ ਉਹ ਸਿਆਣੇ ਸਿਰਾਂ ਨੂੰ ਪੜ੍ਹਾਉਣ ਦੇ ਲਈ ਭਾਰਤ ਦੇ ਵਿੱਚ ਜਿਸ ਹਿਸਾਬ ਨਾਲ ਮੂੰਹ ਅੱਡ ਕੇ ਫੀਸਾਂ ਲਈਆਂ ਜਾਂਦੀਆਂ, ਉਹੀ ਤਾਂ ਇੱਕ ਕਾਰਨ ਸੀ ਜਿਹਦਾ ਕਰਕੇ ਮਾਪਿਆਂ ਨੂੰ ਆਹ ਅੱਕ ਚੱਬਣਾ ਪਿਆ। ਸੰਧਾਲੀਆ ਸਾਹਿਬ, ਮੈਂ ਅੱਜ ਟੌਪਿਕ ਛੋਹਣਾ ਨਹੀਂ ਸੀ ਚਾਹੁੰਦਾ, ਤੁਸੀਂ ਹੁਣ ਘੜੀਸ ਲਿਆ ਉਧਰਲੇ ਪਾਸੇ ਨੂੰ। ਅੱਜ ਬਹੁਤ ਸਾਰੇ ਲੋਕ ਨੇ ਪੰਜਾਬ ਦੇ ਵਿੱਚ, ਮੈਂਬਰ ਪਾਰਲੀਮੈਂਟ, MLA ਸਾਹਿਬ, ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਭਲਕ ਨੂੰ ਜੇ ਕੋਈ ਜਾ ਜਾਂਦੀ ਹੋਗੀ, ਅਸੀਂ ਸੁੱਖ ਮੰਗਦੇ ਹਾਂ ਸਾਰਿਆਂ ਦੀ। ਕੀ ਸਾਡੀਆਂ ਧਾਰਮਿਕ ਸੰਸਥਾਵਾਂ ਭਾਵੇਂ ਸਿੱਖ ਭਾਈਚਾਰੇ ਦੀਆਂ, ਹਿੰਦੂ ਭਾਈਚਾਰੇ ਦੀਆਂ, ਮੁਸਲਮਾਨ ਭਾਈਚਾਰੇ ਦੀਆਂ, ਈਸਾਈ ਭਾਈਚਾਰੇ ਦੀਆਂ, ਕਿੰਨੇ ਕੁ ਬੱਚੇ ਨੇ ਕਿਤੇ ਪੰਜਾਬ ਦੀ ਆਪਾਂ ਗੱਲ ਕਰ ਲੈਣਾ, ਬਾਕੀਆਂ ਨੂੰ ਪਰੇ ਰੱਖਿਆ, 100 ਬੱਚਾ ਹੋਊਗਾ, 200 ਹੋਊਗਾ, 200 ਤੋਂ ਵੱਧ ਤਾਂ ਨਹੀਂ ਹੋਣਾ, 200-250 ਬੱਚਾ ਮਸੀਂ ਹੋਣਾ। ਤੁਸੀਂ ਉਹਨਾਂ ਦੇ ਲਈ ਮੈਡੀਕਲ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ ਕਰ ਸਕਦੇ ਇੱਥੇ, ਜਾਣੀ ਖੋਲ ਦਿਓ 2 ਕਾਲਜ ਬਈ, ਲੈ ਲਓ ਸਰਕਾਰ ਤੋਂ ਮਾਨਤਾ। ਸਰਕਾਰ ਮਾਨਤਾ ਦੇਣ ਤੋਂ ਨਾ ਥੋੜੀ ਕਰਦੀ ਹੈ, ਤੁਸੀਂ ਸ਼ਰਤਾਂ ਪੂਰੀਆਂ ਕਰੋ। ਤੁਹਾਡੇ ਕੋਲ ਚਾਹੀਦਾ ਕੀ ਹੈ? ਤੁਹਾਡੇ ਕੋਲ ਜ਼ਮੀਨ ਚਾਹੀਦੀ ਹੈ, ਤੁਹਾਡੇ ਕੋਲ ਬਿਲਡਿੰਗ ਚਾਹੀਦੀ ਹੈ, ਤੁਹਾਡੇ ਕੋਲ ਲੈਬੋਰਟਰੀ ਚਾਹੀਦੀ ਹੈ, ਤੁਹਾਡੇ ਕੋਲ ਸਟਾਫ ਚਾਹੀਦਾ ਹੈ, ਐਨ ਪੂਰਾ ਫੁੱਲ ਕੁਆਲੀਫਾਈਡ। ਤੁਸੀਂ ਜਾ ਕੇ ਸਾਰੇ ਕਾਗਜ਼ ਪੱਤਰ ਰੱਖੋ, ਕਿਸੇ ਨੇ ਮਾਨਤਾ ਦੇਣ ਤੋਂ ਨਾ ਥੋੜੀ ਕਰਨੀ ਹੈ, ਤਾਂ ਫੀਸਾਂ ਘੱਟ ਰੱਖੋ। ਹੁਣ ਬੱਚੇ ਜਾ ਕਿਹੜੇ ਰਹੇ ਨੇ ਜੀ? ਭਾਰਤ ਦੇ ਵਿੱਚ ਕਰੋੜਾਂ ਰੁਪਈਏ ਲੱਗਦੇ, ਉੱਥੇ ਅੱਧੇ ਰੁਪਈਆਂ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਹੋ ਜਾਂਦੀ ਹੈ। ਭਲਕ ਨੂੰ ਵੀ ਤਾਂ ਤੁਸੀਂ ਹੁਣ ਸ਼ੋਕ ਮਤੇ ਪਾਉਂਦੇ ਫਿਰਨਾ, ਤੁਸੀਂ ਸਰਕਾਰਾਂ ਨੂੰ ਮੰਗ ਪੱਤਰ ਦਿੰਦੇ ਫਿਰਨਾ ਕਿ ਭਾਈ ਸਾਡੇ ਬੱਚੇ ਬੁਲਾਓ। ਅੱਜ ਇਹ ਸਾਰੇ ਮੈਂਬਰ ਪਾਰਲੀਮੈਂਟ, MLA, ਸਾਡੀ SGPC ਵਾਲੇ ਵੀ, ਉਹ ਅੱਜ ਜਵਾਬ ਦੇਣ ਕਿ ਤੁਹਾਡੇ ਨੱਕ ਥੱਲੇ ਹੋਏ ਬੱਚੇ ਯੂਕਰੇਨ ਪੜ੍ਹਨ ਕਿਉਂ ਗਏ, ਵੀ ਉਹਨਾਂ ਨੂੰ ਉੱਥੇ ਕਿਉਂ ਜਾਣਾ ਪਿਆ? ਉੱਥੇ ਰਹਿਣਾ ਨਹੀਂ ਕਿਸੇ ਨੇ, ਸਾਰੇ ਬੱਚਿਆਂ ਨੇ ਵਾਪਸ ਆਉਣਾ। ਜਾਂ ਤੱਕ ਉਹਨਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਚਲੇ ਗਿਆ ਕਿ ਉੱਥੇ ਹਾਲਾਤ ਬੜੇ ਵਧੀਆ ਜੀ, ਇਹਨਾਂ ਨੇ ਉੱਥੇ ਟਿਕ ਜਾਣਾ। ਇਹ ਟਿਕਣ ਨਹੀਂ ਗਏ, ਇਸ ਕਰਕੇ ਪੜ੍ਹਨ ਗਏ ਆ ਕਿ ਇਹਨਾਂ ਦੇ ਕੋਲੋਂ, ਬਹੁਤਿਆਂ ਦੇ ਕੋਲੋਂ ਤੁਹਾਡੇ ਦੇਸ਼ ਦੇ ਵਿੱਚ ਫੀਸਾਂ ਦੇ ਹੀ ਨਹੀਂ ਹੁੰਦੀਆਂ। ਤੇ ਜੇ ਇਸ ਸਵਾਲ ਦੇ ਉੱਤੇ ਅੱਜ ਵੀ ਇਹਨਾਂ ਸਾਰਿਆਂ ਨੇ, ਚਾਹੇ ਉਹ ਸਿਆਸੀ ਨੇ ਚਾਹੇ ਧਾਰਮਿਕ ਬੰਦੇ ਆ, ਨਜ਼ਰ ਨਾ ਮਾਰੇ ਤਾਂ ਆਪਣੇ ਫਰਜ਼ਾਂ ਤੋਂ ਕੁਤਾਹੀ ਕਰਦੇ ਹੋਣਗੇ। ਇਹ ਬੜਾ ਜ਼ਰੂਰੀ ਆ। ਇਹ ਇਸ ਕਰਕੇ ਮੇਰੇ ਦਿਮਾਗ 'ਚ ਗੱਲ ਆਈ ਸੀ ਕਿਉਂਕਿ ਆਹ ਲੰਘੀਆਂ ਇਲੈਕਸ਼ਨਾਂ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਨੇ ਜਾਂ ਈਵਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਿਸ ਮੁੱਦੇ ਨੂੰ ਛੋਇਆ, ਸਿੱਖਿਆ ਜੀ, ਬਸ ਜੀ ਆਹ ਵੀ ਫਰੀ, ਉਹ ਵੀ ਫਰੀ, ਇਸ ਲੈਵਲ ਦੀ, ਉਸ ਲੈਵਲ ਦੀ, ਪਰ ਉਹ ਇੱਥੇ ਕਿ ਗੱਲਾਂ ਕਰੀ ਜਾਂਦੇ ਵੀ ਹਾਂ ਸਕੂਲ 'ਚ ਆਪਾਂ ਕਾਇਦਾ ਪੜ੍ਹਾ ਦਿਆਂਗੇ, ਉਹ ਕਹਿੰਦਾ ਅੰਗਰੇਜ਼ੀ ਵਾਲਾ ਪੜ੍ਹਾ ਦਿਆਂਗੇ, ਉਹ ਕਹਿੰਦਾ ਮੋਟਾ ਪੜ੍ਹਾ ਦਿਆਂਗੇ, ਸਾਡੇ ਵਾਲੀ ABC ਜਮਾਂ ਰੰਗੀਨ ਹੋਊਗੀ। ਪਰ ABC ਦੂਜਾ ਤੀਜਾ ਕਾਇਦਾ ਦਾ ਜਵਾਕ ਪੜ੍ਹ ਹੀ ਲੈਂਦਾ। ਗੱਲ ਤੇ ਆ ਵੀ ਜਿਹੜੀ ਕੋਈ ਪ੍ਰੋਫੈਸ਼ਨਲ ਐਜੂਕੇਸ਼ਨ ਆ, ਜਿਹਦਾ ਕਰਕੇ ਉਹਨੂੰ ਲੱਗੇ ਵੀ ਹਾਂ ਯਾਰ ਮੈਂ ਕਿਤੇ ਨਾ ਕਿਤੇ ਦੁਨੀਆ 'ਚ ਸੈੱਟ ਹੋ ਜਾਊਗਾ ਜਾਂ ਮੇਰੀ ਵੀ ਜ਼ਿੰਦਗੀ ਬਣ ਜੂਗੀ। ਜਦੋਂ ਬੰਦਾ ਹੁਣ ਦੇਖੋ ਨਾ, ਪਹਿਲਾਂ ਕਹਿੰਦਾ ਮੈਂ ਡਾਕਟਰ ਬਣਾਉਣਾ, ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵੀ ਕੋਈ ਮਾਤੜ ਗਈ ਮੈਂ ਨਾ ਠੀਕ ਠਾਕ ਹਾਲਾਤ ਵਾਲਾ ਘਰ ਵਾਲਾ ਜਿਹੜਾ ਬੰਦਾ ਉਹ ਵੀ ਸੋਚੇ ਵੀ ਜਵਾਕ ਤਾਂ ਮੇਰਾ ਲਾਇਕ ਆ, ਪਰ ਕਾਰਨ ਸਿਰਫ ਇਹ ਆ ਵੀ ਜਿਹੜੀ ਫੀਸ ਉਹ ਮੇਰੇ ਕੋਲੋਂ ਦਿੱਤੀ ਨਹੀਂ ਜਾਣੀ। ਅੱਛਾ, ਫਿਰ ਉਹਦੇ 'ਚੋਂ ਇਹੋ ਜਿਹੇ ਰਾਹ ਨਿਕਲਦੇ ਨੇ ਜਿਹੜੇ ਆਪਾਂ ਯੂਕਰੇਨ ਵਾਲੇ ਗੱਲ ਕਰੇ। ਇਕੱਲਾ ਇਹ ਦੇਸ਼ ਨਹੀਂ ਹੈਗਾ, ਹੋਰ ਵੀ ਦੁਨੀਆ ਦੇ ਵਿੱਚ ਦੇਸ਼ ਹੈਗੇ ਜਿੱਥੇ ਸਸਤੀ ਪੜ੍ਹਾਈ ਆ ਮੈਡੀਕਲ ਦੀ, ਇਸ ਕਰਕੇ ਲੋਕ ਆਪਣੇ ਨਿਆਣਿਆਂ ਨੂੰ ਉੱਧਰ ਭੇਜਦੇ ਆ। ਹੁਣ ਇਹ ਵਾਲਾ ਵਿਸ਼ਾ ਜੇ ਕਿਤੇ ਹੋ ਸਕਦਾ ਵੀ, ਮੈਂ ਨਹੀਂ ਚਾਹੁੰਦਾ ਵੀ ਹੁੰਦਾ ਜਾਂ ਕਿੱਦਾਂ, ਪਰ ਜੇ ਕਿਤੇ ਇਲੈਕਸ਼ਨਾਂ ਤੋਂ ਪਹਿਲਾਂ ਹੋ ਜਾਂਦਾ ਤਾਂ ਸ਼ਾਇਦ ਇਹਦੇ 'ਤੇ ਵੀ 5-4 ਬਿਆਨ ਦਾਗਦੇ ਨੇ, ਹੁਣ ਲੈ ਫਿਰ ਆਪਾਂ, ਤੁਸੀਂ ਪਰਵਾਹ ਨਹੀਂ ਕਰਨੀ, ਤੁਸੀਂ ਦੇਖੋਗੇ ਯੂਕਰੇਨ ਨਾਲੋਂ 1000 ਰੁਪਏ ਘੱਟ ਦੇ ਵਿੱਚ ਆਪਾਂ ਡਿਗਰੀ ਕਰਾ ਦਿਆ ਕਰਨੀ ਮੈਡੀਕਲ ਦੀ, ਬਸ ਹੁਣ ਵੋਟਾਂ ਪਾਓ। ਸਹੀ ਗੱਲ ਹੋਣਾ ਸੀ ਜੇ ਨਾ ਹੁੰਦਾ ਤਾਂ ਨਹੀਂ, ਇੱਦਾਂ ਹੀ ਹੋਣਾ ਸੀ। ਇਹ ਗੱਲ ਤੁਹਾਡੀ ਠੀਕ ਹੈ। ਫਿਰ ਉਹ ਇੱਕ ਇਸ਼ੂ ਬਣਨਾ ਸੀ, ਮੁੱਦਾ ਬਣਨਾ ਸੀ, ਅੱਜ ਉਹ ਹੈ ਨਹੀਂ। ਇੱਕ ਸੰਧਾਲੀਆ ਸਾਹਿਬ, ਕੇਂਦਰ ਸਰਕਾਰ, ਪੰਜਾਬ ਸਰਕਾਰ, ਹਰਿਆਣਾ ਸਰਕਾਰ, ਸਾਰਿਆਂ ਦੇ ਅਸੀਂ ਧੰਨਵਾਦੀ ਹਾਂ ਕਿ ਹੈਲਪਲਾਈਨ ਨੰਬਰ ਜਾਰੀ ਕੀਤੇ, ਕੋਸ਼ਿਸ਼ ਕਰ ਰਹੇ ਨੇ। ਜੇ ਗੁਆਂਢੀ ਮੁਲਕਾਂ ਦੇ ਵਿੱਚ ਆ ਕੇ ਵੀ ਕੈਂਪ ਲਾਏ ਤਾਂ ਕੋਈ ਮਾੜੀ ਗੱਲ ਨਹੀਂ, ਵਧੀਆ ਗੱਲ ਹੈ। ਘੱਟੋ ਘੱਟ ਸਟੂਡੈਂਟਸ ਦੇ ਕੋਲ ਇੱਕ ਪਲੇਟਫਾਰਮ ਹੈਗਾ। ਪਰ ਇੱਕ ਸਵਾਲ ਹੈ ਇੱਥੇ, ਅਸੀਂ ਪਿਛਲੇ ਦਿਨੀ ਅਫਗਾਨਿਸਤਾਨ ਨੂੰ ਕਣਕ ਭੇਜੀ ਹੈ, ਪਾਕਿਸਤਾਨ ਦੇ ਰਸਤੇ ਬੜਾ ਰੌਲਾ ਪਿਆ। ਪਾਕਿਸਤਾਨ ਵਾਲੇ ਕਹਿੰਦੇ ਸਾਡੇ ਟਰੱਕਾਂ 'ਚ ਭੇਜੋ, ਜਾਂ ਅਸੀਂ ਕਹਾਂਗੇ ਜੇ ਅਸੀਂ ਆਪਣੇ ਟਰੱਕ ਭੇਜ ਕੇ ਅਫਗਾਨਿਸਤਾਨ ਨੂੰ ਕਣਕ ਭਿਜਵਾਈ, ਇਹ ਕਹਿੰਦੇ ਅਸੀਂ ਆਪਣੇ ਟਰੱਕਾਂ 'ਚ ਭੇਜਣੀ ਹੈ। ਫਿਰ ਚਲੋ ਵਿੱਚ ਵਿਚਾਲੇ ਗੱਲਬਾਤ ਹੋ ਗਈ ਕਿ ਅਫਗਾਨਿਸਤਾਨ ਤੋਂ ਟਰੱਕ ਮੰਗਾ ਲੈਂਦੇ ਆ, ਤੁਹਾਡੀ ਸੜਕ ਵਰਤ ਲਾਂਗੇ, ਕਣਕ ਸਾਡੀ। ਸਹੀ ਕਿ ਜੰਗ ਦੇ ਭੰਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਭਾਰਤ ਨੇ ਕਣਕ ਭੇਜੀ, ਬਹੁਤ ਚੰਗੀ ਗੱਲ ਹੈ, ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਥੋੜ੍ਹੀ। ਇਹਦੇ ਤੋਂ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਬਹੁਤ ਪੈਸਾ ਲਾਇਆ ਭਾਰਤ ਨੇ, ਸ਼੍ਰੀਲੰਕਾ ਦੇ ਵਿੱਚ ਵੀ ਲਾਇਆ, ਹੋਰ ਕਈ ਦੇਸ਼ਾਂ ਨੂੰ ਵੀ ਅਸੀਂ ਦਿੰਨੇ ਜਿਹੜੇ ਮੁਕਾਬਲਤਨ ਕਮਜ਼ੋਰ ਨੇ, ਚਾਹੇ ਉਹ ਨੇਪਾਲ ਕਿਉਂ ਨਹੀਂ, ਭੂਟਾਨ ਕਿਉਂ ਨਹੀਂ। ਅਸੀਂ ਜਦੋਂ ਦੁਨੀਆ ਦੇ ਵਿੱਚ ਫੀਤੀਆਂ ਲਵਾਉਣੀਆਂ ਹੁੰਦੀਆਂ ਤਾਂ ਅਸੀਂ ਬਹੁਤ ਕੰਮ ਕਰਦੇ ਹਾਂ। ਜਿਹੜੀ 40,000 ਦੀ ਟੈਕਸੀ ਲੱਖ ਰੁਪਈਏ ਦੀ ਸਾਡੇ ਬੱਚਿਆਂ ਨੂੰ ਉੱਥੋਂ ਖਰੀਦਣੀ ਪਈ ਹੈ, ਕਾਹਦੇ ਲਈ? ਵੀ 20,000 ਬੱਚਾ ਹੀ ਹੈ, ਸਾਰੇ ਬੰਦਿਆਂ ਦੇ ਕੋਲੇ ਪੈਸੇ ਨਹੀਂ ਹੁੰਦੇ। ਤੁਸੀਂ ਇਦਾਂ ਕਹਿ ਦਿਓ ਕਿ ਭਾਈ ਜਹਾਜ਼ ਭੇਜਣ ਲੱਗੇ ਆ, ਬਸ ਰਜਿਸਟ੍ਰੇਸ਼ਨ ਕਰਾਓ, ਪੈਸੇ ਬਾਅਦ 'ਚ ਵਸੂਲ ਹੁੰਦੇ ਰਹਿਣਗੇ, ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ ਸਧਾਰਨ ਕਿਰਾਇਆ ਰਿਹਾ ਉਹੀ ਕਿਰਾਇਆ ਲਵਾਂਗੇ। ਕਹਿ ਨਹੀਂ ਸਕਦੇ। ਏਅਰਲਾਈਨਾਂ ਤੁਹਾਡੇ ਦੇਸ਼ ਦੇ ਵਿੱਚ ਹੀ ਰਜਿਸਟਰਡ ਨੇ। ਇੱਕ ਪਾਸੇ ਲੜਾਈ ਲੱਗੀ ਹੋਵੇ, ਜਹਾਜ਼ ਘੱਟ ਹੋਣ,
ਤੀਸਰੇ ਪਾਸੇ ਉੱਥੇ ਫਿਰ ਮੁੱਲ ਭਾਅ ਹੁੰਦੇ ਵੇ 60,000 ਦੀ ਟਿਕਟ ਜੀ, 80,000 ਦੀ ਟਿਕਟ ਜੀ, ਲੱਖ ਰੁਪਏ ਦੀ ਟਿਕਟ ਜੀ। ਇਹ ਕੋਈ ਬਹੁਤਾ ਸਿਆਣਪ ਵਾਲਾ ਕੰਮ ਨਹੀਂ ਰਿਹਾ। ਐਤਕੀ ਤੋਂ ਸਬਕ ਸਿੱਖ ਕੇ ਅਗਲੇ ਸਮੇਂ ਲਈ ਕਲੀਅਰ ਕਰ ਦਿਓ ਕਿ ਵੱਧ ਤੋਂ ਵੱਧ ਏਅਰਲਾਈਨਾਂ ਲਾਉਣੀਆਂ ਤੇ ਬਿਲਕੁਲ ਵਾਜਬ ਕੀਮਤ ਦੇ ਉੱਤੇ ਟਿਕਟ ਵੇਚਣੀ ਹੈ। ਤੇ ਜੇ ਕਿਸੇ ਕੋਲ ਟਿਕਟ ਦੇ ਪੈਸੇ ਹੈ ਨਹੀਂ, ਰਜਿਸਟ੍ਰੇਸ਼ਨ ਵੀ ਉਹਨੇ ਕਰਾਈ, ਭੱਜ ਥੋੜੀ ਚੱਲਾ ਬੱਚਾ, ਉਹਨੇ ਜਾਣਾ ਹੀ ਆ ਮੁੜ ਕੇ ਪੜ੍ਹਨ, ਤੁਰ ਕੇ ਤਾਂ ਚਲੇ ਨਹੀਂ ਜਾਣਾ, ਥੋੜੀਆਂ ਏਅਰਲਾਈਨਾਂ ਜਾਣਾ। ਇਸ ਕਰਕੇ ਥੋੜੀ ਆਪਾਂ ਕਿਸੇ ਨੂੰ ਉੱਥੇ ਛੱਡ ਸਕਦੇ ਹਾਂ ਜਾਂ ਲੀਡ ਲਿਆ ਸਕਦੇ ਹਾਂ ਕਿ ਭਾਈ ਤੇਰੇ ਕੋਲ ਦੁੱਗਣੇ ਭਾਅ ਦੇ ਉੱਤੇ ਟਿਕਟ ਖਰੀਦਣ ਦੇ ਪੈਸੇ ਹੈ ਨਹੀਂ। ਨਾਲੇ ਸੋਚਣ ਵਾਲੀ ਗੱਲ ਹੈ, ਹੁਣ ਤਾਂ ਸ਼ਾਇਦ ਖਬਰ ਵੀ ਆ ਰਹੀ ਹੈ ਵੀ ਭਾਰਤ ਸਰਕਾਰ ਕਹਿੰਦੇ ਵੀ ਆਪਾਂ ਖਰਚਾ ਕਰ ਦਿਆਂਗੇ ਜੀ, ਸਾਰਿਆਂ ਨੂੰ ਫ੍ਰੀ ਲੈ ਕੇ ਆਵਾਂਗੇ। ਚਲੋ ਰੌਲਾ ਰੱਪਾ ਪਿਆ ਤੋਂ ਬਾਅਦ ਹੀ ਸ਼ਾਇਦ ਭਾਵੇਂ ਇਸ ਗੱਲ ਤੇ ਆ ਗਏ ਹੁਣ, ਪਰ ਇਹਦੀ ਵੀ ਲੋੜ ਨਹੀਂ ਸੀ ਪੈਣੀ ਚਾਹੀਦੀ ਜੀ। ਸਵਾਲ ਤੇ ਆ ਵੀ ਅੱਜ ਦੀ ਡੇਟ ਦੇ ਵਿੱਚ ਹੋ ਸਕਦਾ ਵੀ ਤੁਹਾਨੂੰ ਉਹ ਬੰਦਾ ਜਾਂ ਜਵਾਕ ਜਿਹੜਾ ਉਹ 20,000 'ਚ ਪਵੇ, 25,000 'ਚ ਪਵੇ, 30,000 'ਚ ਪਵੇ, ਹੋ ਸਕਦਾ ਬਹੁਤੀਆਂ ਏਅਰਲਾਈਨਸ ਲਈ ਜਾਂ ਬਾਕੀ ਬੰਦਿਆਂ ਲਈ ਉਹ ਸਵਾਰੀ ਹੋਵੇ ਵੀ ਇੱਕ ਸਵਾਰੀ ਹੈ 30,000 ਰੁਪਈਆ, ਪਰ ਉਹ ਜਿਹੜੇ ਮਾਂ ਪਿਓ ਨੇ ਉਹਨਾਂ ਲਈ ਉਹ 30,000 ਦਾ ਜਵਾਕ ਨਹੀਂ ਹੈਗਾ। ਇਹ ਸੋਚਣ ਵਾਲੀ ਗੱਲ ਮੇਰੇ ਖਿਆਲ ਨਾਲ ਜੇ ਉਸ ਐਂਗਲ ਤੋਂ ਥੋੜ੍ਹਾ ਜਿਹਾ ਸੋਚ ਲਿਆ ਜਾਵੇ ਤੇ ਆ ਜਿੰਨਾ ਕੁ ਕੁਛ ਇੱਧਰ ਉੱਧਰ ਰੌਲਾ ਰੱਪਾ ਪਾਉਣਾ ਪੈਂਦਾ ਉਹਦੀ ਲੋੜ ਹੀ ਨਾ ਪਵੇ ਸ਼ਾਇਦ। ਨਹੀਂ, ਬਿਲਕੁਲ ਲੋੜ ਨਾ ਪਵੇ ਜੀ, ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਚਲੋ ਆਸ ਕਰਦੇ ਹਾਂ ਵੀ ਇਹ ਜੋ ਜਿੱਥੇ ਕਿ ਜੇ ਰੇੜਕਾ ਪਹੁੰਚ ਗਿਆ ਹੁਣ, ਵੈਸੇ ਗੱਲਬਾਤ ਦਾ ਉਧਰੋਂ ਯੂਕਰੇਨ ਵਾਲਿਆਂ ਨੇ ਆਖਿਆ ਵੀ ਆਪਾਂ ਗੱਲਬਾਤ ਕਰਨ ਨੂੰ ਤਿਆਰ ਹਾਂ, ਰੂਸ ਵਾਲਿਆਂ ਨੇ ਵੀ ਆਖਿਆ ਵੀ ਆਪਾਂ ਸ਼ਰਤਾਂ ਰੱਖੀਆਂ ਤੁਸੀਂ ਮੰਨ ਲਓ, ਸ਼ਾਇਦ ਕੋਈ ਵਫਦ ਭੇਜਣ ਦੀ ਵੀ ਗੱਲ ਚੱਲੀ ਹੈ, ਹੋ ਜਾਵੇ ਨਿਬੜ ਜੇ ਗੱਲਬਾਤ ਦੇ ਨਾਲ, ਸਿਰੇ ਲੱਗ ਜਾਵੇ ਗੱਲ ਤੇ ਵਧੀਆ ਗੱਲ। ਹਾਂ ਬਿਲਕੁਲ ਸੰਧਾਲੀਆ ਸਾਹਿਬ, ਵੈਸੇ ਵੀ ਜੇ 1-2 ਦਿਨ ਕੰਮ ਚੱਲਦਾ ਰਿਹਾ ਤਾਂ ਅਗਲਿਆਂ ਨੇ ਧੁਰ ਤੱਕ ਪਹੁੰਚ ਜਾਣਾ ਹੀ, ਦੇਸ਼ ਦਾ ਨੁਕਸਾਨ ਹੋਈ ਜਾਣਾ, ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਇਦਾਂ ਦੀਆਂ ਆ ਰਹੀਆਂ ਦੇਖੀਆਂ ਨਹੀਂ ਜਾ ਰਹੀਆਂ ਨਾ, ਆਮ ਲੋਕਾਂ ਦਾ ਨੁਕਸਾਨ ਹੋ ਰਿਹਾ। ਨਹੀਂ ਇਹ ਤਾਂ ਹੈਗਾ ਹੀ। ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ, ਮੈਨੂੰ ਯੂਕਰੇਨ ਦੇ ਵਿੱਚ ਜੇ ਉਹ ਕਹਿੰਦੇ ਵੀ ਰੂਸ ਵਾਲੇ ਫੌਜੀ ਤੁਰੇ ਫਿਰਦੇ ਆ ਵੀ ਉਹਨਾਂ ਦੇ ਆਪਣੇ ਹਿਸਾਬ ਨਾਲ ਉਹ ਸਾਰਾ ਕੁਝ ਕਰਨ ਡਏ ਆ, ਇਹਦਾ ਮਤਲਬ ਵੀ ਉਹ ਮੁਲਕ ਦੇ ਵਿੱਚ ਵਿਚਾਲੇ ਆ ਕੇ ਫੌਜੀ ਜੇ ਆਪਣੇ ਹਿਸਾਬ ਨਾਲ ਆਪਣਾ ਪ੍ਰਬੰਧ ਚਲਾ ਰਹੇ ਆ ਤੇ ਉਹ ਕਿਸ ਲੈਵਲ ਦੇ ਹਿਸਾਬ ਨਾਲ ਬੈਠੇ ਹੋਣਗੇ ਅੰਦਾਜ਼ਾ ਤੇ ਲਾਇਆ ਜਾ ਸਕਦਾ। ਬਿਲਕੁਲ। ਦੂਜੇ ਪਾਸੇ ਜੇ ਪੰਜਾਬ ਵੱਲ ਆ ਜਾਈਏ ਤੇ ਆਪਾਂ ਜੇ ਕੱਲ੍ਹ ਗੱਲ ਕਰਦੇ ਸੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਜ਼ਮਾਨਤ ਦੇ ਬਾਰੇ 'ਚ ਵੀ ਦੇਖੋ ਜੀ ਉਹਨਾਂ ਨੂੰ ਲੈ ਕੇ ਗਏ ਨੇ ਜੇਲ੍ਹ 'ਚ, ਇੱਧਰੋਂ ਜ਼ਮਾਨਤ ਦੀ ਅਰਜ਼ੀ ਤਿਆਰ ਆ, ਉਹ ਲੱਗ ਜਾਣੀ ਆ ਤੇ ਨਾਲ ਹੀ ਮਸਲਾ ਹੱਲ ਹੋ ਜਾਣਾ। ਪਰ ਜੇ ਆਪਾਂ ਲੰਘੇ ਕੱਲ੍ਹ ਦੀ ਗੱਲ ਕਰੀਏ ਤੇ ਉਦੋਂ ਪੂਰਾ ਦਿਨ ਕਹਿੰਦੇ ਵੀ ਕਾਰਵਾਈ ਵੀ ਚੱਲਦੀ ਰਹੀ, ਇੱਧਰੋਂ ਉੱਧਰੋਂ ਜਿਰਾ ਵੀ ਹੋਈ, ਉਹਨਾਂ ਨੇ ਆਪਣੇ ਵਾਲਾ ਪੱਖ ਰੱਖਿਆ ਜੀ। ਦੇਖੋ ਜੀ ਕੁੱਲ ਮਿਲਾ ਕੇ ਕਲੀਅਰ ਕੱਟ ਇਹਦੇ ਵਿੱਚ ਪੋਲੀਟੀਕਲ ਵੈਂਡੇਟਾ, ਇਹਦੇ ਜਾਣਬੁੱਝ ਕੇ ਬਣਾਇਆ ਕੇਸ ਤੇ ਸਾਡੇ ਬੰਦੇ ਨੂੰ ਤੁਸੀਂ ਦਿਓ ਜ਼ਮਾਨਤ। ਸਰਕਾਰੀ ਧਿਰ ਕਹਿੰਦੇ ਵੀ ਆਹ ਲਓ ਜੀ ਰਜਿਸਟਰ 1 2 3 4 ਅਸੀਂ ਸਾਰਾ ਕੁਝ ਸਾਹਮਣੇ ਰੱਖਤਾ ਜੀ ਵੀ ਕੱਲੀ ਕੱਲੀ ਚੀਜ਼ ਦਾ ਸਬੂਤ ਪ੍ਰੂਫ ਅਸੀਂ ਤੇ ਜਾਲੀ ਬਣਾਏ ਕੁਛ ਨਹੀਂ। ਹੁਣ ਉਹਦੇ ਤੋਂ ਬਾਅਦ ਜਿਹੜਾ ਰਾਖਵਾਂ ਰੱਖ ਕੇ ਫੈਸਲਾ ਆਇਆ ਵੀ ਨਹੀਂ ਜੀ ਅਜੇ ਜ਼ਮਾਨਤ ਨਹੀਂ ਮਿਲਣੀ, ਉਹਦੇ ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲਣ ਲੱਗ ਪਈਆਂ। ਦੇਖੋ ਸੰਧਾਲੀਆ ਸਾਹਿਬ, ਜ਼ਮਾਨਤ ਰੱਦ ਹੋਈ ਹੈ ਨਾ, ਹੁਣ ਇਸ ਮੁਹਾਲੀ ਦੀ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਨਹੀਂ ਦਿੱਤੀ ਜਾ ਸਕਦੀ। ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਮਸਲਾ ਹੈ ਕਿ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਨੇ ਇਸ ਵੇਲੇ, ਹਾਲਾਂਕਿ ਅਦਾਲਤੀ ਹਿਰਾਸਤ ਦੇ ਵਿੱਚ ਦੋਸ਼ੀ ਕਰਾਰ ਨਹੀਂ ਦਿੱਤੇ, ਪਰ ਲਗਾਤਾਰ ਦੂਸਰੀ ਰਾਤ ਜੇਲ੍ਹ 'ਚ ਕੱਟੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਹੁਣ ਵੀਕਐਂਡ ਹੈ, ਸ਼ਨੀਵਾਰ ਐਤਵਾਰ ਹੈ, ਹਾਈ ਕੋਰਟ ਜਾਣ ਦਾ ਰਸਤਾ ਅਜੇ ਬਚਿਆ ਹੈ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਬਚਿਆ। ਹਾਈ ਕੋਰਟ 'ਚ ਅਰਜ਼ੀ ਦੇਣ ਕੇ 1-2 ਦਿਨ ਬਾਅਦ ਸੁਣਵਾਈ ਹੋਏਗੀ, ਜਾਣੀ ਹੋ ਸਕਦਾ 3-4 ਦਿਨ ਹੋਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਪਟਿਆਲੇ ਦੀ ਜੇਲ੍ਹ ਦੇ ਵਿੱਚ ਹੀ ਕੱਟਣੇ ਪੈਣ। ਹੁਣ ਕੇਸ ਦੇਖੋ ਤੁਸੀਂ, ਬਿਕਰਮ ਸਿੰਘ ਮਜੀਠੀਆ ਹੋਰੀ ਕਹਿੰਦੇ ਜੀ ਪੁਰਾਣਾ ਕੇਸ ਹੈ, ਸਜ਼ਾਵਾਂ ਤੱਕ ਹੋ ਚੁੱਕੀਆਂ, ਮੈਨੂੰ ਸਿਰਫ ਰਾਜਸੀ ਰੰਜਿਸ਼ ਦੇ ਵਿੱਚ ਫਸਾਇਆ ਗਿਆ ਕਿ ਭਾਈ ਮਜੀਠੀਆ ਨੂੰ ਫਸਾਉਣਾ ਹੀ। ਦੂਸਰੇ ਪਾਸੇ ਸਰਕਾਰ ਦੇ ਵਕੀਲ ਕਹਿੰਦੇ ਅੱਜ ਨਹੀਂ ਜੀ, ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਸੀ ਉਹ ਇਹਨਾਂ ਦੇ ਕੋਲੇ ਆਉਂਦੇ ਸੀ, ਇਹਨਾਂ ਦੇ ਨਾਲ ਸਮਾਗਮਾਂ 'ਚ ਜਾਂਦੇ ਸੀ, ਇਹਨਾਂ ਦੀ ਗੱਡੀ ਵਰਤਦੇ ਸੀ, ਘਰੇ ਰਹਿੰਦੇ ਸੀ, 100 ਚੀਜ਼ਾਂ ਨੇ। ਅਦਾਲਤ ਨੇ ਦੇਖਣੀਆਂ ਕਿ ਸਬੂਤ ਕਿਹਨਾਂ ਚੀਜ਼ਾਂ ਦੇ ਹੈਗੇ ਆ ਕਿਹਨਾਂ ਦੇ ਨਹੀਂ। ਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਝਟਕਾ ਸੁਖਾਲਾ ਨਹੀਂ ਹੈ। ਜਦੋਂ ਸੁਖਪਾਲ ਸਿੰਘ ਖਹਿਰਾ ਅੰਦਰ ਗਏ ਆ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਸੀ ਸਾਰੀਆਂ ਪਾਰਟੀਆਂ ਟੁੱਟ ਕੇ ਪੈ ਗਈਆਂ ਸੀ ਕਿ ਭਾਈ ਦੇਖਿਓ ਤੁਹਾਡੇ ਲੀਡਰ ਨਾਲ ਕੀ ਬਣਿਆ, ਹਾਲਾਂਕਿ ਦੋਸ਼ ਅਜੇ ਉਹਨਾਂ ਤੇ ਵੀ ਸਾਬਿਤ ਨਹੀਂ ਹੋਏ। ਉਹਦੇ ਤੋਂ ਬਾਅਦ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਅੰਦਰ ਨੇ, 8 ਤਰੀਕ ਤੱਕ ਦਾ ਸਮਾਂ ਹੈ, ਹਾਈ ਕੋਰਟ ਉਹਦੇ ਤੋਂ ਪਹਿਲਾਂ, ਜੇ ਮੰਨ ਲਓ ਹਾਈ ਕੋਰਟ ਦੇ ਵਿੱਚੋਂ ਵੀ ਬੇਲ ਨਹੀਂ ਮਿਲਦੀ, ਹਾਈ ਕੋਰਟ ਦੇ ਵਿੱਚੋਂ ਵੀ ਜ਼ਮਾਨਤ ਨਹੀਂ ਮਿਲਦੀ, ਫਿਰ ਇੱਕੋ ਹੀ ਥਾਂ ਰਹਿ ਜਾਣੀ ਹੈ। ਕੰਮ ਲੰਬਾ ਚੱਲ ਸਕਦਾ ਹੈ ਸਿਆਸੀ ਆਧਾਰ ਦੇ ਉੱਤੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਚੋਣਾਂ ਹੋਰ ਹੋ ਸਕਦੀਆਂ ਇੱਕਾ ਦੁੱਕਾ ਥਾਵਾਂ ਦੇ ਉੱਤੇ। ਹਾਲਾਂਕਿ ਮੁੱਖ ਪੰਜਾਬ ਦੀ ਵਿਧਾਨ ਸਭਾ ਚੋਣ ਦੇ ਵਿੱਚ ਇਹ ਮੁੱਦਾ ਨਹੀਂ ਬਣਿਆ, ਪਰ ਜਿੱਦਾਂ ਹੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਜ਼ਮਾਨਤ ਅਰਜ਼ੀ ਰੱਦ ਹੋਈ, ਅਕਾਲੀ ਦਲ ਦੀ ਲੀਡਰਸ਼ਿਪ ਨੇ ਬਾਰ-ਬਾਰ ਕਿਹਾ ਜੀ ਅਦਾਲਤ ਦੇ ਫੈਸਲੇ ਦਾ ਸਨਮਾਨ ਹੈ, ਕੋਈ ਕਿੰਤੂ ਪਰੰਤੂ ਨਹੀਂ। ਪਰ ਜਾਣ ਬੁੱਝ ਕੇ ਸਰਕਾਰੀ ਪੱਖ ਨੇ ਉਹ ਕਹਿੰਦੇ ਇਦਾਂ ਦੀਆਂ ਤਕਨੀਕੀ ਘੁੰਡੀਆਂ ਵਿੱਚ ਰੱਖੀਆਂ ਸੀ ਕਿ ਜ਼ਮਾਨਤ ਦੀ ਅਰਜ਼ੀ ਜੱਜ ਸਾਹਿਬ ਨੂੰ ਰੱਦ ਕਰਨੀ ਪਈ। ਉਹ ਤਕਨੀਕੀ ਘੁੰਡੀਆਂ ਜਾਣ ਬੁੱਝ ਕੇ ਰੱਖੀਆਂ, ਬੰਦਾ ਸਾਡਾ ਪਾਕ ਸਾਫ਼ ਹੈ। ਨਹੀਂ ਇਹ ਤਾਂ ਮੇਰਾ ਖਿਆਲ ਜਦੋਂ ਅਜੇ ਉਹ ਸਾਹਮਣੇ ਵੀ ਨਹੀਂ ਸੀ ਆਏ, ਕਹਿ ਲਓ ਕਿ ਵੀ ਪਤਾ ਨਹੀਂ ਲੱਗਦਾ ਜੀ ਕਿੱਧਰ ਚੱਲ ਗਏ ਮਜੀਠੀਆ ਸਾਹਿਬ, ਕਿੱਧਰ ਚੱਲ ਗਏ, ਇਸ ਤੋਂ ਪਿਛਲੀ ਗੱਲ ਕਰ ਰਹੇ ਹਾਂ,
ਉਦੋਂ ਵੀ ਜਿੰਨੀ ਵਾਰ ਮੇਰੇ ਖਿਆਲ ਨਾਲ ਉਹਨਾਂ ਦੇ ਵਕੀਲ ਸਾਹਿਬ ਜਾਂਦੇ ਸੀ ਜ਼ਮਾਨਤ ਦੀ ਅਰਜ਼ੀ ਲੈ ਕੇ, ਉਦੋਂ ਵੀ ਇਹੀ ਕੰਮ ਹੁੰਦਾ ਸੀ ਵੀ ਹਾਂਜੀ ਫਲਾਣੇ ਥਾਂ ਤੋਂ ਰੱਦ ਜੀ, ਓਕੇ ਜੀ ਹਾਈ ਕੋਰਟ ਜਾਵਾਂਗੇ ਜੀ, ਉੱਥੋਂ ਵੀ ਰੱਦ ਜੀ, ਓਕੇ ਜੀ ਸੁਪਰੀਮ ਕੋਰਟ ਵੱਲੋਂ, ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਵੋਟਾਂ ਲਗਾ ਲਓ ਵੀ 23 ਤੋਂ ਬਾਅਦ ਆਪਾਂ ਦੇਖਦੇ ਹਾਂ। ਹੁਣ ਉਹ ਇਹ ਗੱਲ ਤੁਹਾਡੀ ਸਹੀ ਆ ਵੀ ਉਹ ਜਿਹੜਾ NDPS ਐਕਟ ਹੈ ਜਾਂ ਉਹਦੇ ਵਿੱਚ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ, ਉਹਦੇ ਵਿੱਚ ਹੇਠਲੀ ਅਦਾਲਤ ਤੇ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤਾਂ ਉਹ ਜ਼ਮਾਨਤ ਦੇ ਨਹੀਂ ਸਕਦੀ, ਹਾਈ ਕੋਰਟ ਤੋਂ ਜਾ ਕੇ ਹੋਣੀ ਆ। ਹੁਣ ਹਾਈ ਕੋਰਟ ਤੋਂ ਵੀ ਮਿਲਦੀ ਹੈ ਕਿ ਨਹੀਂ ਮਿਲਦੀ, ਇਹ ਇੱਕ ਕੁੰਡੀ ਹੈਗੀ ਆ। ਦੂਜੀ ਗੱਲ ਇਹ ਵੀ ਆ ਕਿ ਇੱਕ ਇਹ ਚਰਚਾ ਕੀਤੀ ਜਾ ਰਹੀ ਆ, ਪੋਲੀਟੀਕਲ ਚਰਚਾ ਹੀ ਚੱਲਦੀ ਪਈ ਹੈ ਕਿ ਸ਼ਾਇਦ ਇਸ ਚੀਜ਼ ਨੂੰ ਕਰਦਿਆਂ 8 ਵੀ ਲੰਘਾ ਕੇ 10 ਦਾ ਵੀ ਇੰਤਜ਼ਾਰ ਕੀਤਾ ਜਾਵੇ ਅਤੇ 10 ਨੂੰ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਬਣਦੀ ਹੈ ਜੀ, ਉਹ ਸਰਕਾਰ ਬਣਦੀ ਆ ਕਿ ਨਹੀਂ ਬਣਦੀ, ਕਿਉਂਕਿ ਉਹਦੇ 'ਤੇ ਵੀ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਹੁੰਦੀਆਂ ਨਾ ਵੀ ਕਿਹੜਾ ਬੰਦਾ ਅੰਦਰ ਰਹੂਗਾ, ਕਿਹੜਾ ਬੰਦਾ ਬਾਹਰ ਆਊਗਾ ਅਤੇ ਕਿਹਨੂੰ ਬਾਹਰ ਲਿਆਂਦਾ ਜਾਊਗਾ। ਚਰਚਾ ਆਪਾਂ ਨਹੀਂ ਕਹਿੰਦੇ ਇੱਦਾਂ, ਨਹੀਂ ਹੁੰਦਾ ਹੀ ਨਹੀਂ, ਇੱਦਾਂ ਹੁੰਦਾ ਨਹੀਂ, ਚਰਚਾ ਜ਼ਰੂਰ ਹੁੰਦੀ ਹੈ। ਸੰਧਾਲੀਆ ਸਭ ਕੀ ਗੱਲ ਪਤਾ ਕਿੱਦਾਂ, ਅਕਾਲੀ ਦਲ ਦੇ ਲਈ ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਸੰਕਟ ਕੋਈ ਨਹੀਂ। ਜਿਹੜਾ ਸਮਾਂ ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਹੁਣ ਬਹੁਤੇ ਸਿਹਤਯਾਬ ਨਹੀਂ, ਆਪਾਂ ਦੇਖ ਲਿਆ ਚੱਲਦੀ ਚੋਣ ਦੇ ਵਿੱਚ ਵੀ ਦੋਹਰੇ ਸੰਵਿਧਾਨ ਦਾ ਮੁੱਦਾ ਅਦਾਲਤ ਦੇ ਵਿੱਚ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ 'ਚ ਪਹਿਲੀ ਵਾਰੀ ਚੋਣ ਲੜੀ ਹੈ, ਨਤੀਜਾ ਉਡੀਕਿਆ ਜਾ ਰਿਹਾ ਹੈ। 5 ਸਾਲ ਹੋ ਗਿਆ ਅਕਾਲੀ ਦਲ ਸੱਤਾ ਤੋਂ ਬਾਹਰ ਹੈ, ਤੀਸਰੇ ਨੰਬਰ 'ਤੇ ਰਿਹਾ ਅਕਾਲੀ ਦਲ। ਭਾਜਪਾ ਦੇ ਨਾਲ ਗੱਠਜੋੜ ਟੁੱਟ ਚੁੱਕਿਆ ਹੈ, ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਹੈ ਨਹੀਂ, ਜਿਨ੍ਹਾਂ ਦੇ ਨਾਲ ਭਾਈਵਾਲੀ ਕੀਤੀ ਆ ਉਹਨਾਂ ਦਾ ਕੇਂਦਰ ਸਰਕਾਰ 'ਚ ਕੁਛ ਹੈ ਨਹੀਂ। ਹੁਣ ਇਹਦੇ ਤੋਂ ਬਿਨਾਂ ਸੁਖਦੇਵ ਸਿੰਘ ਢੀਂਡਸਾ ਸਾਥ ਛੱਡ ਕੇ ਦੂਜੇ ਪਾਸੇ ਚਲੇ ਗਏ ਆ, ਸੇਖਵਾਂ ਸਾਹਿਬ ਦਾ ਪਰਿਵਾਰ ਦੂਜੇ ਪਾਸੇ ਚਲੇ ਗਿਆ, ਟੌੜਾ ਸਾਹਿਬ ਦਾ ਪਰਿਵਾਰ ਨਾਲ ਹੈ ਨਹੀਂ, ਕੈਪਟਨ ਕਮਲਜੀਤ ਹੋਰਾਂ ਦਾ ਪਰਿਵਾਰ ਨਾਲ ਹੈ ਨਹੀਂ, ਤਲਵੰਡੀ ਸਾਹਿਬ ਦੇ ਪਰਿਵਾਰ ਦਾ ਆਪਾਂ ਨੂੰ ਪਤਾ ਹੈ। ਜਾਣੀ ਜੋ ਅਕਾਲੀ ਦਲ 8-10 ਸਾਲ ਪਹਿਲਾਂ ਸੀ ਅੱਜ ਬਿਲਕੁਲ ਬਦਲਿਆ ਹੋਇਆ। ਤੇ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜਾ ਬੰਦਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਸੀ, ਬਿਕਰਮ ਸਿੰਘ ਮਜੀਠੀਆ ਹੋਰੀ, ਉਹ ਅੰਦਰ ਨੇ। ਤੇ ਜੇ ਐਤਕੀ ਦੇ ਚੋਣ ਨਤੀਜੇ ਦੇ ਵਿੱਚ ਅਕਾਲੀ ਦਲ ਨੂੰ ਝਟਕਾ ਲੱਗ ਗਿਆ, ਉਹ ਤਾਂ ਕਹਿੰਦੇ ਸਰਕਾਰ ਹੀ ਸਾਡੀ ਹੈ ਕਿ ਅਸੀਂ ਇਕੱਲੇ ਹੀ ਬਹੁਮਤ ਲੈ ਲੈਣਾ, ਉਹ ਵੱਖਰੀ ਗੱਲ ਹੈ ਕਿ ਦਾਅਵਾ ਹੈ। ਪਰ ਜੇ ਤਾਂ ਉਹ ਚੰਗੀਆਂ ਸੀਟਾਂ ਪ੍ਰਾਪਤ ਕਰ ਜਾਂਦੇ ਆ, ਅਕਾਲੀ ਦਲ ਦੇ ਲਈ ਥੋੜ੍ਹਾ ਜਿਹਾ ਮਾਹੌਲ ਸੁਖਾਲਾ ਹੋ ਜੂ। ਪਰ ਕਿਉਂਕਿ 4-5 ਕੋਣਾ ਮੁਕਾਬਲਾ, ਕੋਈ ਪਤਾ ਨਹੀਂ ਕਿੰਨੇ ਡਿੱਗ ਪੈਣਾ, ਕਿੰਨੇ ਉੱਪਰ ਚਲੇ ਜਾਣਾ। ਜੇ ਮਨਮਾਫਕ ਨਤੀਜੇ ਅਕਾਲੀ ਦਲ ਲਈ ਨਾ ਆਏ ਤਾਂ ਬਹੁਤ ਖਤਰਨਾਕ ਸਮਾਂ ਹੋਣਾ। ਨਹੀਂ ਔਖਾ ਹੋਏਗਾ, ਇਸੇ ਕਰਕੇ ਤਾਂ ਉਹ ਚਰਚਾ ਵੀ ਸ਼ਾਇਦ ਇਸੇ ਕਰਕੇ ਚੱਲਦੀ ਪਈ ਹੈ ਨਾ ਵੀ 8 ਤੋਂ ਵੀ ਹੋ ਸਕਦਾ 10 ਟਪਾ ਲਈ ਜਾਵੇ ਅਤੇ ਉਦੋਂ ਬਾਅਦ ਅਜੇ ਕੇਸ ਵਿੱਚ ਉਲਝਦਾ ਰਵੇ ਅਤੇ ਉਹਦੇ ਤੋਂ ਬਾਅਦ ਜਦੋਂ ਪਤਾ ਲੱਗੇ ਵੀ ਹਾਂਜੀ ਕਿਹੜੇ ਬੰਦੇ ਆ ਜੀ ਲਾਈਨ 'ਚ ਲੱਗੋ, ਉਹ ਕਹਿੰਦੇ ਜੀ ਫਲਾਨਿਆਂ ਕੋਲ ਇੰਨੀਆਂ ਜੀ, ਫਲਾਨਿਆਂ ਕੋਲ ਇੰਨੀਆਂ, ਫਲਾਨਿਆਂ ਕੋਲ ਇੰਨੀਆਂ, ਅਤੇ ਉਹਨਾਂ ਕੋਲ ਤਾਂ ਆਪਣੀਆਂ 3 ਹੀ ਨੇ, ਕੋਈ ਗੱਲ ਨਹੀਂ 3 ਬਹੁਤ ਨੇ ਕਹਿੰਦੇ, ਕੇਂਦਰ 'ਚ ਤਾਂ ਸਰਕਾਰ ਹੈਗੀ ਆ ਨਾ। ਉਹ ਪੁੱਛ ਲੈਣਗੇ ਨਾ ਤੁਸੀਂ ਕਿੱਦਾਂ ਕਰਨਾ, ਹਾਂ ਫਿਰ ਅਗਲੇ ਕਿੱਦਾਂ ਕਹੋ ਕਹਿੰਦੇ ਕਰ ਲਾਂਗੇ। ਕਿਉਂਕਿ ਇੱਕ JP ਨੱਡਾ ਹੋਰਾਂ ਦਾ ਵੀ ਬਿਆਨ ਮੈਂ ਪੜ੍ਹ ਰਿਹਾ ਸੀ, ਕਿਉਂਕਿ ਮੌਜੂਦਾ ਪ੍ਰਧਾਨ ਨੇ BJP ਦੇ ਅਗਲੇ ਭਾਈ ਸਾਹਿਬ, ਹੁਣ ਜੇ ਪ੍ਰਧਾਨ ਸਾਹਿਬ ਜਿਹੜੇ ਕਿ ਨੈਸ਼ਨਲ ਲੈਵਲ ਦੇ ਪ੍ਰਧਾਨ ਨੇ, ਉਹ ਗੱਲ ਕਹਿੰਦੇ ਆ ਕਿ ਵੀ ਦੇਖੋ ਜੀ ਸਮਾਂ ਆਏਗਾ, ਇਹ ਸਾਨੂੰ ਲੱਗਦਾ ਤਾਂ ਹੈ ਵੀ ਵਿਧਾਨ ਸਭਾ ਬਣਨੀ ਹੈ, ਕਿਸੇ ਨੂੰ ਵੀ ਬਹੁਮਤ ਨਹੀਂ ਮਿਲਣਾ, ਹਾਂ ਉਸ ਤੋਂ ਬਾਅਦ ਆਪਾਂ ਸੋਚਾਂਗੇ ਕਿ ਅਕਾਲੀ ਦਲ ਦੇ ਨਾਲ ਕਰਨਾ ਸਮਝੌਤਾ ਕਿ ਨਹੀਂ ਕਰਨਾ। ਹੁਣ ਇਹ ਜਿਹੜਾ ਕਰਨਾ ਸਮਝੌਤਾ ਕਿ ਨਹੀਂ ਕਰਨਾ, ਇਹ ਨਾ ਪਤਾ ਨਹੀਂ ਮੈਨੂੰ ਐਂ ਲੱਗਿਆ, ਉਹ ਕਹਿੰਦਾ ਵੀ ਯਾਰ ਗੰਨਾ ਵਾਹਵਾ ਲੰਮਾ ਸੀ ਅਤੇ ਗੱਡੀ ਦੇ ਵਿੱਚ ਆਉਂਦਾ ਨਹੀਂ, ਕਹਿੰਦੇ ਵੀ ਰੱਖਣਾ ਤਾਂ ਹੈਗਾ, ਕਹਿੰਦੇ ਗੱਡੀ ਵੀ ਉਹੀ ਹੋਏਗੀ, ਗੰਨਾ ਵੀ ਹੋਏਗਾ, ਰੱਖਾਂਗੇ ਪੋਰੀ ਕਰਕੇ। ਸੰਧਾਲੀਆ ਸਾਹਿਬ ਹਾਲਾਤ ਲੀਡਰਾਂ ਦੇ ਦੇਖੋ, ਜਦੋਂ ਤੱਕ ਤਾਂ ਵੋਟਾਂ ਨਹੀਂ ਸੀ ਪਈਆਂ, ਭਾਜਪਾ ਵਾਲੇ ਕਹਿੰਦੇ ਸੀ ਪੂਰਨ ਬਹੁਮਤ ਸਾਡਾ, ਕੈਪਟਨ ਸਾਹਿਬ ਕਹਿੰਦੇ ਸੀ ਸਰਕਾਰ ਸਾਡੀ, ਕਾਂਗਰਸੀ, ਅਕਾਲੀ ਦਲ ਵਾਲੇ, ਆਮ ਆਦਮੀ ਪਾਰਟੀ ਵਾਲੇ ਸਾਰੇ ਕਹਿੰਦੇ ਸੀ ਸਰਕਾਰਾਂ ਸਾਡੀਆਂ ਹੀ ਨੇ। ਜਾਣੀ ਉਦੋਂ ਬਿਲਕੁਲ ਇੱਦਾਂ ਹੀ ਸੀ ਕਿ ਜੇ ਉਹ ਵਿਆਹ ਦਾ ਕਾਰਡ ਵੀ ਲੈ ਕੇ ਤਾਂ ਭੁਆਂ ਕੇ ਕਾਰਡ ਬਾਹਰ ਮਾਰਨਾ ਹੀ, ਆਉਣਾ ਤਾਂ ਬਹੁਤ ਦੂਰ ਦੀ ਗੱਲ ਆ, ਅੰਦਰ ਨਾ ਵੜਿਓ, ਦਰਵਾਜ਼ਾ ਨਾ ਟੱਪ ਜਾਓ, ਕਿਤੇ ਲੱਤਾਂ ਤੋੜ ਦਿਆਂਗੇ ਤੁਹਾਡੀਆਂ। ਜਾਣੀ ਕਿ ਕਹਿੰਦੇ ਗੱਠਜੋੜ ਨਾ ਵਿਸ਼ਵਾਸਘਾਤ ਕੀਤਾ ਇਹਨਾਂ ਨੇ, ਇਹ ਬੰਦੇ ਵਿਸ਼ਵਾਸ ਦੇ ਯੋਗ ਨਹੀਂ ਹੈ, ਇਹਨਾਂ ਨੇ ਪੰਜਾਬ ਨੂੰ ਧੱਕਾ ਲਾਤਾ, ਆਹੀ ਗੱਲਾਂ ਸੀ। ਤੇ ਦੂਜੇ ਪਾਸੇ ਹੁੰਦਾ ਅੱਛਾ ਕਾਰਡ ਲੈ ਕੇ ਆਏ ਆ, ਪੀਓ ਚਾਹ ਪਾਣੀ, ਦੇਖ ਲਾਂ ਕੋਈ ਗੱਲ ਨਹੀਂ, ਮੁੰਡੇ ਨਾਲ ਸਲਾਹ ਕਰਾਂਗੇ। ਹੁਣ ਇਦਾਂ ਦੇ ਹਾਲਾਤ ਹੋ ਗਏ। ਜਾਣੀ ਇੱਕਦਮ ਬਾਅਦ 'ਚ ਢੀਂਡਸਾ ਸਾਹਿਬ ਵੀ ਕਹਿੰਦੇ ਕਿਸੇ ਨੂੰ ਬਹੁਮਤ ਨਹੀਂ ਮਿਲਣਾ, ਭਾਜਪਾ ਵਾਲੇ ਵੀ ਕਹਿੰਦੇ ਕਿਸੇ ਨੂੰ ਬਹੁਮਤ ਨਹੀਂ ਮਿਲਣਾ, ਜਿਹੜੇ ਪਹਿਲਾਂ ਕਹਿੰਦੇ ਸੀ ਸਰਕਾਰ ਸਾਡੀ ਵੱਟ ਤੇ ਪਈ ਹੈ, ਉਹ ਕਹਿੰਦੇ ਰਹਾਂਗੇ ਲੋਕਾਂ 'ਚ ਹੀ, ਨਤੀਜਾ ਭਾਵੇਂ ਕੋਈ ਵੀ ਹੋਵੇ। ਆਹ ਨਹੀਂ ਇਹ ਜਿਹੜਾ ਜਿੱਥੇ ਜੇ ਜਾ ਕੇ ਕੇਸ ਫਸ ਗਿਆ, ਇਹਦਾ ਅਸਰ ਤਾਂ ਡੈਫੀਨੇਟਲੀ ਪਊਗਾ ਨਤੀਜਿਆਂ 'ਤੇ। ਅੱਛਾ ਦੂਜੀ ਚਰਚਾ ਜਿਹੜੀ ਜੋ ਕੇਸਾਂ ਦੀ ਗੱਲ ਚਲਾਈ ਆ, ਦੂਜੀ ਚਰਚਾ ਤੁਸੀਂ ਜ਼ਿਕਰ ਕੀਤਾ ਸੀ ਵੀ ਉਹ ਹੁਸ਼ਿਆਰਪੁਰ ਵਾਲੀ ਅਦਾਲਤ ਦੇ ਵਿੱਚ ਦੋਹਰੇ ਸੰਵਿਧਾਨ ਵਾਲਾ ਮਸਲਾ ਚੱਲਦਾ ਪਿਆ, ਤੂੰ ਕੇਸ ਅਜੇ ਵੀ ਚੱਲਦਾ ਕਹਿੰਦੇ। ਕੁਲਵੰਤ ਸਿੰਘ ਖਹਿੜਾ ਹੋਰਾਂ ਨੇ ਹੁਣ ਉਹ ਕਹਿੰਦੇ ਵੀ ਮੈਨੂੰ ਸੰਤੁਸ਼ਟੀ ਹੈ ਜੀ, ਭਾਵੇਂ 12 ਸਾਲ ਬਾਅਦ ਹੀ ਸਹੀ, ਐਟਲੀਸਟ ਇਹ ਕੇਸ ਲੀਹ 'ਤੇ ਆਇਆ। ਹੁਣ ਤੁਸੀਂ ਸੋਚੋ ਗੱਲ ਕਿ ਵੀ 12 ਸਾਲ ਤਾਂ ਕੇਸ ਲੀਹ 'ਤੇ ਆਇਆ ਹੀ ਨਹੀਂ, ਅਤੇ ਉੱਥੇ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਤਾਂ ਹਾਜ਼ਰ ਹੋਣਾ ਹੀ ਪਿਆ। ਹਾਲਾਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਹਿੰਦੇ ਵੀ ਉਹਨਾਂ ਨੂੰ ਛੂਟ ਮਿਲ ਗਈ ਵੀ ਫਿਜ਼ੀਕਲੀ ਆਉਣ ਦੀ ਲੋੜ ਨਹੀਂ, ਵੱਡੇ ਬਾਦਲ ਸਾਹਿਬ ਜ਼ਮਾਨਤ ਲੈ ਗਏ ਸੀ। ਹੁਣ ਚੀਮਾ ਸਾਹਿਬ ਉੱਥੇ ਹਾਜ਼ਰ ਹੋਏ ਅਤੇ ਪੁੱਛਣ ਨੂੰ ਲਿਆ, ਚੀਮਾ ਸਾਹਿਬ ਫਿਰ ਦੋਹਰਾ ਸੰਵਿਧਾਨ, ਉਹ ਫਿਰ ਮਸਲਾ ਕੀ, ਕਹਿੰਦੇ ਤੁਹਾਨੂੰ ਕਿਹਨੇ ਕਿਹਾ ਵੀ ਦੋਹਰਾ ਸੰਵਿਧਾਨ ਸਾਡੇ ਕੋਲ, ਇਹ ਜਵਾਬ ਅਸੀਂ ਅਦਾਲਤ 'ਚ ਦੇਣਾ ਜਾ ਕੇ,
ਤੁਹਾਨੂੰ ਨਹੀਂ ਦੇਣਾ ਹੈਗਾ। ਹੁਣ ਜੇ ਇਹੀ ਗੱਲ ਬਲਵੰਤ ਸਿੰਘ ਖੇੜਾ ਨੂੰ ਪੁੱਛ ਲਿਓ, ਕਹਿੰਦੇ ਵੀ ਉਹ ਤਾਂ ਕਹਿੰਦੇ ਵੀ ਸਾਡਾ ਕੋਈ ਸੰਵਿਧਾਨ ਹੈ ਹੀ ਨਹੀਂ ਦੋਹਰਾ। ਉਹ ਆਪਣੇ ਹਿਸਾਬ ਨਾਲ ਆਖੀ ਗੱਲਾਂ ਕਹਿੰਦੇ ਜੇ ਦੋਹਰਾ ਸੰਵਿਧਾਨ ਨਹੀਂ ਸੀ ਤੇ 12 ਸਾਲ ਬਾਅਦ ਫਿਰ ਇੱਥੇ ਆ ਕੇ ਜ਼ਮਾਨਤਾਂ ਕਿਉਂ ਕਰਾਉਣੀਆਂ ਪੈ ਰਹੀਆਂ। ਹੁਣ ਦੋਵੇਂ ਧਿਰਾਂ ਮਤਲਬ ਬਿਆਨਾਂ ਤੋਂ ਇੱਦਾਂ ਲੱਗਦਾ, ਮੈਨੂੰ ਲੱਗਦਾ ਵੀ ਅਸੀਂ ਸਹੀ ਆ, ਉਹਨੂੰ ਲੱਗਦਾ ਅਸੀਂ ਸਹੀ ਆ। ਪਰ ਜੇ ਹੁਣ ਇਹ ਚਰਚਾ ਚੱਲੀ ਆ ਤੇ ਕਿਉਂਕਿ ਇਹਦੀ ਤਰੀਕ ਵੀ ਇਲੈਕਸ਼ਨਾਂ ਤੋਂ ਨਤੀਜਿਆਂ ਤੋਂ 2 ਦਿਨ ਬਾਅਦ 12 ਪਈ ਆ, ਉਦਣ ਜਾ ਕੇ ਇਹਦੇ ਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹਦੀ ਉਡੀਕ ਕਰਨੀ ਪੈਣੀ। ਨਹੀਂ, ਉਡੀਕ ਕਰਨੀ ਪੈਣੀ। ਇਹ ਮਸਲਾ ਜੇ ਚੱਲਦਾ ਰਿਹਾ ਨਾ ਸੰਧਾਲੀਆ ਸਾਹਿਬ, ਮੈਂ ਫਿਰ ਕਹਿੰਦਾ ਕਿ ਜੇ ਚੱਲਦਾ ਰਿਹਾ, ਜੇ ਅਦਾਲਤ ਕਿਸੇ ਫੈਸਲੇ ਤੇ ਪਹੁੰਚਣ ਯੋਗ ਹੋਈ, ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਇਹਦੇ ਵਿੱਚ ਸਬੂਤ ਨਹੀਂ ਮਿਟ ਸਕਦੇ। ਸਾਨੂੰ ਨਹੀਂ ਪਤਾ ਬਲਵੰਤ ਸਿੰਘ ਖੇੜਾ ਹੋਰੀ ਸਹੀ ਨੇ, ਸਾਨੂੰ ਨਹੀਂ ਪਤਾ ਅਕਾਲੀ ਦਲ ਸਹੀ ਹੈ, ਪਰ ਕਿਉਂਕਿ ਪਾਰਟੀਆਂ ਨੂੰ ਸੰਵਿਧਾਨ ਜਮ੍ਹਾਂ ਕਰਾਉਣਾ ਪੈਂਦਾ ਹੀ। ਚੋਣ ਕਮਿਸ਼ਨ ਦੇ ਕੋਲੇ ਜੇ ਜਮ੍ਹਾਂ ਕਰਾਇਆ ਤਾਂ ਕਾਪੀ ਉਹਨਾਂ ਕੋਲ ਹੋਣੀ ਹੈ, ਜੇ ਗੁਰਦੁਆਰਾ ਕਮਿਸ਼ਨ ਕੋ ਜਮ੍ਹਾਂ ਕਰਾਇਆ ਸੰਵਿਧਾਨ ਤਾਂ ਕਾਪੀ ਉਹਨਾਂ ਕੋਲ ਹੋਣੀ ਹੈ। ਮੇਲ ਹੀ ਕਰਨਾ ਹੈ, ਮਿਲਾਨ ਹੁੰਦਾ ਨਾ, ਮਿਲਾਨ ਕੇ ਆ। ਦੇਖੋ ਤੁਹਾਡੀ ਕਈ ਵਾਰੀ ਬੀਬੀਆਂ ਜਾਂਦੀਆਂ ਹੁੰਦੀਆਂ ਬੈਂਕ ਨੂੰ, ਮੇਰੇ ਪੈਸੇ ਥੋੜੇ ਚੜੇ ਲੱਗਦੇ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਕਿਉਂਕਿ ਹੁਣ ਤਾਂ ਚਲੋ ਕੰਪਿਊਟਰ ਸਿਸਟਮ ਹੈ। ਪਹਿਲਾਂ ਉਹਨਾਂ ਨੇ ਕਹਿਣਾ ਅੱਛਾ ਇੱਦਾਂ ਮੋਟੀਆਂ ਐਨਕਾਂ ਹੋ ਜਾਂਦੀਆਂ, ਇੱਦਾਂ ਥੱਲੇ ਐਨਕਾਂ ਕਰਕੇ, ਅੱਛਾ ਬੀਬੀ ਜੀ ਹੁਣੇ ਦੇਖਦੇ ਆ ਆ ਕਾਕਾ ਉਹ ਰਜਿਸਟਰ ਲਿਆ। ਉਹਨੇ ਕਹਿੰਦੇ ਕਿਹੜਾ? ਉਹ ਨਹੀਂ ਉਹ ਥੱਲੇ ਵਾਲਾ, ਉਹ ਲਾਲ ਜਿਲਦ ਵਾਲਾ, ਉਹ ਰਜਿਸਟਰ ਕੱਢਣਾ। ਫਿਰ ਐਂ ਕਰਕੇ ਕੱਲੀ ਕੱਲੀ, ਅੱਛਾ 16 ਤਰੀਕ ਵਾਲੀ ਐਂਟਰੀ ਬੀਬੀ ਰਹਿ ਗਈ ਆ, ਤੇ ਕੋਈ ਗੱਲ ਕਰ ਦਿੰਦੇ ਆ, ਬੈਠੋ। ਬੈਂਕ ਜਿਹੜੇ ਪੈਸੇ ਕਾਗਜ਼ੀ ਆਏ ਹੁੰਦੇ ਜਾਂਦੇ ਨਹੀਂ ਕਿਤੇ, ਤੁਹਾਡੀ ਕਾਪੀ ਤੇ ਨਹੀਂ ਹੋਈ। ਰਜਿਸਟਰ ਤੇ ਸਹੀ ਬੋਲਦਾ, ਰਜਿਸਟਰ ਸਹੀ ਬੋਲਦਾ, ਥੋੜਾ ਜਿਹਾ ਫਰਕ ਹੈਗਾ। ਉੱਥੋਂ ਐਂ ਕਰਕੇ ਜਦੋਂ ਦੁੱਧ ਵਾਲੀ ਕਾਪੀ ਤੇ ਲਿਖਦੇ ਡੈਰੀ ਵਾਲੇ ਆ ਨਹੀਂ, ਚਲੋ ਹੋ ਜਾਵੇ ਤੇ ਚੰਗੀ ਗੱਲ ਆ। ਦੂਜੀ ਗੱਲ ਇਹ ਆ ਕਿ ਵੀ ਇੱਕ ਵਾਹਵਾ ਕੇਸ ਪੁਰਾਣਾ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਵੀ ਨਿਕਲਿਆ ਫਿਰਦਾ। ਹੁਣ ਕੋਈ ਕਹਿੰਦਾ ਜੀ 32 ਸਾਲ ਪੁਰਾਣਾ ਕੇਸ ਆ, ਉਹੀ ਰੋਡ ਰੇਜ ਵਾਲਾ ਜੀ। ਤੇ ਉਸ ਕੇਸ ਦੇ ਵਿੱਚ ਹੋ ਸਕਦਾ ਹਰੇਕ ਬੰਦੇ ਨੂੰ ਲੱਗਦਾ ਹੋਵੇ ਵੀ ਯਾਰ ਉਹ ਤੇ 2018 ਚ ਨਿਬੜ ਨਹੀਂ ਗਿਆ ਸੀ। ਵੈਸੇ ਮੈਂ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਇਹ ਰੋਡਵੇਜ ਨਾ ਲੱਗੇ, ਸਮਝਾ ਦਿਓ। ਰੋਡ ਰੇਜ ਮਤਲਬ ਕਹਿਣ ਤੋਂ ਇਹ ਵੀ ਗੱਡੀ ਦੇ ਵਿੱਚ ਗੱਡੀ ਵੱਜਦੀ ਹੈ, ਝਰੀਟਾਂ ਜੀਆਂ ਵੱਜਦੀਆਂ ਤੇ ਉੱਥੇ ਝਗੜਾ ਹੁੰਦਾ ਤੇ ਉਸ ਝਗੜੇ ਦੇ ਵਿੱਚ ਲੜਾਈ ਹੁੰਦੀ। ਮੈਂ ਕਿਹਾ ਕੱਲ ਨੂੰ ਕੋਈ ਨਾ ਸਮਝੋ ਕਿ ਰੋਡਵੇਜ ਦਾ ਮਤਲਬ ਝਗੜੇ ਵਾਲਾ ਕੇਸ ਆਪਾਂ ਕਹਿ ਦਿੰਦੇ ਹਾਂ ਵੀ ਸਿੰਪਲ ਗੱਡੀ ਦੇ ਝਗੜੇ ਵਾਲਾ ਕੇਸ ਇੱਕ ਬਜ਼ੁਰਗ ਦੇ ਨਾਲ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਚੱਲਦਾ 32 ਸਾਲ ਪੁਰਾਣਾ ਜੀ। 2018 ਦੇ ਵਿੱਚ ਉਹ ਕਹਿੰਦੇ ਕਿ ਨਿਬੜ ਗਿਆ ਸੀ, ਕਿਉਂਕਿ ਉਦੋਂ ਅਦਾਲਤ ਨੇ ਇਹ ਮੰਨਿਆ ਸੀ ਵੀ ਇਹ ਜਾਣਬੁੱਝ ਕੇ ਕਿਸੇ ਨੂੰ ਸੱਟ ਪੇਟ ਨਹੀਂ ਲਾਈ ਗਈ, ਇਸ ਕਰਕੇ 1000 ਰੁਪਈਆ ਜੁਰਮਾਨਾ ਹੋਇਆ ਸੀ। ਉਹਦੇ ਤੋਂ ਬਾਅਦ ਹੀ ਉਸ ਪਰਿਵਾਰ ਨੇ ਫੇਰ ਕਹਿੰਦੇ ਐਪਲੀਕੇਸ਼ਨ ਪਾਈ ਸੀ ਵੀ ਨਹੀਂ ਮਹਾਰਾਜ ਇਹਦੇ ਤੇ ਦੁਬਾਰਾ ਰਿਵਿਊ ਕਰੋ ਜੀ, ਤੁਸੀਂ ਇੱਦਾਂ ਕਮਾਲ ਕਰੀ ਜਾਂਦੇ ਹੋ ਵੀ ਇਹ ਜਾਣਬੁੱਝ ਕੇ ਨਹੀਂ ਕੀਤਾ, ਹੋਰ ਹੀ ਦੱਸੋ ਕੀ ਹੈ। ਹੁਣ ਉਸ ਕੇਸ ਦੇ ਵਿੱਚ ਸਿੱਧੂ ਸਾਹਿਬ ਵਾਲੇ ਧਿਰ ਵਾਲੇ ਪਾਸੋਂ ਕਿਹਾ ਗਿਆ ਵੀ ਰਿਵਿਊ ਪਟੀਸ਼ਨ ਖਾਰਜ ਕੀਤੀ ਜਾਵੇ। ਉਹ ਕਹਿੰਦੇ ਮਹਾਰਾਜ ਬੰਦੇ ਨੂੰ ਸਜ਼ਾ ਹੋਰ ਦਿਓ। ਸੰਧਾਲੀਆ ਸਾਹਿਬ 2 ਹਫ਼ਤੇ ਦਾ ਸਮਾਂ ਦਿੱਤਾ ਗਿਆ ਕਿ ਭਾਈ ਤੁਸੀਂ ਆਪਣਾ ਜਵਾਬ ਜਿਹਾ ਤਿਆਰ ਕਰੋ ਕਿ ਤੁਸੀਂ ਕੀ ਕਹਿੰਦੇ ਹੋ। ਹੁਣ ਦੇਖੋ ਜਦੋਂ ਉਹ ਗੁਰਨਾਮ ਸਿੰਘ ਸੀ ਉਸ ਸ਼ਖਸ ਦਾ ਨਾਮ ਜਿਨ੍ਹਾਂ ਦੀ ਮੌਤ ਹੋਈ, ਦੇਖੋ ਪਰਿਵਾਰ ਨੂੰ ਤਾਂ ਜਦੋਂ ਬੰਦਾ ਜਾਂਦਾ ਦੁੱਖ ਤਾਂ ਹੈਗਾ ਹੀ ਹੈ ਨਾ, ਚਾਹੇ ਕਿੰਨੇ ਦਹਾਕੇ ਵੀ ਪਹਿਲਾਂ ਹੋ ਗਏ। ਹੁਣ ਪਟਿਆਲੇ ਦੀ ਘਟਨਾ ਹੈ, ਉਦੋਂ ਸਿੱਧੂ ਸਾਹਿਬ ਰਾਜਨੀਤਿਕ ਲੀਡਰ ਵੀ ਨਹੀਂ ਸੀਗੇ, ਉਦੋਂ ਸਿੱਧੂ ਸਾਹਿਬ ਕਮੈਂਟੇਟਰ ਵੀ ਨਹੀਂ ਸੀਗੇ, ਉਦੋਂ ਸਿੱਧੂ ਸਾਹਿਬ ਟੀਵੀ ਤੇ ਵੀ ਨਹੀਂ ਕੰਮ ਕਰਦੇ ਸੀ, ਉਦੋਂ ਸਿੱਧੂ ਸਾਹਿਬ ਕ੍ਰਿਕਟਰ ਹੋਣਗੇ। ਚਲੋ ਪਟਿਆਲੇ 'ਚ ਘਟਨਾ ਘਟੀ ਕਿ ਮਾੜੀ ਮੋਟੀ ਤੂੰ ਮੈਂ ਹੋਈ, ਜਿੰਨੀ ਵੀ ਹੋਈ, ਦੋਨੋਂ ਧਿਰਾਂ ਜਾਣਦੀਆਂ ਕੀ ਹੋਇਆ। ਉਹ ਬੰਦੇ ਦੀ ਬਾਅਦ ਵਿੱਚ ਮੌਤ ਹੋ ਗਈ ਤੇ ਪਰਿਵਾਰ ਦਾ ਕਹਿਣਾ ਸੀ ਕਿ ਉਸ ਤੂੰ ਮੈਂ ਦੀ ਘਟਨਾ ਜਾਂ ਉਸ ਖਹਿਬਾਜੀ ਦਾ ਅਸਰ ਸੀ। ਚਲੋ ਸਿੱਧੂ ਸਾਹਿਬ ਹੋਰੀ ਹੇਠਲੀ ਅਦਾਲਤ ਦੇ ਵਿੱਚੋਂ ਬਰੀ ਹੋ ਗਿਆ ਕਿ ਨਹੀਂ ਭਾਈ ਇਹ ਕਸੂਰ ਕੋਈ ਨਹੀਂ। ਉਧਰੋਂ ਐਮਪੀ ਬਣ ਗਏ, ਕੇਸ ਹਾਈ ਕੋਰਟ 'ਚ ਚਲਾ ਗਿਆ, ਹਾਈ ਕੋਰਟ ਨੇ 3 ਸਾਲ ਦੀ ਸਜ਼ਾ ਦੇ ਦਿੱਤੀ। ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਨੂੰ ਐਮਪੀ ਦੀ ਸੀਟ ਤੋਂ ਅੰਮ੍ਰਿਤਸਰੋਂ ਅਸਤੀਫਾ ਦੇਣਾ ਪਿਆ ਸੀ, ਜ਼ਿਮਨੀ ਚੋਣ ਹੋਈ ਸੀ। ਜਦੋਂ 3 ਸਾਲ ਦੀ ਸਜ਼ਾ ਕਰਤੀ ਇਹ ਸੁਪਰੀਮ ਕੋਰਟ ਚਲੇ ਗਏ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿਹਾ, ਉਹ ਕਹਿੰਦੇ ਚਲੋ ਠੀਕ ਹੈ 3 ਸਾਲ ਦੀ ਸਜ਼ਾ ਤਾਂ ਨਹੀਂ, 1000 ਰੁਪਈਆ ਜੁਰਮਾਨਾ ਲਾ ਦਿਓ, ਕਿਉਂਕਿ ਲੱਗਦਾ ਕਿ ਇਹਨਾਂ ਦੀ ਕੋਈ ਇਦਾਂ ਦੀ ਇੰਟੈਂਸ਼ਨ ਨਹੀਂ ਸੀ, ਜਾਣਬੁੱਝ ਕੇ ਨਹੀਂ ਕੀਤਾ। ਉਹਦੇ ਤੋਂ ਬਾਅਦ ਚਲੋ ਉਹਨਾਂ ਨੇ ਫਿਰ ਚੋਣ ਲੜੀ, ਫਿਰ ਐਮਪੀ ਬਣ ਗਏ, ਐਮਐਲਏ ਬਣ ਗਿਆ, ਮਿਨਿਸਟਰ ਬਣ ਗਿਆ, ਹੁਣ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਵੀ ਨੇ। ਉਹ ਪਰਿਵਾਰ ਫਿਰ ਮਾਣਯੋਗ ਸੁਪਰੀਮ ਕੋਰਟ ਕੋਲ ਗਿਆ ਕਿ ਤੁਸੀਂ ਆ ਜਿਹੜੀ ਉਹਨਾਂ ਦੀ ਸਜ਼ਾ ਘਟਾ ਕੇ ਸਿਰਫ 1000 ਦੇ ਜੁਰਮਾਨੇ ਤੱਕ ਸੀਮਤ ਕਰ ਦਿੱਤੀ ਹੈ, ਐ ਨਹੀਂ ਜੀ, ਸਜ਼ਾ ਵੱਧ ਬਣਦੀ ਹੈ, ਰਿਵਿਊ ਕਰੋ। ਤੇ ਸਿੱਧੂ ਸਾਹਿਬ ਦੇ ਵਕੀਲ ਨੇ ਉੱਥੇ ਕਿਹਾ ਜੀ ਦੇਖੋ 3 ਦਹਾਕੇ ਹੋ ਗਏ, ਨਵਜੋਤ ਸਿੰਘ ਸਿੱਧੂ ਹੋਰੀ ਰਾਜਨੀਤਿਕ ਲੀਡਰ ਰਹੇ, ਕ੍ਰਿਕਟਰ ਰਹੇ, ਛੋਟੇ ਪਰਦੇ ਤੇ ਰਹੇ, ਕਮੈਂਟੇਟਰ ਰਹੇ, ਇਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਕਰ ਸਕਦਾ। ਬੜਾ ਕਲੀਨ ਇਹਨਾਂ ਦਾ ਜਿਹੜਾ ਉਹ ਕਰੈਕਟਰ ਰਿਹਾ ਉਹਦੇ ਤੋਂ ਬਾਅਦ ਵੀ, ਤੇ ਇਸ ਕਰਕੇ ਜਿੰਨਾ ਕੁ ਤੁਸੀਂ ਜੁਰਮਾਨਾ ਲਾਇਆ ਸੀ ਉਹਨਾਂ ਕੁ ਠੀਕ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇੱਕੋ ਹੀ ਦਿਨ ਜਦੋਂ ਤਰੀਕਾਂ ਹੋਣ, ਅੰਮ੍ਰਿਤਸਰ ਪੂਰਬੀ ਹਲਕੇ ਤੋਂ ਇੱਕੋ ਹੀ ਹਲਕੇ ਤੋਂ ਚੋਣ ਲੜੇ ਆ, ਰੌਲਾ ਰੱਪਾ ਬਹੁਤ ਸੀ, ਇੱਕੋ ਦਿਨ ਮਜੀਠੀਆ ਸਾਹਿਬ ਤੇ ਇੱਕੋ ਦਿਨ ਸਿੱਧੂ ਸਾਹਿਬ ਨੂੰ 15 ਦਿਨ ਮਿਲ ਗਿਆ ਕਿ ਭਾਈ ਜਵਾਬ ਜੂਬ ਦਿਓ, ਤੇ ਮਜੀਠੀਆ ਸਾਹਿਬ ਨੇ। ਹਾਂ ਨਹੀਂ, ਇਹ ਥੋੜਾ ਜਿਹਾ ਕੰਮ ਹੋਇਆ। ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਹੈ, ਇਹ ਨਿਰਾਪੁਰਾ ਹੀ ਨਹੀਂ ਵੀ ਇਹ ਪੁਰਾਣਾ ਕੇਸ ਜਿਹੜਾ ਉਹੀ ਸਾਹਮਣੇ ਆਇਆ। ਦੂਜੀ ਗੱਲ ਇਹ ਵੀ ਆ ਵੀ ਹੁਣ ਕਾਂਗਰਸ ਪਾਰਟੀ ਦੇ ਆਪਣੀ ਲੀਡਰਸ਼ਿਪ ਦੇ ਵਾਲੇ ਪਾਸੇ ਜਿਹੜੀ ਬਿਆਨ ਆਉਣ ਲੱਗ ਪਏ। ਪਹਿਲਾਂ ਔਜਲਾ ਸਾਹਿਬ ਦਾ ਬਿਆਨ ਆਇਆ, ਫਿਰ ਰੰਧਾਵਾ ਸਾਹਿਬ ਕਹਿਣ ਲੱਗ ਪਏ, ਹੁਣ ਕਹਿੰਦੇ ਜਾਖੜ ਸਾਹਿਬ ਨੇ ਵੀ ਥੋੜਾ ਜਿਹਾ ਕਿਹਾ ਵੀ
ਸਿੱਧੂ ਸਾਹਿਬ ਇਕੱਲੇ ਰਹਿ ਗਏ ਕਿਤੇ ਨਾ ਕਿਤੇ, ਕਿਉਂਕਿ ਜਿਹੜੀ ਉਹ ਬੋਲਬਾਣੀ ਸੀਗੀ ਉਹਦਾ ਕਰਕੇ ਵਰਕਰ ਹੌਲੀ ਹੌਲੀ ਟੁੱਟ ਗਿਆ। ਬੋਲਬਾਣੀ ਦੀ ਗੱਲ ਰੰਧਾਵਾ ਸਾਹਿਬ ਕਰਦੇ, ਬੋਲਬਾਣੀ ਦੀ ਗੱਲ ਔਜਲਾ ਸਾਹਿਬ ਕਰਦੇ, ਚਲੋ ਜਿਹੜੀ ਵੀ ਗੱਲ ਹੋਈ। ਪਰ ਪਿਛਲੇ ਦਿਨੀ ਜਿਹੜੀ ਹੋਈ ਮੀਟਿੰਗ ਸੀਗੀ ਉਹਦੇ 'ਚੋਂ ਸਿੱਧੂ ਸਾਹਿਬ ਗੈਰ ਹਾਜ਼ਰ ਰਹੇ ਜਾਂ ਅਗਲਿਆਂ ਨੇ ਸੱਦਾ ਪੱਤਰ ਨਹੀਂ ਭੇਜਿਆ। ਦੂਸਰੇ ਪਾਸੇ ਹੁਣ ਜਦੋਂ ਇਲੈਕਸ਼ਨਾਂ ਹੋ ਗਈਆਂ ਉਹਦੇ ਤੋਂ ਬਾਅਦ ਤੇ ਮੇਰੇ ਨਹੀਂ ਖਿਆਲ ਹੁੰਦਾ ਵੀ ਕਿਸੇ ਨੂੰ ਕੋਈ ਇੱਧਰ ਉੱਧਰ ਬਿਆਨ ਦੇਣ ਦੀ ਲੋੜ ਹੁੰਦੀ, ਪਰ ਫਿਰ ਵੀ ਜੇ ਬਿਆਨ ਆ ਰਹੇ ਨੇ ਵੀ ਨਤੀਜਾ ਜੇ ਵੇਟ ਕੀਤਾ ਜਾ ਰਿਹਾ, ਉਹਦੇ ਵਿੱਚ ਬਿਆਨ ਆ ਰਹੇ ਨੇ, ਉਹ ਵੀ ਕੋਈ ਬਹੁਤੇ ਵਧੀਆ ਸੰਕੇਤ ਜਾਪਦੇ ਨਹੀਂ ਹੈ ਨਹੀਂ। ਸੰਧਾਲੀਆ ਸਾਹਿਬ ਇਹ ਸਾਰੇ ਬੰਦੇ ਬੜੇ ਸਤਿਕਾਰਯੋਗ ਨੇ, ਬੜੇ ਸਿਆਣੇ ਨੇ। ਗੁਰਜੀਤ ਸਿੰਘ ਔਜਲਾ ਸਾਹਿਬ ਵੀ, ਜਾਖੜ ਸਾਹਿਬ ਵੀ, ਰੰਧਾਵਾ ਸਾਹਿਬ ਵੀ, ਹੋਰ ਵੀ ਕਿੰਨੇ ਸਾਹਿਬ ਕਾਂਗਰਸ ਦੇ ਜਿਹੜੇ ਇਸ ਮੁੱਦੇ ਤੇ ਬੋਲੇ ਆ। ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਕਿਸੇ ਪੱਤਰਕਾਰ ਨੂੰ ਜਾਂ ਕਿਸੇ ਵੀ ਬੰਦੇ ਨੂੰ ਤੂੰ ਕਰਕੇ ਬੋਲਣਾ, ਹਟ ਪਰੇ ਕਹਿਣਾ ਜਾਂ ਕੋਈ ਇੱਦਾਂ ਦਾ ਹੋਰ ਸ਼ਬਦ ਬੋਲਣਾ ਜਿਹੜਾ ਮਰਿਆਦਾ ਤੋਂ ਪਰੇ ਹੋਵੇ। ਸਿੱਧੂ ਸਾਹਿਬ ਨੂੰ ਇੱਦਾਂ ਦੇ ਸ਼ਬਦ ਨਹੀਂ ਬੋਲਣੇ ਚਾਹੀਦੇ। ਤੇ ਜੇ ਉਹਨਾਂ ਦੀ ਪਾਰਟੀ ਦੇ ਆਪਣੇ ਹੀ ਬੰਦੇ ਇਸ ਮੁੱਦੇ ਤੇ ਖੁੱਲ੍ਹ ਕੇ ਕਹਿ ਰਹੇ ਤਾਂ ਦੋਹਰਾ ਸੋਚਣਾ ਵਿਚਾਰਨਾ ਚਾਹੀਦਾ ਸਿੱਧੂ ਸਾਹਿਬ ਨੂੰ। ਕੋਈ ਵੀ ਬੰਦਾ ਉਹਨਾਂ ਸ਼ਬਦਾਂ ਨੂੰ ਅਸੈਪਟ ਨਹੀਂ ਕਰਦਾ। ਦੂਸਰੇ ਪਾਸੇ ਇੱਕ ਹੋਰ ਵੀ ਮਸਲਾ ਹੈ। ਨਵਜੋਤ ਸਿੰਘ ਸਿੱਧੂ ਨੇ ਜਦੋਂ ਸ਼ਬਦ ਇੱਦਾਂ ਦੇ ਬੋਲੇ ਤਾਂ ਜਾਖੜ ਸਾਹਿਬ ਨੂੰ ਵੀ ਇਤਰਾਜ਼ ਹੈ, ਰੰਧਾਵਾ ਸਾਹਿਬ ਨੂੰ ਵੀ, ਔਜਲਾ ਸਾਹਿਬ ਨੂੰ ਹੋਣਾ ਵੀ ਚਾਹੀਦਾ, ਜਾਇਜ਼ ਹੈ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਈ 30-40 ਕਾਂਗਰਸੀ ਰੇਤਾ 'ਚੋਂ ਪੈਸੇ ਖਾਂਦੇ ਸੀ, ਮੇਰੇ ਕੋਲੇ ਫਾਈਲਾਂ, ਉਦੋਂ ਵੀ ਆਪਾਂ ਕਿਹਾ ਸੀ ਕਿ ਸਾਰੇ ਕਾਂਗਰਸੀ MLA ਤੇ MP, ਕਿਉਂਕਿ ਤੁਹਾਡੇ ਨਾਲ ਰਹੇ ਮੁੱਖ ਮੰਤਰੀ ਨੇ ਦੋਸ਼ ਲਾਇਆ, ਠੋਕ ਵਜਾ ਕੇ ਕਹਿਣ ਕਿ ਭਾਈ ਮੇਰਾ ਰੇਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਨਹੀਂ ਬੋਲਿਆ ਸੀ। ਜਾਣੀ ਅੱਜ ਜੇ ਇਧਰਲੇ ਪਾਸੇ ਅੰਮ੍ਰਿਤਸਰ ਵਾਲੇ ਬੋਲ ਦੇ ਉੱਤੇ ਇਤਰਾਜ਼ ਆ ਕਿ ਭਾਈ ਉਹ ਬੰਦਾ ਇਦਾਂ ਕਿਉਂ ਬੋਲਦਾ, ਤੇ ਇਤਰਾਜ਼ ਜਾਇਜ਼ ਹੈ। ਪਰ ਜਦੋਂ ਕਾਂਗਰਸ ਪਾਰਟੀ ਦੇ ਬਹੁ ਗਿਣਤੀ ਵਿਧਾਇਕਾਂ ਦੇ ਉੱਤੇ ਉਹਨਾਂ ਦੁਆਰਾ ਚੁਣਿਆ ਗਿਆ ਮੁੱਖ ਮੰਤਰੀ ਕਹਿੰਦਾ ਸੀ ਕਿ ਭਾਈ ਰੇਤਾ 'ਚ 30-40 ਬੰਦੇ ਲਿਬੜਿਓ ਸੀ ਤਾਂ ਮੇਰੇ ਕੋਲੇ ਫਾਈਲਾਂ ਹੈ, ਇਹ ਬੁੱਲ ਜੇ ਉਦੋਂ ਵੀ ਹਿੱਲਦੇ ਤਾਂ ਬਹੁਤ ਚੰਗਾ ਹੁੰਦਾ। ਕਿਉਂਕਿ ਨਵਜੋਤ ਸਿੰਘ ਸਿੱਧੂ ਬੋਲਿਆ ਹੋਊਗਾ ਕਾਂਗਰਸ ਨੂੰ ਨੁਕਸਾਨ ਹੋਵੇ, ਸਾਡੇ ਵੱਲੋਂ ਸਾਰਾ ਹੀ ਹੋ ਜਾਵੇ, ਅਸੀਂ ਕੀ ਲੈਣਾ ਦੇਣਾ, ਪੰਜਾਬ ਦੇ ਲੋਕਾਂ ਨੇ ਕੋਈ ਲੈਣਾ ਦੇਣਾ ਨਹੀਂ ਕਾਂਗਰਸ ਤੋਂ, ਉਹ ਇੱਕ ਸਿਆਸੀ ਪਾਰਟੀ ਹੈ। ਪਰ ਜੇ ਰੇਤਾ ਵਾਲੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਗੱਲ 5% ਵੀ ਸੱਚ ਹੈ ਤਾਂ ਸੰਧਾਲੀਆ ਸਾਹਿਬ ਉਹਦੇ ਨਾਲ ਪੰਜਾਬ ਨੂੰ ਨੁਕਸਾਨ ਹੋਇਆ ਹੈ, ਕਿਸੇ ਸਿਆਸੀ ਪਾਰਟੀ ਨੂੰ ਨਹੀਂ। ਤੇ ਜੇ ਉਦੋਂ ਨਹੀਂ ਬੋਲਿਆ ਗਿਆ ਫਿਰ ਹੁਣ ਵੀ ਚੁੱਪ ਰਹਿ ਲੈਣਾ ਸੀ, ਗੱਲ ਕਿਹੜੀ ਆ, ਜਾਂ ਤਾਂ ਦੋਨਾਂ ਮੁੱਦਿਆਂ ਤੇ ਬੋਲੋ। ਇਹ ਨਾਲੇ ਇੱਕ ਗੱਲ ਹੋ ਰਿਹਾ, ਨਹੀਂ ਮੈਂ ਗੱਲ ਠੀਕ ਹੀ ਕਹਿ ਰਹੀ, ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ। ਸਿੱਧੂ ਸਾਹਿਬ ਬੋਲੇ ਨਹੀਂ ਬੋਲੇ, ਕਿੱਦਾਂ ਬੋਲੇ, ਹੁਣ ਇਹਦੇ 'ਚ ਆਪਾਂ ਇੱਕ ਗੱਲ ਇਹ ਵੀ ਨਿਬੇੜਾ ਕਰ ਲਈਏ ਵੀ ਜਾਂ ਤਾਂ ਨਾ ਵੀ ਕਾਂਗਰਸ ਪਾਰਟੀ ਦੇ ਖਿਲਾਫ ਹੀ ਬੋਲੇ, ਕਿਉਂਕਿ ਉਹ ਬੰਦਾ ਜਦੋਂ ਵਿਰੋਧੀਆਂ ਦੇ ਖਿਲਾਫ ਬੋਲਦਾ ਉਦੋਂ ਵੀ ਤਾਂ ਇੱਦਾਂ ਹੀ ਬੋਲਦਾ ਨਾ। ਹੁਣ ਜਦੋਂ ਵਿਰੋਧੀਆਂ ਦੇ ਖਿਲਾਫ ਉਹ ਬੋਲਦੇ ਆ ਉਦੋਂ ਤੇ ਕਾਂਗਰਸ ਪਾਰਟੀ ਵਾਲੇ ਮੁਸਕੜੀ ਹੱਸਦੇ ਵੀ ਲੈ ਪੱਲੇ, ਆਹ ਹੋਈ ਨਾ ਪ੍ਰਧਾਨ ਜੀ ਵੱਲੋਂ ਗੱਲਬਾਤ। ਤੇ ਜਦੋਂ ਪ੍ਰਧਾਨ ਜੀ ਵਰਦੇ ਹੌਲੀ ਹੌਲੀ 3-4 ਆਪਣੇ ਵੀ ਨਾਲ ਲੈ ਲੈਂਦੇ ਵੀ ਠੀਕ ਇਹ ਵੀ ਨਹੀਂ ਹੈਗੇ, ਉਦੋਂ ਆਪਾਂ ਇਤਰਾਜ਼ ਪ੍ਰਗਟ ਕਰਦੇ। ਇਹ ਗੱਲ ਤੁਹਾਡੀ ਸਹੀ ਹੈ ਕਿ ਵੀ ਜਾਂ ਤੇ ਕੈਪਟਨ ਸਾਹਿਬ ਦੀ ਗੱਲ ਤੇ ਪਤਾ ਗੁੱਸਾ ਕਿੱਦਾਂ ਆਉਣਾ ਹੈ, ਉਹ ਵੀ ਇਦਾਂ ਹੀ ਕਹਿੰਦੇ ਮੈਨੂੰ ਪਤਾ ਕਿਹੜੀਆਂ 40 ਉਹਦੇ 'ਚ ਚੱਲਦੀਆਂ ਨੇ ਨਾ ਫਾਈਲਾਂ, ਮੈਨੂੰ ਪਤਾ ਕਿਹੜਾ ਰੇਤ ਕਰਦਾ ਹੈ, ਤੂੰ ਰੇਤ ਕਰਦਾ ਹੀ ਹੋ ਸਕਦਾ। ਫਿਰ ਅਗਲਾ ਵੀ ਤੂੰ ਕਿੱਦਾਂ ਕਹਿਦਾ ਰੇਤ ਤੇ ਚਲੋ ਚੋਰੀ ਕੀਤੀ, ਤੂੰ ਨਹੀਂ ਸੀ ਕਹਿਣਾ ਚਾਹੀਦਾ। ਭਾਸ਼ਾ ਤਾਂ ਠੀਕ ਵਰਤੋ, ਭਾਸ਼ਾ ਦਾ ਠੀਕ ਵਰਤੋ ਨਾ, ਠੀਕ ਹੈ ਰੇਤ ਚੋਰੀ ਕੀਤੀ ਤੇ ਮਤਲਬ ਇਹ ਥੋੜਾ ਵੀ ਹੁਣ ਤੁਸੀਂ ਤੂੰ ਕਹਿ ਦਿਓਗੇ। ਜਾਂ ਅਗਲਾ ਕੇ ਵੀ ਫਲਾਣਾ ਜਿਹੜਾ ਉਹ ਨਸ਼ੇ ਵਾਲੀ ਗੱਲਬਾਤ ਚੱਲਦੀ ਸੀ, ਜਾਂ ਕੈਪਟਨ ਸਾਹਿਬ ਨੂੰ ਕਹਿਦਾ ਵੀ ਕੈਪਟਨ ਸਾਹਿਬ ਤੁਸੀਂ ਉਦੋਂ ਸਹੁੰ ਖਾਧੀ ਸੀ ਮਹਾਰਾਜ 4 ਹਫ਼ਤਿਆਂ ਦੀ, ਜਾਓ ਫਿਰ ਮੈਂ ਖਾਧੀ ਸੀ ਸਹੁੰ। ਦੇਖੋ ਜੀ ਉਹ ਗੱਲ ਠੀਕ ਹੈ, ਸਹੁੰ ਖਾਧੀ ਵਾਲੀ ਗੱਲ ਹੋ ਗਈ, ਪਰ ਜਿਹੜਾ ਉਹਨੇ ਕਹਿੰਦਾ ਜਾਓ ਮੈਂ ਖਾਧੀ ਸੀ, ਜਾਓ ਨਹੀਂ ਸੀ ਕਹਿਣਾ ਜਿਹਦਾ ਨਾਲ। ਹੁਣ ਜਿਹੜੀ ਇਹ ਲੜਾਈ ਇੱਥੇ ਲਿਆ ਕੇ ਲੜੀ ਜਾ ਰਹੀ ਹੈ, ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਨਹੀਂ, ਉਹਨਾਂ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਉਹ ਵਿਚਾਰੇ ਆਪਣੇ ਹੱਥ ਵਢਾ ਚੁੱਕੇ ਆ 20 ਤਰੀਕ ਨੂੰ। ਉਹਨਾਂ ਦੇ ਹੱਥ ਵਢਾਇਆ ਦਾ ਨਤੀਜਾ ਆਉਣਾ 10 ਮਾਰਚ ਨੂੰ। ਉਹਦੇ ਵਿੱਚ ਜੋ ਕੁਝ ਵੀ ਇਸ ਵਕਤ ਰਿੱਝ ਰਿਹਾ, ਪੱਕ ਰਿਹਾ, ਉਬਲ ਰਿਹਾ, ਇਹਦਾ ਹੌਲੀ ਜਿਹੀ ਢੱਕਣ ਚੱਕ ਕੇ ਦੇਖਿਆ ਜਾ ਰਿਹਾ ਵੀ ਕਿੱਥੇ ਪਹੁੰਚੀ ਗੱਲ। ਤੇ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਹੋ ਸਕਦਾ ਵੀ ਜਿਹੜੀ ਇੱਕ ਅੱਧੀ ਕੁਰਸੀ ਬਚੀ ਹੈ ਸਿੱਧੂ ਸਾਹਿਬ ਕੋਲੋਂ, ਉਹ ਵੀ ਸ਼ਾਇਦ ਤਬਦੀਲ ਕਰਨ ਬਾਰੇ ਸੋਚਦੀ ਹੋਵੇ ਹਾਈ ਕਮਾਂਡ ਜਾਂ ਕਾਂਗਰਸ ਪਾਰਟੀ। ਨਹੀਂ ਕਰ ਦੇਣ, ਬਹੁਤ ਚੰਗੀ ਗੱਲ ਹੈ, ਬੋਲਣ, ਠੋਕ ਕੇ ਬੋਲਣ। ਮੈਂ ਤਾਂ ਕਹਿੰਦਾ ਜਿੰਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਅੰਦਰ ਵਿਧਾਨ ਸਭਾ ਦੇ ਹਲਕੇ ਆਉਂਦੇ ਆ ਉੱਥੋਂ ਦੇ MLA ਵੀ ਬੋਲਣ, ਜਾਂ ਤਾਂ ਕਹਿਣ ਗੁਰਜੀਤ ਸਿੰਘ ਔਜਲੇ ਨੇ ਚਿੱਠੀ ਗਲਤ ਲਿਖੀ ਹੈ ਤੇ ਜਾਂ ਕਹਿਣ ਠੀਕ ਲਿਖੀ ਹੈ। ਆ ਪਿਛਲੇ ਦਿਨੀ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਵਾਲਿਆਂ ਨੇ ਮਤਾ ਪਾਇਆ ਕਿ ਨਹੀਂ ਪਾਇਆ, ਉਹਨਾਂ ਨੇ ਪਾਇਆ ਕਿ ਅਸੀਂ ਲੱਤਾਂ ਤੋੜ ਦੇਣੀਆਂ ਜੇ ਕੋਈ ਨਸ਼ਾ ਵੇਚਣ ਆਇਆ। ਉਹ ਕਹਿੰਦੇ ਜੀ ਜੇ ਇਹਨੂੰ ਫੜਾਈਦਾ 7 ਦਿਨ ਅੰਦਰ ਰਹਿ ਕੇ ਮੁੜ ਕੇ ਜ਼ਮਾਨਤ ਹੋ ਜਾਂਦੀ, ਦੁੱਗਣਾ ਵੇਚਦਾ ਆ ਕੇ, ਲਿਸਟ ਦਿੱਤੀ। ਉਹ ਬੋਲੋ ਉਸ ਮੁੱਦੇ ਦੇ ਉੱਤੇ ਕਿ ਭਾਈ ਕਿਹੜੇ ਅਫਸਰ ਨੇ ਜਿਨ੍ਹਾਂ ਤੋਂ ਫੜ ਨਹੀਂ ਹੋਏ ਤਸਕਰ, ਤੇ ਅਫਸਰ ਜੇ ਕਹਿੰਦਾ ਜੀ ਮੇਰੇ ਤੇ ਦਬਾਅ ਬੜਾ ਸੀ, ਪੁੱਛੋ ਤੇਰੇ ਤੇ ਕਿਹਦਾ ਦਬਾਅ ਸੀ। ਜਦੋਂ ਸੁਰਜੀਤ ਸਿੰਘ ਧੀਮਾਨ ਕਹਿੰਦਾ ਸੀ ਕਿ ਭਾਈ ਪੰਜਾਬ 'ਚ ਨਸ਼ਾ ਵਿਕਦਾ, ਉਦੋਂ ਬੋਲਣਾ ਚਾਹੀਦਾ ਸੀ। ਸੰਧਾਲੀਆ ਸਾਹਿਬ ਇਹ ਬਾਈ ਚੁਆਇਸ ਨਹੀਂ ਹੈ ਪੰਜਾਬ ਜਿੱਥੇ ਕਾ ਕੇ ਖਲੋਤਾ ਕਿ ਅਸੀਂ ਇਸ ਮੁੱਦੇ ਤੇ ਬੋਲੀਏ ਤੇ ਇਸ ਮੁੱਦੇ ਤੇ ਨਾ ਬੋਲੀਏ। ਹੁਣ ਇੱਕ ਹੋਰ ਉਦਾਹਰਣ ਹੈ, ਬੜੀ ਚੰਗੀ ਗੱਲ ਕੀਤੀ ਜਾਖੜ ਸਾਹਿਬ ਨੇ
ਉਹ ਕਹਿੰਦੇ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਖਸਕਾਤਾ, ਇਕੱਠੇ ਹੋ ਜਾਓ। ਉਹ ਕਹਿੰਦੇ ਜੀ ਦੇਖੋ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਤੇ ਹਰਿਆਣੇ ਦੇ ਅਫਸਰ ਲੱਗਦੇ ਸੀ, ਐਤਕੀ ਯੂਨੀਅਨ ਟੈਰੀਟਰੀ ਕਾਡਰ ਦੇ ਅੰਡੇਮਾਨ ਨਿਕੋਬਾਰ ਤੋਂ ਲਿਆ ਕੇ ਅਫਸਰ ਲਾਤੇ ਪਹਿਲੀ ਵਾਰੀ, ਤੇ ਚੰਡੀਗੜ੍ਹ ਦੇ ਵਿੱਚੋਂ ਤੁਹਾਨੂੰ ਪੂੰਝ ਕੇ ਵਗਾ ਕੇ ਪਰੇ ਮਾਰਿਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੋਟਾਂ ਮੁੱਕ ਗਈਆਂ, ਭਗਵੰਤ ਮਾਨ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ, ਚੰਨੀ ਸਾਹਿਬ, ਸਿੱਧੂ ਸਾਹਿਬ, ਭਾਜਪਾ ਦੇ ਜਿੰਨੇ ਸਾਹਿਬ ਨੇ ਕਿ ਇਕੱਠੇ ਹੋ ਕੇ ਹੁਣ ਤਾਂ ਪੰਜਾਬ ਦੇ ਹੱਕਾਂ ਦੇ ਲਈ ਜਿੱਦਾਂ ਤੁਹਾਨੂੰ ਹੁੰਝਿਆ ਜਾ ਰਿਹਾ, ਹੁਣ ਤਾਂ ਚਲੇ ਜਾਓ ਉਹਨਾਂ ਦੇ ਕੋਲੇ, ਹੁਣ ਤਾਂ ਪੁੱਛੋ। ਆਹ ਜਾਖੜ ਸਾਹਿਬ ਨੇ ਗੱਲ ਕਮਾਲ ਦੀ ਕੀਤੀ ਹੈ। ਇਹਨਾਂ ਦੀ ਗੱਲ ਬਿਲਕੁਲ ਜਾਇਜ਼ ਹੈ, ਪਰ ਇਹ ਤੇ 10 ਤਰੀਕ ਤੋਂ ਬਾਅਦ ਆਪਾਂ ਜਵਾਬ ਦੇਣਾ, ਪਹਿਲਾਂ ਨਹੀਂ ਦੇਣਾ। ਫਿਰ ਉਹੀ ਗੱਲਾਂ ਕਰਦੇ ਨੇ, ਕਿਉਂਕਿ ਅਗਲੇ ਬੰਦੇ ਦੇ ਮੂੰਹ ਹੀ ਆਖੀ ਜਾਂਦੇ ਵੀ ਸਰਕਾਰ ਕਿਸੇ ਦੀ ਨਹੀਂ ਬਣਨੀ ਪਰ ਅਸੀਂ ਬਣਾ ਲੈਣੀ ਜੀ। ਹੁਣ ਗੱਲ ਆ ਵੀ ਜੇ ਬਣਨੀ ਕਿਸੇ ਦੀ ਨਹੀਂ ਤੇ ਅਗਲਿਆਂ ਨੇ ਬਣਾ ਲੈਣੀ, ਤੇ ਚਾਹੀਦੇ ਤੇ ਬੰਦੇ ਹੀ ਆ ਜਿਨ੍ਹਾਂ ਨੂੰ MLA ਕਿਹਾ ਜਾਂਦਾ ਜੀ। ਹੁਣ MLA ਜਦੋਂ ਬੰਦਾ ਬਣਨਾ ਹੋਵੇ ਤੇ ਉਦੋਂ ਪਤਾ ਹੀ ਆ ਵੀ ਮਤਲਬ ਕਿੱਦਾਂ ਬਣੇ ਵਿਚਾਰੇ, ਔਖੇ ਸੌਖੇ ਹੋ ਗਏ, ਹੋ ਸਕਦਾ ਅਜੇ ਤੱਕ ਹਿਸਾਬ ਨਾਲ ਰਲਦਾ ਹੋਵੇ ਯਾਰ ਨਹੀਂ ਬਾਕੀ ਤੇ ਠੀਕ ਆ, ਆਹ 2 ਕਰੋੜ ਨਹੀਂ ਪਤਾ ਲੱਗਦਾ ਯਾਰ ਇਹ ਕਿੱਧਰੋਂ ਕਿੱਧਰ ਗਿਆ ਹੀ ਹੈ ਨਾ। ਤੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਤਗੜੇ ਹੋ ਕੇ ਅਗਲਿਆਂ ਦੇ ਗਿੱਟਿਆਂ 'ਚ ਕਰ ਕਰਕੇ ਬਿਆਨ ਮਾਰੋ, ਤੇ ਅਗਲਾ ਆਖੇ ਵੀ ਹਾਂ ਉਹ ਬਾਕੀ ਤੇ ਠੀਕ ਆ। ਇਹ ਕੱਲ ਪਰਸੋਂ ਚੰਡੀਗੜ੍ਹ ਬਾਰੇ ਕੀ ਬਿਆਨ ਆਇਆ ਸੀ ਆਪਣਾ, ਹਿੱਲੇ ਦਾ ਸਾਧੂ ਕਿ ਹੁਣ ਬੰਦਾ ਹੱਸੀ ਜਾਂਦਾ। ਮੈਂ ਤਾਂ ਕਿਹਾ ਵੀ ਉਹ 10 ਤਰੀਕ ਲੰਘਾਉਣਗੇ ਟਪਾਉਣਗੇ, ਜਿਹਦਾ ਤੇ ਸੈੱਟ ਆ ਗਿਆ ਉਹਨੇ ਤੇ ਆਖਣਾ ਵੀ ਆਹੋ, ਤੇ ਜਿਹਦਾ ਨਾਂ ਸੈੱਟ ਆ ਉਹਨੇ ਨਾ ਆਹੋ ਜੀ ਬਿਲਕੁਲ ਗੱਲ ਠੀਕ ਆ, ਜਾਖੜ ਸਾਹਿਬ ਸਹੀ ਕਹਿੰਦੇ ਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਸਾਡੇ ਬੰਦੇ ਪਾਓ ਨਹੀਂ ਤੇ ਅਸੀਂ ਭੁੱਖ ਹੜਤਾਲ ਤੇ ਪਾਵਾਂਗੇ। ਨਹੀਂ ਕਿ ਦੂਜੇ ਦਿਨ ਥੋੜਾ ਚੇਤਾ ਰਹਿਣਾ। ਭਗਵੰਤ ਮਾਨ ਹੋਰਾਂ ਨੇ ਵੀ ਕਿਹਾ, ਕਹਿੰਦੇ ਧੱਕਾ ਹੋ ਰਿਹਾ ਜੀ, ਬਿਲਕੁਲ ਇਦਾਂ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਇਕੱਠੇ ਹੋ ਕੇ ਮਾੜਾ ਮੋਟਾ ਲੜਨ। ਇੱਕ ਗੱਲ ਵਿਸਰ ਗਈ ਸੀ, ਨਹੀਂ ਕਰੋ, ਉਹ ਵਿਸਰ ਗਈ ਸੀ ਭੁਪਿੰਦਰ ਹਨੀ ਦੀ। ਦੇਖੋ ਆਪਾਂ ਸਿੱਧੂ ਸਾਹਿਬ ਦੀ ਗੱਲ ਕੀਤੀ, ਮਜੀਠੀਆ ਸਾਹਿਬ ਦੀ ਗੱਲ ਕੀਤੀ, ਖਹਿਰਾ ਸਾਹਿਬ ਦਾ ਜ਼ਿਕਰ ਕੀਤਾ, ਭੁਪਿੰਦਰ ਹਨੀ ਦਾ ਚੇਤਾ ਤਾਂ ਨਹੀਂ ਭੁੱਲ ਗਿਆ ਕਿਸੇ ਨੂੰ, ਕਿਉਂਕਿ ਉਹ ਈਡੀ ਵਾਲਿਆਂ ਦਾ ਛਾਪਾ ਸੀ, ਕਰੋੜਾਂ ਰੁਪਈਏ ਬਰਾਮਦ ਹੋਏ ਸੀ। ਉਹਦੇ ਤੋਂ ਬਾਅਦ ਭੁਪਿੰਦਰ ਹਨੀ ਨੂੰ ਸੱਦਿਆ ਗਿਆ ਸੀ। ਮੁੱਖ ਮੰਤਰੀ ਚੰਨੀ ਸਾਹਿਬ ਦੇ ਬੀਬੀ ਜਿਹੜੇ ਉਹਨਾਂ ਦੇ ਧਰਮ ਪਤਨੀ ਨੇ, ਉਹਨਾਂ ਦੀ ਭੈਣ ਦਾ ਬੇਟਾ। ਇੰਨੀ ਗੱਲ ਕਹਿਣ ਵਾਲੀ ਇਹ ਨਹੀਂ ਕਿ ਭੁਪਿੰਦਰ ਹਨੀ ਦੇ ਮਾਸੜ ਜੀ ਨੇ ਚੰਨੀ ਸਾਹਿਬ, ਚਲੋ ਇਦਾਂ ਕਹਿ ਲੈਣ 'ਚ ਕਲੀਅਰ ਹੋ ਜਾਂਦੀ ਗੱਲ। ਨਹੀਂ ਮੈਨੂੰ ਇਹ ਸੀ ਨਾ ਕਿ ਚੰਨੀ ਸਾਹਿਬ ਨੂੰ ਮੋਰੇ ਰੱਖਣਾ ਹੀ, ਆਪਾਂ ਜਾਣੇ ਉਹਦਾ ਉਹਨਾਂ ਦਾ ਉੱਚਾ, ਉਹਨਾਂ ਨਾਲ ਐ ਜੋੜਨਾ। ਤੁਸੀਂ ਭੁਪਿੰਦਰ ਹਨੀ ਨਾਲ ਚੰਨੀ ਸਾਹਿਬ ਨੂੰ ਜੋੜੋਗੇ? ਨਹੀਂ, ਜਿਹੜੇ ਪਾਸੇ ਕਹਾਣੀ ਹੋਈ ਹੋਵੇ ਨਾ, ਹਾਂਜੀ, ਜਿੱਦਾਂ ਮੰਨ ਲਓ ਵੀ ਅਗਲਾ ਤੁਸੀਂ ਕਹਾਣੀ ਨਹੀਂ ਕੀਤੀ, ਕਹਾਣੀ ਕੀਤੀ ਆ। ਉਹ ਕਹਿੰਦਾ ਡਾਕੋ ਹੀ ਕਾਗਜ਼ ਵਿਖਾਓ, ਕਹਿੰਦਾ ਤੈਨੂੰ ਪਤਾ ਮੇਰਾ ਚਾਚਾ ਕੋਲ ਕਰਾ ਗੱਲ ਚਾਚਾ। ਉਹ ਮੌਕੇ ਤੇ ਚਾਚੇ ਨਾਲ ਗੱਲ ਹੁੰਦੀ, ਇਸ ਕਰਕੇ ਇੱਥੇ ਮੌਕੇ ਤੇ ਮਾਸਟਰ ਦੇ ਹਿਸਾਬ ਨਾਲ ਗੱਲ ਹੋ ਰਹੀ। ਕਈ ਵਾਰੀ ਨਾ ਫੋਨ ਬਿਜ਼ੀ ਹੁੰਦਾ ਅਗਲਿਆਂ ਦਾ, ਕਹਿੰਦੇ ਹੁਣ ਨਾ ਕਰੀ ਯਾਰ, ਹੁਣ ਤੂੰ ਆਪੇ ਹੀ ਦੇਖ। ਚਲੋ ਪਿਛਲੇ ਦਿਨਾਂ 'ਚ ਮੈਨੂੰ ਲੱਗਦਾ ਇਦਾਂ ਹੀ ਹੋਇਆ ਹੋਣਾ। ਭੁਪਿੰਦਰ ਹਨੀ ਹੋਰਾਂ ਨੂੰ ਪਹਿਲਾਂ ਤਾਂ ਕਹਿੰਦੇ ਚਿੱਤ ਨਹੀਂ ਸੀ ਤਕੜਾ, ਨਹੀਂ ਗਏ। ਮੁੜ ਕੇ ਫਿਰ ਜਦੋਂ ਈਡੀ ਦੇ ਕੋਲੇ ਗਏ, ਉਹਨਾਂ ਨੇ 5-7 ਘੰਟੇ ਸਵਾਲ ਪੁੱਛੇ, ਫਿਰ ਕਹਿੰਦੇ ਜੀ ਆ ਜਾ ਉਹ ਜਲੰਧਰਲੇ ਪਾਸੇ ਨਾ ਹਸਪਤਾਲ ਹੈ ਇੱਕ ਸਰਕਾਰੀ, ਉੱਥੇ ਚੱਲ। ਉੱਥੇ ਜਾ ਕੇ ਮੁਲਾਜ਼ਾ ਜਾਣੀ ਮੁਲਾਜ਼ਾ ਤਾਂ ਨਹੀਂ ਕਹਿ ਸਕਦੇ, ਜਾਂਚ ਪੜਤਾਲ ਕਰਾਈ ਕਿ ਭਾਈ ਸਿਹਤ ਇਹਨਾਂ ਦੀ ਠੀਕ ਹੈ। ਫਿਰ ਮੁਆਇਨਾ ਕਹਿ ਲਓ ਨਾ, ਡਾਕਟਰੀ ਮੁਆਇਨਾ, ਉਹ ਮੁਆਇਨਾ ਕਰਾਇਆ। ਉਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਰਿਮਾਂਡ ਤੇ ਲਿਆ। ਉਹ ਬਿੱਟੂ ਸਾਹਿਬ ਨੇ ਉਹਦੇ ਤੋਂ ਬਾਅਦ ਹੀ ਗੱਲ ਸ਼ਾਇਦ ਕਹੀ ਸੀ, ਕਹਿੰਦੇ ਜੀ ਉਹ ਬੋਰੀ 'ਚ ਪਾ ਲੈਂਦੇ ਆ ਤੇ ਪਤਾ ਨਾ ਲੱਗੇ, ਫਿਰ ਉਹਨਾਂ ਤਸ਼ੱਦਦ ਕਰਦੇ ਆ, ਉਹਨੂੰ ਸੌਣ ਨਹੀਂ ਦਿੱਤਾ ਜਾਂਦਾ ਨਾ, ਕਈ ਚੀਜ਼ਾਂ ਉਹਨਾਂ ਨੇ ਕਹੀਆਂ ਸੀ। ਪੂਰੀ ਗੱਲ ਬੋਲ ਬੱਚੇ ਦੇ ਨਾਲ ਹਾਂ, ਬੱਚੇ ਨਾਲ ਇਦਾਂ ਕੀਤਾ। ਠੀਕ ਹੈ ਜੀ। ਹੁਣ ਉਹਦੇ ਤੋਂ ਬਾਅਦ ਦੇਖੋ ਤੁਸੀਂ, ਲੈ ਬੰਦਾ ਸੀ ਉਹਨਾਂ ਨੂੰ ਦੱਸ, ਚਲੋ ਸਾਰੇ ਕਹਿੰਦੇ ਨੇ ਯਾਰ ਵੀ ਸਾਡੇ ਘਰ ਕਾ ਤੋਂ ਨਹੀਂ ਇਹਨੇ ਥੱਦੀਆਂ ਵਾਲੇ ਬੱਚੇ ਨਾ। ਆਹੋ ਉਹੀ ਮੈਂ ਸੋਚਦਾ ਵੀ ਮਤਲਬ ਉਹ ਕਹਿੰਦਾ ਵੀ ਸਾਡੇ ਵਾਲਾ ਬੱਚਾ ਤੇ ਜਦੋਂ ਕਿਤੇ ਦੇਖੀਏ ਉਦੋਂ ਉਹਦੀ ਇੱਕੋ ਡਿਮਾਂਡ, ਮੈਂ ਪਾਪਾ ਉਹ ਫਲਾਨੀ ਚੀਜ਼ ਲੈਣੀ, ਉਦੋਂ ਬੰਦਾ ਸੋਚਦਾ ਵੀ ਨਹੀਂ ਬਹੁਤਾ ਆਪਣੇ ਕੋਲੋਂ ਲਈ ਜਾਣੀ ਹੈ ਤੂੰ ਕੋਈ ਨਹੀਂ। ਵੀ ਉਦੋਂ ਕਹਿੰਦੇ ਮੈਂ ਨਾ ਵੀ ਮੈਨੂੰ ਹੁਣ ਅੱਜ ਜੀਨ ਦੀ ਪੈਂਟ ਲੈ ਦਿਓ, ਉਹਨੇ ਕਦੇ ਵੀ ਨਹੀਂ ਕਿਹਾ ਹੋਣਾ ਕਿ ਮੈਨੂੰ MLA ਦੇ ਸਟicker ਵਾਲੀ ਗੱਡੀ ਲੈ ਦਿਓ। ਵੈਸੇ ਗੱਲ ਹੀ ਆ। ਹਾਂ ਨਹੀਂ ਤਾਂ ਮੈਂ ਚੜਨਾ ਉਹਦੇ ਅੱਗੇ ਇੱਕ ਜਿਪਸੀ ਵੀ ਚਾਹੀਦੀ, ਉਹ ਜੋ ਦਬੂਕਾਂ ਵਾਲੇ ਅੰਕਲ ਚਾਹੀਦੇ ਆ। ਹਾਂ, ਤੇ ਉਹ ਕਦੇ ਵੀ ਨਹੀਂ, ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਕਦੇ ਵੀ ਨਹੀਂ ਕਿਹਾ ਹੋਣਾ ਕਿ ਸਾਨੂੰ ਗਣਤੰਤਰ ਦਿਵਸ ਦੇ ਸਨਮਾਨਿਤ ਕਰਾਓ। ਇਹ ਗੱਲ ਹੀ ਆ। ਚਲੋ ਹੁਣ ਉਹਨਾਂ ਦਾ ਵੀ ਕਿਉਂਕਿ ਅਦਾਲਤੀ ਹਿਰਾਸਤ ਚੱਲਦੀ ਹੈ, ਦੋਸ਼ ਨਹੀਂ ਸਾਬਿਤ ਹੋਏ ਜੀ, ਤੇ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਫਿਰ ਉਹ 10 ਤਰੀਕ ਤੱਕ ਹੀ ਵੱਧ ਗਿਆ। ਦੇਖੋ 10 ਤਰੀਕ ਨੂੰ ਕਈ ਕੁਛ ਹੋਣਾ। ਇੱਕ ਪਾਸੇ ਤਾਂ ਭੁਪਿੰਦਰ ਹਨੀ ਅਦਾਲਤ ਦੀ ਹਿਰਾਸਤ ਦੇ ਵਿੱਚ ਜੇਲ੍ਹ 'ਚ ਰਹੂਗਾ ਜਾਂ ਬਾਹਰ ਆਊਗਾ ਉਹ ਪਤਾ ਲੱਗਣਾ, ਸਰਕਾਰ ਕਿਹਦੀ ਹੋਊਗੀ ਉਹ ਵੀ ਪਤਾ ਲੱਗਣਾ, ਜਾਣੀ ਕਈ ਕੁਛ ਪਤਾ ਲੱਗਣਾ। ਨਹੀਂ ਉਹ ਲੱਗਣਾ ਨਾਲ ਇਹਦੇ ਵਿੱਚ। ਅੱਜ ਮੇਰੇ ਖਿਆਲ ਨਾਲ ਹੋ ਗਈ ਤਰੀਕ ਉੱਥੇ 26 ਜੀ, ਤੇ 26 ਤਰੀਕ ਤੇ ਰਹਿ ਗਈ ਇੱਕ ਦਿਨ ਦੀ ਗੱਲ 27 ਨੂੰ ਸਿਰਸੇ ਵਾਲੇ ਬਾਬਾ ਜੀ ਨੂੰ ਉਹਨਾਂ ਨੇ ਮੋੜ ਦੇਣਾ ਵੀ ਚਲੋ ਬਾਬਾ ਜੀ ਹੁਣ ਬਹੁਤ ਹੋ ਗਈ ਫੜ ਲਓ। ਨਹੀਂ ਤਾਂ ਅਜੇ ਤਾਂ ਤਰੀਕ ਵੀ ਪੈਣੀ ਹੈ। ਨਹੀਂ ਤਰੀਕ ਤਾਂ ਉਹ ਜਿਹੜੀ ਪਈ ਸੀ ਮੇਰੇ ਖਿਆਲ ਨਾਲ ਉਹਦੇ ਵਿੱਚ ਕਹਿੰਦੇ ਵੀ ਫੈਸਲਾ ਜਦੋਂ ਰਾਖਵਾਂ ਰੱਖ ਲਿਆ ਅਦਾਲਤ ਨੇ, ਤੇ ਜੇ ਉਹ ਰਾਖਵੇਂ ਫੈਸਲੇ ਤੋਂ ਬਾਅਦ ਮੰਨ ਲਓ ਅਦਾਲਤ ਨੇ ਕਿਹਾ ਹੀ ਪੁੱਛ ਹੀ ਲਿਆ ਵੀ ਮਹਾਰਾਜ ਆਹ ਚੀਜ਼ਾਂ ਤੇ ਵਾਕਿਆ ਇੱਦਾਂ ਠੀਕ ਨਹੀਂ ਕੀਤੀਆਂ ਜੀ, ਤੇ ਉਹ ਸਾਰੇ ਕਹਿੰਦੇ ਜਿਹਨੇ ਨਹੀਂ ਉਹ ਸਭ ਠੀਕ ਹੈ, ਬਾਬਾ ਜੀ ਦੇ ਅੰਦਰ ਨੇ। ਨਹੀਂ ਠੀਕ ਹੈ, ਆਪਾਂ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਨੇ ਅੰਦਰ ਹੁਣ ਚਲੇ ਜਾਣਾ ਕਿਉਂਕਿ ਫਰਲੋ ਦਾ ਸਮਾਂ ਮੁਕੰਮਲ ਹੋ ਜਾਣਾ ਹੈ। ਇਹਦੇ ਤੋਂ ਬਾਅਦ ਸੰਧਾਵਾਲੀਆ ਸਾਹਿਬ ਹੁਣ ਇੱਕ ਹੋਰ ਚਰਚਾ ਜਿਹੜੀ ਹੈ
ਉਹ ਹੈਗੀ EVM ਮਸ਼ੀਨਾਂ ਦੀ। ਪਿਛਲੇ ਦਿਨੀ ਰਾਘਵ ਚੱਡਾ ਸਾਹਿਬ ਨੇ ਚਿੱਠੀ ਲਿਖੀ, ਆਮ ਆਦਮੀ ਪਾਰਟੀ ਵਾਲਿਆਂ ਨੇ ਆਖਿਆ, ਪਟਿਆਲੇ ਤੋਂ ਖਾਸ ਤੌਰ ਦੇ ਉੱਤੇ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਨੇ ਵੀ ਆਖਿਆ ਕਿ ਜੀ ਸੁਰੱਖਿਆ ਦੇ ਪੱਖ ਤੋਂ ਥੋੜ੍ਹਾ ਜਿਹਾ ਢਿੱਲਾ ਇੱਦਾਂ ਨਾ ਕਰੋ। ਇਸ ਕਾਰਨ ਰਾਜੂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ, ਪਿਛਲੀਆਂ ਲੋਕ ਸਭਾ ਚੋਣਾਂ ਵੀ ਉਹਨਾਂ ਦੀ ਨਿਗਰਾਨੀ ਹੇਠ ਹੋਈਆਂ ਸੀ, ਉਹਨਾਂ ਨੇ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਦੌਰੇ ਕਰਨੇ ਸ਼ੁਰੂ ਕੀਤੇ ਆ ਜਿੱਥੇ ਸਟਰੋਂਗ ਰੂਮ ਬਣੇ ਆ, ਜਿੱਥੇ EVM ਮਸ਼ੀਨਾਂ ਰੱਖੀਆਂ। ਉਹ ਹੁਸ਼ਿਆਰਪੁਰ ਗਏ, ਉੱਥੇ ਜਾ ਕੇ ਸਥਾਨਕ ਅਧਿਕਾਰੀਆਂ ਨੂੰ ਨਾਲ ਲਿਆ ਤੇ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ ਸਟਰੋਂਗ ਰੂਮ ਬਣਾ ਕੇ EVM ਮਸ਼ੀਨਾਂ ਰੱਖੀਆਂ ਤੇ ਜਿੰਦਰੇ ਲਾ ਕੇ ਸੀਲਾਂ ਲਾਈਆਂ ਹੋਈਆਂ, CCTV ਕੈਮਰੇ ਲੱਗੇ ਆ, ਤੇ ਉਹਨਾਂ ਨੇ ਦੌਰਾ ਕੀਤਾ, ਦੇਖਿਆ ਕਿ ਸੁਰੱਖਿਆ ਠੀਕ ਹੈ, ਰੌਸ਼ਨੀ ਠੀਕ ਹੈ, ਕੈਮਰੇ ਠੀਕ ਚੱਲਦੇ ਆ, ਸਕਰੀਨਾਂ ਲੱਗੀਆਂ ਹੋਈਆਂ। ਤੇ ਉਹਨਾਂ ਨੇ ਕਿਹਾ ਜੀ ਦੇਖੋ ਮੈਂ ਸੰਤੁਸ਼ਟ ਹਾਂ, ਕਿਸੇ ਨੂੰ ਕੁਝ ਵੀ ਲੱਗਦਾ ਕਿਸੇ ਵੀ ਪਾਸੇ ਮੈਨੂੰ ਦੱਸੋ, ਤੁਹਾਡੀ ਪੂਰੀ ਸੰਤੁਸ਼ਟੀ ਕਰਾਉਣੀ ਹੈ। ਫਿਰ ਉਹਨਾਂ ਨੇ ਕਿਹਾ, ਉਹ ਕਹਿੰਦੇ ਸਿਆਸੀ ਪਾਰਟੀਆਂ ਵਾਲੇ ਤੰਬੂ ਲਾਓ, ਪੂਰੇ ਰੌਸ਼ਨੀ ਦੇ ਪ੍ਰਬੰਧ ਕਰਕੇ ਰੱਖੋ, ਘਬਰਾਉਣ ਦੀ ਗੱਲ ਕੋਈ ਨਹੀਂ, ਅਸੀਂ ਤੁਹਾਡੇ ਨਾਲ ਕੋਆਪਰੇਟ ਕਰਦੇ ਹਾਂ, ਆਪਾਂ ਵੋਟਾਂ ਇਦਾਂ ਗਣਾਉਣੀਆਂ ਕਿ ਸਾਰਿਆਂ ਨੂੰ ਯਕੀਨ ਹੋਵੇ ਕਿ ਜਿੱਥੇ ਕਿਸੇ ਬੰਦੇ ਨੇ ਵੋਟ ਪਾਈ ਹੈ ਉਹਦੇ ਹਿਸਾਬ ਦੇ ਨਾਲ ਹੀ ਕੰਮ ਨਿਕਲੂ। ਨਹੀਂ ਇਹ ਵੈਸੇ ਨਾ ਮਸਲਾ ਇਹ ਨਹੀਂ ਹੈ ਵੀ ਹੁਣੇ ਹੋਇਆ, ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਉਦੋਂ ਹੀ ਇਹ ਚੀਜ਼ ਉੱਭਰ ਕੇ ਸਾਹਮਣੇ ਆਉਂਦੀ। ਵੋਟਾਂ ਪੈਣ ਤੋਂ ਪਹਿਲਾਂ ਰੌਲਾ ਪੈਂਦਾ ਇਹ ਮਸ਼ੀਨ 'ਚ ਨੁਕਸ ਸੀ, ਮੈਂ ਤੁਹਾਨੂੰ ਦੱਸਾਂ ਬਟਨ ਤੋਂ ਹੋਰ ਦੱਬਣਾ, ਵੋਟ ਕਿਤੇ ਹੋਰ ਪੈਣੀ ਹੈ ਨਾ। ਉਹ 2-4 ਦਿਨ ਖਬਰਾਂ ਬਣਦੀਆਂ, ਫਿਰ ਉਸ ਤੋਂ ਬਾਅਦ ਗੱਲਬਾਤ ਸਾਰੇ ਪਾਸੇ ਨਿਬੜ ਜਾਂਦੀ ਹੈ। ਫਿਰ ਜਦੋਂ ਵੋਟਾਂ ਪੈ ਹਟਦੀਆਂ ਉਦੋਂ ਬਾਅਦ ਆਹ ਰੌਲਾ ਚੱਲਦਾ, ਤੇ ਉਦੋਂ ਤੱਕ ਚੱਲਦਾ ਜਦੋਂ ਤੱਕ ਰਿਜ਼ਲਟ ਨਹੀਂ ਆਉਂਦਾ। ਪਰ ਪਤਾ ਨਹੀਂ ਕਿਉਂ ਆਪਾਂ ਬਹੁਤੀਆਂ ਸਟੇਟਾਂ 'ਚ ਨਹੀਂ ਜਾਂਦੇ, ਪੰਜਾਬ ਦੇ ਹਿਸਾਬ ਨਾਲ ਰੌਲਾ ਬੰਦਾ ਉਹ ਪਾ ਲੈਂਦਾ ਜਿਹਦਾ ਬਾਅਦ ਨਿਕਲਦਾ ਕੁਝ ਨਹੀਂ, ਪਤਾ ਨਹੀਂ ਕਿਉਂ ਜੀ। ਐਤਕੀ ਵੀ ਕਿਤੇ ਉੱਦਾਂ ਨਾ ਹੋ ਜਾਵੇ। ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਐਸ ਕਰਨਾ, ਰਾਜੂ ਸਾਹਿਬ ਨੇ ਤਾਂ ਕਹਿ ਦਿੱਤਾ ਤੰਬੂ ਲਾਓ, ਪਤਾ ਲੱਗੇ ਵੀ ਹੁਣ ਤੰਬੂ ਜੇ 10 ਦਿਨ ਹੋਰ ਲੱਗ ਗਏ ਤੇ ਤੰਬੂ 'ਚ ਬਹਿਣ ਵਾਲੇ ਬੰਦੇ ਕਿਹੜਾ ਪੈਟਰੋਲ ਤੇ ਚੱਲਦੇ ਆ। ਹਾਂ ਨਹੀਂ ਗੱਲ ਤੁਹਾਡੀ ਠੀਕ ਹੈ। ਹੁਣ ਅਗਲਾ ਆ ਕੇ ਵੀ ਚਲੋ ਜੀ ਬਾਕੀ ਤਾਂ ਸਾਰਾ ਕੁਝ ਠੀਕ ਸੀਗਾ ਜੀ, 20 ਨੂੰ ਨਿਬੜ ਗਿਆ ਸੀ, ਆਹ ਜਿਹੜਾ 20 ਤੋਂ ਲੈ ਕੇ 10 ਤੱਕ ਮੈਂ 15 ਬੰਦੇ ਉੱਥੇ ਪਾਏ ਆ ਜੀ। ਆਹੋ ਜੀ, ਫਿਰ ਉਹ ਹੁਣ ਕਿੱਥੇ ਜਾਈਏ ਗੱਲ ਨਾ, ਹਿਸਾਬ ਕਿੱਥੇ ਪਾਈਏ ਉਹ। ਬਾਕੀ ਸੰਧਾਲੀਆ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਅੱਜ ਦੱਸ ਦੇਣਾ, ਆਪਣੇ ਬੰਦਿਆਂ ਨੂੰ ਸਮਝਾ ਲਓ। ਕਿਹੜਿਆਂ ਨੂੰ ਜੀ? ਮੈਂ ਤੁਸੀਂ ਦੱਸਿਆ ਕਰੋ ਵੀ ਕਿਹੜੇ ਵਾਲੇ, ਜਿਹਨਾਂ ਕਿ ਪਤਾ ਥੋੜਾ ਲੱਗਦਾ ਯਾਰ। ਹੁਣ ਕਈ ਪਾਸਿਓਂ ਖਬਰਾਂ ਇਦਾਂ ਦੀਆਂ ਆ ਰਹੀਆਂ ਸੋਸ਼ਲ ਮੀਡੀਆ ਤੇ, ਕਹਿੰਦੇ ਜੀ ਉਹ ਜਾ ਕੇ ਪੁੱਛਦੇ ਆ, ਸੌਦਾ ਤੁਸੀਂ ਲੈ ਲਿਆ ਸੀ, ਨੋਟ ਵੀ ਤੁਸੀਂ ਲੈ ਲਿਆ ਸੀ, 3 ਵੋਟਾਂ ਤੁਹਾਡੇ ਪਈਆਂ ਨਹੀਂ, ਸਾਨੂੰ ਪਤਾ ਲੱਗਾ ਵੋਟਾਂ ਤੁਸੀਂ ਦੂਜੇ ਪਾਸੇ ਪਾਤੀਆਂ। ਅਜੇ ਤੱਕ ਕੋਈ ਗਿਣਤੀ ਨਹੀਂ ਆਈ, ਨਾ ਕੋਈ ਇਦਾਂ ਦਾ ਫਾਰਮੂਲਾ ਜਿਹਦੇ ਨਾਲ ਪਤਾ ਲੱਗ ਜਾਵੇ ਕਿ ਕਿਹੜੇ ਬੰਦੇ ਨੇ ਵੋਟ ਕਿੱਥੇ ਪਾਈ ਹੈ। ਪਰ ਕਈ ਪਾਸੇ ਕਹਿੰਦੇ ਕਿ ਉਹ ਹੁਣ ਆਪਣੇ ਨੋਟ ਵਾਪਸ ਮੰਗੀ ਜਾਂਦੇ ਆ ਕਿ ਵੋਟਾਂ ਨਿਕਲਣੀਆਂ ਹੈ ਨਹੀਂਗੀਆਂ, ਸਾਡੇ ਪੈਸੇ ਵਾਪਸ ਕਰੋ, ਤੇ ਉਹ ਕਹਿੰਦੇ ਅਸੀਂ ਤਾਂ ਤੁਹਾਨੂੰ ਹੀ ਪਾਈਆਂ ਭਾਈ। ਨਹੀਂ ਇਹ ਚਲੋ ਮੈਂ ਵੀ ਅਪੀਲ ਕਰ ਦਿੰਦਾ। ਦੇਖੋ ਗੱਲ ਇੱਦਾਂ ਵੀ ਉਹ ਕਿਤੇ ਉਹ ਪਤਾ ਨਹੀਂ ਲੱਗ ਸਕਦਾ, ਉਹਦੇ ਜਿੱਦਣ ਵੋਟਾਂ ਗਿਣੀਆਂ ਗਈਆਂ ਉਦਣ ਵੀ ਪਤਾ ਨਹੀਂ ਲੱਗਣਾ ਵੀ ਹਾਂ ਯਾਰ ਇਸ ਡੱਬੇ 'ਚ ਇੰਨੇ ਹਜ਼ਾਰ ਵੋਟ ਹੀ, ਤੇ ਇਹਨੇ ਜੋ ਕਿਹੜੇ ਹਜ਼ਾਰ ਵਾਲੀ ਵੋਟ ਜਿਹੜੀ ਉਹ ਕਿਹੜੇ ਬੰਦੇ ਨੇ ਬਟਨ ਦੱਬ ਕੇ ਮਸ਼ੀਨ 'ਚੋਂ ਕੱਢੀ ਆ। ਇਸ ਕਰਕੇ ਉਹਦਾ ਬੜਾ ਸਬੂਤ ਪ੍ਰੂਫ ਸੌਖਾ ਕਿ ਅਗਲਾ ਆਖੇ ਵੀ ਠੀਕ ਹੈ ਵੀਰ ਇੰਨੇ ਦਿੱਤੇ, ਉਹਨਾਂ ਭਾ ਅਸੀਂ ਉਹ ਵੀ ਦਿਆਂਗੇ, ਬਹੁਤੀ ਗੱਲ ਤੇ ਖਾਲੀ ਬੋਤਲ ਭਾਪੇ ਨੂੰ ਵੇਚਣ ਨਹੀਂ ਦੇਣੀ, ਇਹ ਭਰਾ ਕੇ ਦਿਆਂਗੇ ਤੈਨੂੰ ਦੁਬਾਰਾ, ਤੂੰ ਸਾਨੂੰ ਚਿੱਠੀ ਲਿਆ ਦੇ ਵੀ ਬਸ ਆਹ ਅਸੀਂ ਨਹੀਂ ਪਾਈ। ਨਹੀਂ ਮੈਂ ਤਾਂ ਇਹ ਵੀ ਕਹਿਣਾ ਚਲੋ ਇਹ ਕੰਮ ਹੋਣਾ ਨਹੀਂ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ, ਆਪਣੇ ਪੈਸੇ ਲੈ ਕੇ ਵੋਟਾਂ ਪਾਉਣ ਵਾਲਾ ਬਿਲਕੁਲ ਨਹੀਂ ਹੋਣਾ ਚਾਹੀਦਾ, ਤੇ ਨਾ ਹੋਇਆ। ਪਰ ਫਿਰ ਵੀ ਮੈਂ ਇੱਕ ਤਰੀਕਾ ਦੱਸ ਦਿੰਦਾ, ਆ ਤੇ ਬਸ ਇਹ ਪਤਾ ਕਿੱਦਾਂ ਕੀਤਾ, ਇਹ ਕੀਤਾ ਵੀ ਉਹ ਕਹਿੰਦਾ ਕਹਿੰਦੇ ਯਾਰ ਕੋਈ ਗੱਲ ਨਹੀਂ ਕਲੀ ਘੋਲੋ, ਕਹਿੰਦਾ ਕੂਚੀ ਫੇਰ ਦਿੰਦੇ, ਕਹਿੰਦਾ ਚਿੱਟੀ ਕਰ ਦਿੰਦੇ, ਉਹ ਕੰਮ ਕੀਤਾ। ਨਹੀਂ ਨਾ ਇਹ ਹੁੰਦਾ ਤੇ ਨਾ ਇਹ ਹੋਵੇ, ਇਹ ਤਾਂ ਮੈਂ 4 ਵਾਰ ਕਹਿ ਦੇਣਾ ਵੀ ਨਹੀਂ ਹੁੰਦਾ। ਨਹੀਂ ਤੁਸੀਂ ਦੇਖੋ ਨਾ, ਮੈਂ ਤਰੀਕਾ ਦੱਸਦਾ ਹੁਣ। ਦੇਖੋ ਮਾੜੇ ਬੰਦੇ ਦੇ ਆ ਕੇ ਤੁਹਾਡੇ ਬੰਦੇ ਗਲ ਪੈਂਦੇ ਆ, ਉਹ ਕਹੇ ਜੀ ਦੇਖੋ ਪਿੰਡ ਦੀਆਂ ਵੋਟਾਂ 300, ਅਸੀਂ ਆ 5, ਤੇ ਅਸੀਂ ਇੱਕ ਗੱਲ ਦਾ ਦਾਅਵਾ ਕਰਦੇ ਹਾਂ ਕਿ ਜੇ ਤੁਹਾਡੀ ਪਾਰਟੀ ਨੂੰ 5 ਵੀ ਨਿਕਲੀਆਂ ਤਾਂ ਸਾਡੀਆਂ ਹੀ ਹੋਣੀਆਂ, ਤੁਹਾਨੂੰ ਹੋਰ ਕਿਸੇ ਨੇ ਨਹੀਂ ਪਾਈ ਹੋਣੀ। ਬਸ ਯਾਨੀ ਇਸੇ ਗੱਲ ਤੇ ਅੜੇ ਰਹਿਣਾ। ਨਹੀਂ ਇਹ ਦੇਖੋ ਹੁਣ ਬੰਦਾ ਨਾਲ ਦੀ ਨਾਲ ਬਹਾਨੇ ਵੀ ਦੱਸੀ ਜਾਂਦਾ, ਨਾਲੇ ਮੰਨੇ ਵੀ ਆਉਂਦਾ ਵੀ ਇਦਾਂ ਦਾ ਹੋਇਆ। ਨਹੀਂ ਮੈਂ ਕਹਿੰਦਾ ਕਿ ਹੈ ਨਹੀਂ, ਪਰ ਜਦ ਅਗਲੇ ਗੱਲ ਪੈਂਦੇ ਆ ਮਰੇ ਮਾੜਾ ਬੰਦਾ ਕਰੇ ਕੀ। ਨਹੀਂ ਕੁਛ ਨਹੀਂ, ਐਤਕੀ ਕੋਈ ਗੱਲ ਨਹੀਂ ਇਦਾਂ ਦੀ ਘਬਰਾਉਣ ਵਾਲੀ, ਟੈਨਸ਼ਨ ਨਹੀਂ ਲੈਣੀ। ਮੈਨੂੰ ਤਾਂ ਇਹ ਵੀ ਫਿਕਰ ਹੈ ਵੀ ਅਜੇ ਤੇ 1 ਵੋਟਾਂ ਨਿਕਲੀਆਂ ਤੇ ਅਗਲੀਆਂ ਕਹਿੰਦੇ ਵੋਟਾਂ ਦੀ ਚਰਚਾ ਚੱਲ ਪਈ। ਸੰਧਾਲੀਆ ਸਾਹਿਬ ਅੱਜ ਨਹੀਂ ਗੱਲ ਕਰਨੀ, ਕਿਉਂ ਮਾਰੇ ਉਹ ਪਹਿਲਾਂ ਤਾਂ ਜੇ ਉਹਨਾਂ ਕੋਲ ਫੰਡ ਹਿਸਾਬ ਕਿਤਾਬ ਦੇ ਹੁੰਦੇ ਨਹੀਂ, ਅੱਜ ਬਿਲਕੁਲ ਨਹੀਂ ਗੱਲ ਕਰਨੀ। ਅੱਜ ਇੱਕ ਹੋਰ ਗੱਲ ਕਰਨੀ ਹੈ। ਅੱਛਾ, NRIs ਨੂੰ ਐਤਕੀ ਰੋਸ ਰਿਹਾ ਪ੍ਰਵਾਸੀਆਂ ਨੂੰ। ਉਹ ਕਹਿੰਦੇ ਜੀ ਸਿਆਸੀ ਪਾਰਟੀਆਂ ਨੇ ਸਾਡੇ ਮੁੱਦੇ ਚੱਕੇ ਨਹੀਂ, ਜੇ ਚੁੱਕਿਆ ਤਾਂ ਬਹੁਤ ਘੱਟ ਚੁੱਕੇ ਆ, ਜੇ 1-2 ਲੀਡਰਾਂ ਨੇ ਚੁੱਕਿਆ ਤਾਂ ਬਾਕੀਆਂ ਨੇ ਉਸੇ ਹਿਸਾਬ ਦੇ ਨਾਲ ਹੁੰਗਾਰਾ ਭਰਿਆ ਨਹੀਂ। ਹੁਣ ਪ੍ਰਵਾਸੀ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇਨਵੈਸਟਮੈਂਟ ਨੂੰ ਵੀ ਤਿਆਰ ਹਾਂ, ਅਸੀਂ ਉੱਥੇ ਜਾਣ ਨੂੰ ਵੀ ਤਿਆਰ ਹਾਂ, ਸਾਰੇ ਕਾਸੇ ਨੂੰ ਤਿਆਰ ਹਾਂ, ਪਰ ਸਾਡੀ ਗੱਲ ਕਰੋ। ਹੁਣ ਛੋਟੀ ਜਿਹੀ ਉਦਾਹਰਣ ਹੈ, ਹੁਣ ਆਪਾਂ ਨੂੰ ਕੈਨੇਡਾ ਤੋਂ ਬਹੁਤ ਸਾਰੇ ਲੋਕ ਕਹਿੰਦੇ ਰਹਿੰਦੇ ਆ ਕਿ ਭਾਈ ਤੁਹਾਡੀ ਗੱਲ TV ਦੇ ਰਾਹੀਂ ਜਾਂਦੀ ਹੈ, ਅਮਰੀਕਾ ਦੇ ਵਿੱਚੋਂ ਖਾਸ ਟੈਲੀਫੋਨ ਆਇਆ। ਹੁਣ ਉਹ ਵੀ ਕਹਿੰਦੇ ਜੀ ਕਿ ਅੱਗੇ ਹੁੰਦਾ ਸੀ ਕਿ 10-10 ਸਾਲ ਦੇ ਲੰਬੇ ਵੀਜ਼ੇ ਲੱਗੇ ਆ ਭਾਰਤ ਦੇ ਜੇ ਜਾਣਾ ਹੈ, ਕਿਉਂਕਿ ਬਜ਼ੁਰਗ ਆਪਣੇ 5-6 ਮਹੀਨੇ ਤਾਂ ਸਿਆਲਾਂ ਵਾਲੇ ਉੱਥੇ ਰਹਿਣਾ ਚਾਹੁੰਦੇ ਆ, ਕਈ ਵਾਰੀ ਅਚਾਨਕ ਜਾਣਾ ਪੈਂਦਾ। ਹੁਣ ਕਹਿੰਦੇ ਜੀ ਵੱਖ-ਵੱਖ ਕਾਰਨਾਂ ਦੇ ਕਰਕੇ ਵੀਜ਼ੇ ਜਿਹੜੇ ਆ ਉਹ ਰੱਦ ਕੀਤੇ ਹੋ ਆ ਜਾਂ ਹੋਲਡ ਕੀਤੇ ਹੋ ਆ, ਸਾਨੂੰ ਐਮਰਜੈਂਸੀ ਵੀਜ਼ਾ ਲੈਣਾ ਪੈਂਦਾ, ਉਹ ਥੋੜ੍ਹੇ ਸਮੇਂ ਦਾ ਲੈਣਾ ਪੈਂਦਾ। ਭਾਰਤ ਸਰਕਾਰ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਨਿੱਠ ਕੇ
ਕਿ ਭਾਈ ਪਹਿਲਾਂ ਵਾਲਾ ਪ੍ਰੋਸੈਸ ਲਿਆਓ, ਲੰਬੇ ਵੀਜ਼ੇ ਹੋਣ, ਅਸੀਂ ਜਦੋਂ ਜੀ ਕੀਤਾ ਭਾਰਤ ਆ ਸਕੀਏ, 4 ਪੈਸੇ ਖਰਚ ਕੇ ਜਾਵਾਂਗੇ। ਹਾਂਜੀ, ਇਹ ਤਾਂ ਗੱਲ ਹੈਗੀ ਆ, ਕਿਉਂਕਿ ਇਹ ਬੜਾ ਰੌਲਾ ਸੀ ਨਾ ਜੀ, OCI ਕਾਰਡ ਰੱਦ ਹੋ ਗਏ ਜੀ, ਆਹ ਹੋ ਗਏ ਜੀ, ਵੀਜ਼ਾ ਰੱਦ ਹੋ ਗਿਆ ਜੀ, ਫਲਾਨਾ ਨਹੀਂ ਜਾ ਸਕਦਾ, ਢੀਂਗੜਾ ਨਹੀਂ ਜਾ ਸਕਦਾ। ਹੁਣ ਗੱਲ ਦੇਖੋ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਆ ਕੇ ਮੁੱਕ ਗਈ ਵੀ ਇੱਕ ਪਾਸੇ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਆਪਾਂ ਇਹ ਕਹਿੰਦੇ ਹਾਂ ਵੀ ਯਾਰ ਜਿਹੜੀ ਸਾਡੀ ਆਬਾਦੀ ਹੈ, ਜਿਹੜੇ ਸਾਡੇ ਲੋਕ ਨੇ, ਜਿਹੜੇ ਸਾਡੇ ਰੌਸ਼ਨ ਦਿਮਾਗ ਨੇ, ਉਹ ਸਾਡੇ ਤੋਂ ਜਾਣੇ ਨਹੀਂ ਚਾਹੀਦੀ। ਜੇ ਅਗਲਾ ਰੋਂਦਾ ਪਿੱਟਦਾ ਪੂਛ ਛੜਾ ਕੇ ਭੱਜ ਹੀ ਆਉਂਦਾ ਤੁਹਾਡੇ ਕੋਲੋਂ, ਫਿਰ ਤੁਸੀਂ ਬੂਹਾ ਭੇੜ ਦੇਣਾ, ਲਾ ਨਾ 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 ਫਲਾਣੇ ਨੂੰ ਤਾਂ ਆਉਣ ਨਹੀਂ ਦੇਣਾ, ਢੀਂਗੜਾ ਵੜ ਨਹੀਂ ਸਕਦਾ, ਇਹਨੂੰ ਚਾਹੀਦਾ ਵੀ ਆਹ ਫਲਾਨਾ ਵੀਜ਼ਾ ਲੈ ਕੇ ਆਵੇ। ਮੇਰੇ ਖਿਆਲ ਨਾਲ ਇਹ ਜਿਹੜਾ ਉਪਰਾ ਜਿਹਾ ਅਗਲੇ ਨੂੰ ਮਹਿਸੂਸ ਹੁੰਦਾ, ਮੈਂ ਨਹੀਂ ਕਹਿੰਦਾ ਵੀ ਸਰਕਾਰ ਕਰਦੇ ਜਾਂ ਦੇਸ਼ ਕਰਦਾ, ਪਰ ਜੇ ਬਾਹਰ ਬੈਠੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਤੇ ਉਹਨੂੰ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ। ਹੋ ਸਕਦਾ ਕਿਸੇ ਵੇਲੇ ਇਹ ਵੀ ਕਾਰਨ ਹੁੰਦਾ ਵੀ ਜਿਹੜੇ ਅਫਸਰ ਜਾਂ ਜਿਹੜੀਆਂ ਸੰਸਥਾਵਾਂ ਬਾਹਰ ਬੈਠੇ, ਚਾਹੇ ਆਪਾਂ ਉਹਨਾਂ ਸੰਸਥਾਵਾਂ ਦੀ ਗੱਲ ਕਰ ਲਈ ਜਿਨ੍ਹਾਂ ਦੇ ਨਾਲ ਉਹਨਾਂ ਨੇ ਰਾਬਤਾ ਕਰਨ ਦਾ ਲੋਕਲੀ, ਉਹਨਾਂ ਦੇ ਨਾਲ ਕੋਈ ਨਾ ਕੋਈ ਲਿੰਕ ਹੋਵੇ ਜਾਂ ਉਹਨਾਂ ਕੋਲੋਂ ਚੰਗੀ ਤਰ੍ਹਾਂ ਗੱਲ ਨਹੀਂ ਸਮਝਾਈ ਗਈ, ਤੇ ਸਰਕਾਰ ਜ਼ਰੂਰ ਉਹ ਮੇਰੇ ਖਿਆਲ ਨਾਲ ਹਦਾਇਤਾਂ ਦੇਵੇ ਕਿ ਭਾਈ ਜਿਹੜਾ ਬੰਦਾ ਬਾਹਰ ਬੈਠਾ, ਜੇ ਉਹਨੂੰ ਬਾਹਰ ਵੀ ਕੋਈ ਮੁਸ਼ਕਿਲ ਆ ਤੇ ਡਾਇਰੈਕਟ ਤੁਸੀਂ ਇੰਡੀਆ ਫੋਨ ਕਰਕੇ ਇਸ ਨੰਬਰ ਤੇ ਦੱਸ ਦਿਓ, ਆਪਾਂ ਤੁਹਾਡੀ ਸਮੱਸਿਆ ਹੱਲ ਕਰਾਂਗੇ। ਨਹੀਂ, ਜ਼ਰੂਰੀ ਆ ਸੰਧਾਲੀਆ ਸਾਹਿਬ, ਅਸੀਂ ਤਾਂ ਸਾਰੇ ਮੈਂਬਰ ਪਾਰਲੀਮੈਂਟ ਜਿੰਨੇ ਮੰਤਰੀ ਸਾਹਿਬ ਜਿੰਨੇ ਆ, ਤੁਸੀਂ ਸਾਰੇ ਕੇਂਦਰ ਸਰਕਾਰ ਦੇ ਨਾਲ ਗੱਲ ਕਰੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਵੀ ਜੇ ਆ ਵੀਜ਼ਿਆਂ ਵਾਲੇ ਮਸਲੇ ਦਾ ਚੰਗੇ ਤਰੀਕੇ ਦੇ ਨਾਲ ਹੱਲ ਹੋ ਸਕੇ ਤਾਂ ਬਹੁਤ ਵਧੀਆ। ਤੇ ਦੂਸਰਾ, ਪੰਜਾਬ ਦੀ ਜਿਹੜੀ ਨਵੀਂ ਸਰਕਾਰ ਬਣਨੀ ਹੈ, ਚਾਹੇ ਕਿਸੇ ਦੀ ਵੀ ਹੋਵੇ, ਅਸੀਂ ਉਹਨਾਂ ਨੂੰ ਵੀ ਜ਼ਰੂਰ ਕਹਾਂਗੇ ਕਿ 24 ਘੰਟੇ ਦਾ ਕੋਈ ਹੈਲਪਲਾਈਨ ਸੈਂਟਰ ਖੋਲ੍ਹੇ, ਉੱਥੇ ਬਹੁਤ ਸਾਰੇ ਬੰਦੇ ਬੈਠੇ ਹੋਣ, ਦਿਨ ਰਾਤ ਫਲਾਈਟਾਂ ਆਉਂਦੀਆਂ ਭਾਰਤ ਦੇ ਵਿੱਚ, ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ, ਜਿੱਥੇ ਵੀ ਕੋਈ ਉਤਰੇ, ਉੱਥੇ ਉਤਰਦਿਆਂ ਸਾਰ ਉਹਨੂੰ ਜੇ ਕੋਈ ਮੁਸ਼ਕਲ ਆਉਂਦੀ ਹੈ, 24 ਘੰਟੇ ਉੱਥੇ ਬੰਦੇ ਬੈਠੇ ਹੋਣ, 4 ਨਿਆਣਿਆਂ ਨੂੰ ਨੌਕਰੀ ਮਿਲੇ, ਉਹਨੂੰ ਕੋਈ ਦਿੱਕਤ ਆ ਤਾਂ ਮੌਕੇ ਦੇ ਉੱਤੇ ਹੱਲ ਕੀਤੀ ਜਾਵੇ। ਥੋੜ੍ਹੇ ਸਮੇਂ ਦੇ ਲਈ NRIs ਨੇ ਆਉਣਾ ਹੁੰਦਾ, ਜ਼ਮੀਨਾਂ ਦੇ, ਘਰਾਂ ਦੇ, ਪੈਨਸ਼ਨ ਦੇ 20 ਮਸਲੇ ਨੇ, ਉਹ ਸੀਮਤ ਸਮੇਂ ਦੇ ਵਿੱਚ ਹੱਲ ਕਰਨ ਦਾ ਪ੍ਰੋਗਰਾਮ ਬਣਾਓ। ਇਹ ਤੁਹਾਡੇ ਨਾਲ ਸਾਂਝ ਪਾਉਣ ਨੂੰ ਤਿਆਰ ਨੇ, ਤੁਸੀਂ ਮਾੜੀਆਂ ਬਾਹਾਂ ਖੋਲੋ। ਬਸ ਫਰਕ ਇੰਨਾ ਹੀ ਆ ਵੀ ਉਹ ਹੋ ਜਾਵੇ ਜੀ, ਕਿਉਂਕਿ ਜਦੋਂ ਅਗਲਾ ਬੰਦਾ ਕਹਿੰਦਾ ਵੀ ਆਪਾਂ ਆ ਵੀ ਕਰ ਦਾਂਗੇ, ਆ ਵੀ ਕਰ ਦਾਂਗੇ, ਆ ਵੀ ਕਰ ਹੀ ਦੇਣਾ ਹੀ ਆਪਾਂ, ਤੇ ਜਦੋਂ ਅਗਲਾ ਕਹਿੰਦਾ ਵੋਟਾਂ ਭਾਜੀ ਆਪਾਂ ਨੂੰ ਪਈਆਂ ਹੀ, ਕੋਈ ਨਹੀਂ ਫਿਰ ਕਰਾ ਲੈਣ ਜਿਹਨਾਂ ਨੂੰ ਪਾਈਆਂ, ਸਾਨੂੰ ਕੀ ਆਹ ਜਿਹੜਾ ਕੰਮ ਨੇ ਥੋੜਾ ਖਰਾਬ ਆ। ਉਹ ਫਿਰ ਚਲੀਏ ਵਾਰ ਸਾਹਿਬ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਵੀ ਇਹ ਜੋ ਕੁਛ ਇਸ ਵਕਤ ਗ੍ਰਹਿ ਔਖੇ ਜਿਹੇ ਚੱਲਦੇ ਪਏ ਦੁਨੀਆ ਤੇ ਛੇਤੀ ਨਿਬੜ ਜਾਣ, ਠੰਡ ਠੰਡੌਲਾ ਰਹੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।